हाँ जी मैडम, आवाज आ रही है जी? जी सर आ रही है ਬਲਜਿੰਦਰ ਆ ਰਹੀ ਹੈ ਆਵਾਜ਼ ਤੇ ਆਪਾਂ ਥੋੜਾ ਜਿਹਾ ਵੇਟ ਕਰ ਰਹੇ ਹਾਂ ਸਾਡੇ ਪਾਰਟਿਸਪੈਂਟ ਜੁੜ ਜਾਣ ਤੇ ਆਪਾਂ ਸ਼ੁਰੂ ਕਰਦੇ ਹਾਂ। ਠੀਕ ਹੈ ਸਰ, ਠੀਕ। ਮੈਡਮ ਕਾਈਂਡਲੀ ਇਹਨੂੰ ਕੁਝ ਗਰੁੱਪ ਦੇ ਵਿੱਚ ਲਿੰਕ ਸ਼ੇਅਰ ਕਰ ਦਿਓ ਪਾਰਟਿਸਪੈਂਟ ਜੀ ਸਰ ਜੀ ਉਹਦੇ ਚ ਵਰਚੁਅਲ ਜਿੰਨੇ ਵੀ ਹੈ ਜ਼ੂਮ ਤੇ ਵੀ ਸ਼ੇਅਰ ਕਰ ਦੇਣਾ, ਜ਼ੂਮ ਆਈਟੀਆਈ ਵਾਲੇ ਗਰੁੱਪ ਦੇ ਹੈਡਕੁਆਟਰ ਵਾਲੇ ਦੇ ਵੀ ਦੇ ਮਸਟ ਜੁਆਇਨ। ਬਲਜਿੰਦਰ ਜੀ ਤੁਸੀਂ ਵੀ ਕਾਈਂਡਲੀ ਮੇਕ ਸ਼ੋਰ ਕਿ ਤੁਹਾਡੀ ਆਈਟੀਆਈ ਦਾ ਸਾਰਾ ਸਟਾਫ ਸਾਰੇ ਬੱਚੇ ਇਹਨੂੰ ਜੁਆਇਨ ਕਰਨ। ਪਾਰਟਿਸਪੈਂਟ ਤੇ ਜਾ ਕੇ ਲਿੰਕ ਸ਼ੇਅਰ ਲਿੰਕ ਠੀਕ ਹੈ ਸਰ, ਆਲਰੇਡੀ ਅਸੀਂ ਸ਼ੇਅਰ ਕੀਤਾ ਹੋਇਆ ਜੀ, ਫਿਰ ਵੀ ਦੁਬਾਰਾ ਰਿਪੀਟ ਕਰ ਦਿੰਦੇ ਜੀ। सो किनू जी 11:01 हो गए, शुड बी स्टार्ट? जी सर, जी सर। ओके, वेलकम ऑल। मेरा नाम विजेंद्र धवन है जी, डिप्टी डायरैक्टर टैक्नीकल एजुकेशन एंड इंडस्ट्रीयल ट्रेनिंग। जिस तरह के तुसी इस चैनल दे उत्ते काफी निमी दे ऊपर हर लेक्चर दे विच देख रहे हो कि असी वर्चुअल जॉब फेयर दे जेड़ा कि आईटीआई लुधियाना दे विच करवाया जा रहा है, इट्स ऑन, ਉਹਦੇ ਬਾਰੇ ਅਸੀਂ ਦੱਸ ਰਹੇ ਸੀਗੇ। ਸੋ ਵੀ ਆਰ ਵੈਰੀ ਫੋਰਚੂਨੇਟ ਕਿ ਅੱਜ ਸਾਡੇ ਨਾਲ ਪ੍ਰਿੰਸੀਪਲ ਆਈਟੀਆਈ ਲੁਧਿਆਣਾ ਸ਼੍ਰੀ ਬਲਜਿੰਦਰ ਸਿੰਘ ਜੀ ਔਰ ਉਹਨਾਂ ਦੇ ਸੀਨੀਅਰ ਮੋਸਟ ਗਰੁੱਪ ਇੰਸਟ੍ਰਕਟਰ, ਉਹਨਾਂ ਦਾ ਨਾਮ ਵੀ ਸ਼੍ਰੀ ਬਲਜਿੰਦਰ ਸਿੰਘ ਹੀ ਹੈ, ਤੇ ਉਹ ਜੁੜੇ ਹੋਏ ਨੇ। ਸੋ ਇਹ ਤੁਹਾਨੂੰ ਸਾਰਿਆਂ ਨੂੰ ਇਸ ਵਰਚੁਅਲ ਜੌਬ ਫੇਅਰ ਦੇ ਬਾਰੇ ਦੱਸਣਗੇ, ਕੀ ਐਕਟੀਵਿਟੀਜ਼ ਹੈ, ਕਿੰਨੀਆਂ ਜੌਬਸ ਹੈਗੀਆਂ, ਕਿਹੜੀ ਕੰਪਨੀਜ਼ ਦੇ ਵਿੱਚ ਜੌਬਸ ਹੈਗੀਆਂ, ਕਿਹੜੇ ਬੱਚੇ ਇਹਦੇ ਵਾਸਤੇ ਐਲੀਜੀਬਲ ਹੈਗੇ ਹੈ ਔਰ ਉਹਨਾਂ ਦੀ ਸਿਲੈਕਸ਼ਨ ਪ੍ਰੋਸੀਜਰ ਕੀ ਹੋਏਗਾ, ਇੰਡਸਟਰੀ ਬੱਚਿਆਂ ਤੋਂ ਕੀ ਐਕਸਪੈਕਟ ਕਰਦੀ ਹੈ, ਉਹਨਾਂ ਦੀ ਡਿਮਾਂਡ ਕੀ ਹੈ, ਉਹਨਾਂ ਦੀਆਂ ਐਕਸਪੈਕਟੇਸ਼ਨਸ ਕੀ ਹੈ, ਜਿਹੜੇ ਬੱਚਿਆਂ ਨੇ ਜਦੋਂ ਇੰਟਰਵਿਊ ਦੇਣੀ ਹੈ, ਵਰਚੁਅਲ ਇੰਟਰਵਿਊ ਕਿਸ ਤਰ੍ਹਾਂ ਅਪੀਅਰ ਹੋਣਾ ਹੈ, ਬੱਚਿਆਂ ਨੇ ਇੰਟਰਵਿਊ ਦੇ ਵਿੱਚ ਪਰਫਾਰਮ ਕੀ ਕਰਨਾ ਹੈ, ਐਕਸਪੈਕਟਡ ਕੀ ਹੈ ਕਿ ਕਿਸ ਤਰ੍ਹਾਂ ਦੇ ਕੁਐਸਚਨ ਇੰਡਸਟਰੀ ਪੁੱਛੇਗੀ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਤੁਹਾਨੂੰ ਐਕਸਪਰਟਸ ਹੈਗੇ ਆ ਉਹ ਜਾਣੂ ਕਰਾਉਣਗੇ। ਇਸ ਤੋਂ ਇਲਾਵਾ ਸਾਡੇ ਨਾਲ ਮਿਸਟਰ ਰਾਕੇਸ਼ ਕੁਮਾਰ, ਜਿਨ੍ਹਾਂ ਨੇ ਕਿ ਕਾਫੀ ਪਪੂਲਰ ਉਹਨਾਂ ਦੇ ਲੈਕਚਰ ਇੰਪਲੋਏਬਿਲਿਟੀ ਸਕਿੱਲਸ ਦੇ ਤੁਸੀਂ ਸਾਰਿਆਂ ਨੇ ਸੁਣੇ ਆ, ਜਿਹੜੇ ਐਂਟਰਪ੍ਰੀਨਿਓਰ ਬਾਰੇ ਔਰ ਇੰਪਲੋਏਬਿਲਿਟੀ ਸਕਿੱਲਸ ਦੇ ਬਾਰੇ ਤੁਹਾਨੂੰ ਆਪਣੇ ਲੈਕਚਰਸ ਦੇ ਵਿੱਚ ਬਰੀਫ ਕਰਦੇ ਆ। ਉਹ ਵੀ ਆਪਣੇ ਇੰਪਲੋਇਮੈਂਟ ਦੇ ਬਾਰੇ ਔਰ ਪਲੇਸਮੈਂਟ ਨੂੰ ਮੁੱਖ ਰੱਖਦੇ ਹੋਏ ਉਹਦੇ ਬਾਰੇ ਤੁਹਾਨੂੰ ਕੁਝ ਚਾਨਣਾ ਪਾਣਗੇ। ਔਰ ਇਸ ਤੋਂ ਇਲਾਵਾ ਆਈ ਵੈਲਕਮ ਫਿਊ ਇੰਡਸਟਰੀਲਿਸਟ, ਉਹਨਾਂ ਦਾ ਮੈਂ ਨਿੱਘਾ ਸਵਾਗਤ ਕਰਦਾ ਹੈ, ਜਿਹੜੇ ਕਿ ਪ੍ਰਿੰਸੀਪਲ ਆਈਟੀਆਈ ਲੁਧਿਆਣਾ ਜੀ ਦੇ ਨਾਲ ਹੀ ਇਸ ਵੇਲੇ ਇਸ ਸੈਸ਼ਨ ਨੂੰ ਜੁਆਇਨ ਕਰ ਰਹੇ ਆ। ਉਹ ਇੰਡਸਟਰੀਲਿਸਟ ਵੀ ਇਸ ਸੈਸ਼ਨ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਐਡਰੈਸ ਕਰਨਗੇ ਔਰ ਆਪਣਾ ਉਹਨਾਂ ਦੀ ਐਕਸਪੈਕਟੇਸ਼ਨ ਬਾਰੇ ਦੱਸਣਗੇ, ਉਹਨਾਂ ਦੀ ਰਿਕੁਆਇਰਮੈਂਟ ਦੱਸਣਗੇ, ਉਹ ਕਿਸ ਤਰ੍ਹਾਂ ਦਾ ਪਾਰਟਿਸਪੈਂਟਸ ਦੇ ਵਿੱਚ ਸਕਿੱਲਸ ਚਾਹੁੰਦੇ ਆ ਉਹ ਦੱਸਣਗੇ, ਇੰਟਰਵਿਊ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਉਹ ਪੁੱਛ ਸਕਦੇ ਆ ਉਹ ਦੱਸਣਗੇ, ਉਹਨਾਂ ਦੀਆਂ ਉਮੀਦਾਂ ਕੀ ਹੈ, ਉਹ ਐਪਟੀਟਿਊਡ ਐਂਡ ਐਟੀਟਿਊਡ ਨੂੰ ਜੇ ਰਿਲੇਟ ਕਰੀਏ ਤੇ ਸਿੱਖਿਆਰਥੀਆਂ ਤੋਂ ਕੀ ਉਮੀਦ ਕਰਦੇ ਆ ਉਹਦੇ ਬਾਰੇ ਵੀ ਉਹ ਦੱਸਣਗੇ। So let's start. Baljinder ji, you kindly take over. So Baljinder ji, principal ITI, and Baljinder Singh, senior most group instructor. So please start. मंत्री सत श्री अकाल जी। सत श्री अकाल जी।
ਸਾਡੇ ਵਿਭਾਗ ਦੇ ਕੈਬਨਿਟ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਜੀ ਤੇ ਸਾਡੇ ਪ੍ਰਿੰਸੀਪਲ ਸੈਕਟਰੀ ਸਾਹਿਬ ਸ਼੍ਰੀ ਅਨੁਰਾਗ ਵਰਮਾ ਜੀ IAS ਤੇ ਸਾਡੇ ਡਾਇਰੈਕਟਰ ਜੀ ਸ਼੍ਰੀ ਕੁਮਾਰ ਸੌਰਵ ਰਾਜ IAS, ਇਹਨਾਂ ਦੀ ਪ੍ਰੇਰਨਾ ਸਦਕਾ ਅਸੀਂ ਇਹ ਵਰਚੁਅਲ ਜੌਬ ਫੇਅਰ ਕੰਟੀਨਿਊ ਰੱਖਣ ਦੇ ਵਿੱਚ ਕਾਮਯਾਬ ਹੋ ਰਹੇ ਹਾਂ। ਤੇ ਅੱਜ ਤੋਂ ਤਕਰੀਬਨ ਮਹੀਨਾ ਕੁ ਪਹਿਲਾਂ ਸਾਡੇ ਮਾਨਯੋਗ ਪ੍ਰਮੁੱਖ ਸਕੱਤਰ ਸ਼੍ਰੀ ਅਨੁਰਾਗ ਵਰਮਾ ਜੀ IAS ਸਾਹਿਬ ਨੇ ਇੱਕ ਤਕਰੀਬਨ 2 ਵਜੇ ਜੂਨ ਦੀ ਮੀਟਿੰਗ ਲਈ ਸੀ, ਜੋ ਪਾਰਟੀਕੂਲਰਲੀ ਪਲੇਸਮੈਂਟ ਡਰਾਈਵ ਦੇ ਉੱਤੇ ਸੀਗੀ। ਤੇ ਉਸ ਦਿਨ ਤੋਂ ਅੱਗੇ ਕੁਝ ਬਲਜਿੰਦਰ ਸਿੰਘ ਮੇਰੇ ਨਾਲ ਅਟੈਚ ਨੇ, ਇਸ ਤੋਂ ਬਾਅਦ ਇਹੀ ਸਾਰਾ ਤੁਹਾਨੂੰ ਡਿਕਟੇਟ ਦੱਸਣਗੇ। ਪਲੇਟਫਾਰਮ ਬਣਿਆ, ਗੂਗਲ ਲਿੰਕਸ ਬਣੇ, ਉਹਨਾਂ ਤੇ ਬੱਚਿਆਂ ਨੇ ਅਪਲਾਈ ਕੀਤਾ, ਇੰਡਸਟਰੀ ਨੇ ਅਪਲਾਈ ਕੀਤਾ, ਉਹਦੇ ਫਰਦਰ ਐਕਸਲ ਸ਼ੀਟ ਤਿਆਰ ਹੋਈ, ਫਿਰ ਉਹਨੂੰ ਲਾਸਟ ਸੀ ਇਹ ਕਰਨਾ ਹੀ ਪਏਗਾ। ਲੇਕਿਨ ਉਹਦੀ ਪਹਿਲੀ ਜਿਹੜੀ ਹੈ ਇੰਟਰੈਕਸ਼ਨ ਹੈ ਇੰਡਸਟਰੀ ਦੇ ਨਾਲ, ਇੱਕ ਤਰ੍ਹਾਂ ਦਾ ਜੂਮ ਦੇ ਉੱਤੇ ਉਹਨੂੰ ਇੰਡਸਟਰੀ ਬਾਰੇ ਅਵੇਅਰਨੈਸ ਵੀ ਮਿਲ ਜਾਂਦੀ ਹੈ। ਸਾਡਾ ਦੋਨਾਂ ਦਾ ਆਪਸ ਵਿੱਚ ਜਿਹੜਾ ਤਾਲਮੇਲ ਉਹਨਾਂ ਨੂੰ ਬਣਾਇਆ ਹੁੰਦਾ ਵੀ ਬੱਚਾ ਇੰਨਾ ਐਕਸਪੀਰੀਅੰਸ ਹੈ ਸਾਡੇ ਸਿਖਿਆਰਥੀ ਸਟੂਡੈਂਟ ਦਾ, ਤੇ ਇੰਡਸਟਰੀ ਨੂੰ ਇਹ ਪਤਾ ਲੱਗਾ, ਉਹਨਾਂ ਤੋਂ ਵੀ ਡਾਟਾ ਲੈ ਲੈਂਦੇ ਹਾਂ ਵੀ ਉਹਨਾਂ ਨੂੰ ਕਿਸ ਤਰ੍ਹਾਂ ਦਾ ਸਾਡਾ ਪ੍ਰੋਡਕਟ ਚਾਹੀਦਾ ਹੈਗਾ, ਵੀ ਕਿੰਨੇ ਐਕਸਪੀਰੀਅੰਸ ਵਾਲਾ ਜਾਂ ਫਰੈਸ਼ਰ ਚਾਹੀਦਾ, ਕਿੰਨੀ ਸੈਲਰੀ ਦੇਣਗੇ, ਦੋਨੇ ਇਹ ਅਲਟੀਮੇਟਲੀ ਸ਼ੇਅਰ ਕੀਤੇ ਹੁੰਦੇ ਨੇ। ਜਾਣ ਦੀ ਇਸ ਦਾ ਜਿਹੜਾ ਸਕਸੈਸ ਰੇਟ ਸਾਡੀ ਮੈਕਸਿਮਮ ਨਿਕਲ ਕੇ ਆ ਰਹੀ ਹੈ। ਜੇ ਅਪੁਆਇੰਟਮੈਂਟ ਲੈਟਰ ਵੀ ਹਜੇ ਅਸੀਂ ਸਟਾਰਟ ਨਹੀਂ ਕੀਤੀਆਂ ਲੈਣੀਆਂ, ਲੇਕਿਨ ਬੱਚੇ ਜਾਣ ਲੱਗ ਗਏ ਨੇ। ਜਦੋਂ ਉਹਨਾਂ ਨੇ ਉਹਨਾਂ ਦੇ ਜੋ ਆਪਣੇ EPF ਵਗੈਰਾ ਸਾਰੀ ਫਾਰਮੈਲਿਟੀ ਕਰਨੀ ਹੁੰਦੀ ਹੈ, ESI ਦੇ ਜੋ ਵੀ ਡਾਕੂਮੈਂਟਸ ਵਗੈਰਾ, ਉਹਦੇ 1 ਹਫ਼ਤਾ ਬੱਚਾ ਲਗਾ ਲੇਗਾ ਉੱਥੇ, ਉਹਨਾਂ ਨੂੰ ਵੀ ਸ਼ੋਰ ਹੋ ਜਾਏਗਾ ਵੀ ਸਾਡਾ ਸਟੂਡੈਂਟ ਉਹਨਾਂ ਕੋਲ ਟਿਕੇਗਾ, ਤੇ ਸਟੂਡੈਂਟ ਨੂੰ ਵੀ ਪਤਾ ਲੱਗ ਜਾਊਗਾ ਵੀ ਮੈਂ ਇੱਥੇ ਕੰਟੀਨਿਊ ਕਰਨਾ, ਤਾਂ ਫਿਰ ਉਹ ਅਪੁਆਇੰਟਮੈਂਟ ਲੈਟਰ ਇਸ਼ੂ ਕਰਦਾ। ਅਪੁਆਇੰਟਮੈਂਟ ਲੈਟਰ ਸਾਡੇ ਲਈ ਕੋਈ ਸੈਕੰਡਰੀ ਗੱਲ ਹੈ, ਲੇਕਿਨ ਬੱਚਾ ਉੱਥੇ ਟਿਕ ਜੇ ਉਹ ਪ੍ਰਾਇਮਰੀਲੀ ਗੱਲ ਹੈ। ਤੇ ਹੁਣ ਮੈਂ ਸਾਡੇ ਬਲਜਿੰਦਰ ਸਿੰਘ ਗਰੁੱਪ ਇੰਸਟ੍ਰਕਟਰ ਜਿਨ੍ਹਾਂ ਨੇ ਕਿ ਸਾਰਾ ਇਹ ਗਰੁੱਪ ਗੂਗਲ ਲਿੰਕਸ ਤਿਆਰ ਕਰੇ ਨੇ, ਉਹਨੂੰ ਡਿਟੇਲ ਦੇ ਵਿੱਚ ਹੋ ਇਹ ਚੀਜ਼ ਪ੍ਰੋਸੀਜਰਲ ਜੋ ਹੈ ਇਸ ਦਾ, ਇਹ ਸਾਰਾ ਤੁਹਾਨੂੰ ਬਲਜਿੰਦਰ ਸਿੰਘ ਜੀ ਸਾਡੇ ਦੱਸਣਗੇ। ਬਲਜਿੰਦਰ ਸਿੰਘ ਗਰੁੱਪ ਇੰਸਟ੍ਰਕਟਰ ITI ਲੁਧਿਆਣਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਨੂੰ ਪਤਾ ਹੀ ਆ ਵੀ ਆਪਾਂ ਹਰ ਸਾਲ ਰੋਜ਼ਗਾਰ ਮੇਲੇ ਜਿਹੜੇ ਆ ਆਯੋਜਿਤ ਕਰਦੇ ਆ, ਲੱਖਾਂ ਰੁਪਏ ਲੱਗ ਜਾਂਦੇ ਨੇ ਇਹਨਾਂ ਮੇਲਿਆਂ ਤੇ ਅਸੀਂ ਲੁਧਿਆਣੇ ਦਾ ਐਕਸਪੀਰੀਅੰਸ ਮੈਂ ਸ਼ੇਅਰ ਕਰਨ ਲੱਗਿਆ। ਅਸੀਂ ਕੁੱਲ ਲੁਧਿਆਣੇ ਡਿਸਟ੍ਰਿਕਟ ਦੇ ਜਿੰਨੇ ਸਾਡੇ 12 ITI ਨੇ, ਉਹਨਾਂ ਦੇ ਕੋਲੋਂ ਅਸੀਂ 2-2 ਕੰਪਿਊਟਰ ਤੇ 4-4 ਜਿਹੜੇ ਸਟਾਫ ਮੈਂਬਰ ਇੱਥੇ ਲੁਧਿਆਣੇ ਅਸੀਂ ਬੁਲਾਉਂਦੇ ਸੀ। ਸਾਡੇ ਕੋਲ ਤਕਰੀਬਨ 20-25 ਕੰਪਿਊਟਰ ਇਕੱਠੇ ਕਰਦੇ ਸੀ ਅਸੀਂ। 15 ਕੰਪਿਊਟਰ ਸਾਡੇ ਬਾਹਰ ਟੈਂਟ ਦੇ ਵਿੱਚ ਲੱਗੇ ਹੁੰਦੇ ਸੀ, 10 ਕੰਪਿਊਟਰ ਸਾਡੇ ਅੰਦਰ ਰੂਮ ਦੇ ਵਿੱਚ ਲੱਗੇ ਹੁੰਦੇ ਸੀ, ਤੇ ਅੱਧਾ ਕਿਲੋਮੀਟਰ ਲੰਬੀਆਂ ਜਿਹੜੀਆਂ ਬੱਚਿਆਂ ਦੀਆਂ ਲਾਈਨਾਂ ਲੱਗੀਆਂ ਹੁੰਦੀਆਂ ਸੀ। ਤੇ ਉਹਨਾਂ ਨੂੰ ਦੇਖਦੇ ਹੋਏ ਵੀ ਸਾਡੇ ਜਿਹੜੇ ਅੱਜ ਦਾ ਜਿਹੜਾ ਯੁੱਗ ਆ, ਇਹਦੇ ਵਿੱਚ ਅਸੀਂ ਕੀ ਕੀਤਾ ਵੀ ਹੁਣ ਕਰੋਨਾ 19 ਦੇ ਵਿੱਚ ਅਸੀਂ ਸਾਰੇ ਚੱਲ ਰਹੇ ਆ, ਉਹਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜਾ ਰੋਜ਼ਗਾਰ ਮੇਲਾ ਸੀ ਇਹ ਵੀ ਬਹੁਤ ਜ਼ਰੂਰੀ ਸੀ, ਕਿਉਂਕਿ ਮਾਈਗ੍ਰੈਂਟਸ ਲੇਬਰ ਜਿਹੜੀ ਆ ਸਾਡੀ ਆ ਉਹ ਆਪਣੇ ਪੰਜਾਬ ਨੂੰ ਛੱਡ ਕੇ ਆਪਣੇ ਪ੍ਰਦੇਸ਼ ਵਿੱਚ ਚਲੀ ਗਈ ਹੈਗੀ ਆ। ਇੰਡਸਟਰੀਅਲਿਸਟ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਆ, ਤਕਰੀਬਨ 50% ਲੇਬਰ ਆ ਜਿਹੜੀ ਉਹ ਇੱਥੋਂ ਸ਼ਿਫਟ ਹੋ ਚੁੱਕੀ ਆ। ਤੇ ਇੰਡਸਟਰੀਅਲਿਸਟ ਦੀ ਸਾਡੀ ਕੋਲ ਡਿਮਾਂਡ ਆਈ ਪ੍ਰਿੰਸੀਪਲ ਸਾਹਿਬ ਕੋਲ ਇੱਥੇ ITI ਦੇ ਵਿੱਚ, ਸਾਨੂੰ ਡਿਮਾਂਡ ਭੇਜੀ ਗਈ। ਅਸੀਂ ਇਹਦੇ ਬਾਰੇ ਸੋਚਿਆ ਵੀ ਕਿਉਂ ਨਾ ਅਸੀਂ ਇੱਕ ਵਰਚੁਅਲ ਆਨਲਾਈਨ ਜੌਬ ਫੇਅਰ ਆਯੋਜਿਤ ਕੀਤਾ ਜਾਵੇ। ਤੇ ਇਸ ਸੰਬੰਧ ਵਿੱਚ ਅਸੀਂ ADC ਸਾਹਿਬ ਨੂੰ ਮਿਲੇ, ਤੇ ਜੋ ਆਪਣੇ ਜੂਨ ਦੇ ਵਿੱਚ ਆਨਲਾਈਨ ਪ੍ਰਿੰਸੀਪਲ ਸੈਕਟਰੀ ਸਾਹਿਬ ਨਾਲ ਵੀ ਇਸ ਸੰਬੰਧੀ ਗੱਲਬਾਤ ਹੋਈ। ਅਸੀਂ ਇੱਕ ਸਟਾਰਟਿੰਗ ਦੇ ਵਿੱਚ 5 ਤਰੀਕ ਨੂੰ ਇੱਕ ਪੈਂਫਲੇਟ ਲਾਂਚ ਕੀਤਾ ਸੀ, ਤੇ 5 ਤੋਂ 12 ਤਰੀਕ ਤੱਕ ਅਸੀਂ ਜਿਹੜਾ ਰਜਿਸਟ੍ਰੇਸ਼ਨ ਕਰਵਾਈ। ਅਸੀਂ ਸਰਵੇ ਦੇ ਤੌਰ ਤੇ ਅਸੀਂ ਸ਼ੁਰੂਆਤ ਕੀਤੀ ਸੀ, ਸਾਨੂੰ ਬਹੁਤ ਵਧੀਆ ਰਿਜ਼ਲਟ ਆਇਆ। ਤੇ ਉਹਦੇ ਡਿਟੇਲ ਵਿੱਚ ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਜਿਸ ਤਰ੍ਹਾਂ ਮੇਰੀ ਸਲਾਈਡ ਹੈਗੀ ਆ, ਹਾਊ ਟੂ ਇੰਟਰਫੇਸ ਬਿਟਵੀਨ ਇੰਡਸਟਰੀ ਐਂਡ ਕੈਂਡੀਡੇਟਸ ਆਫ ITIs ਵਿਦ ਵਰਚੁਅਲ ਜੌਬ ਫੇਅਰ। ਅਸੀਂ ਇਸ ਮਾਹੌਲ ਦੇ ਵਿੱਚ, ਇਸ ਕਰੋਨਾ 19 ਦੇ ਵਿੱਚ ਬੱਚਿਆਂ ਨੂੰ ਤੇ ਇੰਡਸਟਰੀ ਨੂੰ ਕਿੱਦਾਂ ਇੰਟਰਫੇਸ ਕਰਵਾਉਣਾ, ਇਹਦੇ ਸੰਬੰਧ ਵਿੱਚ ਆਪਾਂ ਅੱਜ ਡਿਸਕਸ ਕਰਾਂਗੇ।
ਤੇ ਇਹ ਜੋ ਲੈਟਰ ਨੇ ਪ੍ਰਿੰਸੀਪਲ ਸੈਕਟਰੀ ਸਾਹਿਬ ਵੱਲੋਂ ਸਾਨੂੰ ਸਮੂਹ ਰਾਜ ਦੀਆਂ ਜਿਹੜੀਆਂ ਉਦਯੋਗਿਕ ਸਿਖਲਾਈ ਸੰਸਥਾਵਾਂ ਨੇ ਉਹਨਾਂ ਨੂੰ ਹਦਾਇਤ ਕੀਤੀ ਵੀ ਤੁਸੀਂ ਰੋਜ਼ਗਾਰ ਮੇਲੇ ਲਾ ਕੇ ਬੱਚਿਆਂ ਨੂੰ ਰੋਜ਼ਗਾਰ ਦਿਵੋ। ਇਸੇ ਤਰ੍ਹਾਂ ਸਾਡੇ ਏਡੀਸੀ ਸਾਹਿਬ ਲੁਧਿਆਣੇ ਵੱਲੋਂ ਲੈਟਰ ਇੱਕ ਇਸ਼ੂ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਰੋਜ਼ਗਾਰ ਮੇਲੇ ਲਾਉਣ ਸੰਬੰਧੀ ਹਦਾਇਤ ਕੀਤੀ। ਤੇ ਇਸ ਲੈਟਰ ਤੋਂ ਪਹਿਲਾਂ ਅਸੀਂ ਜਿਹੜਾ ਗੂਗਲ ਲਿੰਕ ਡਿਵੈਲਪ ਕਰ ਲਿਆ ਸੀ ਕਿਉਂਕਿ ਏਡੀਸੀ ਸਾਹਿਬ ਨੇ ਸਾਡਾ ਗੂਗਲ ਲਿੰਕ ਲੈਟਰ ਦੇ ਵਿੱਚ ਪਾਇਆ। ਬਲਜਿੰਦਰ ਸਰ ਜੀ ਕਾਈਂਡਲੀ ਉਹਨਾਂ ਨੇ ਸਾਨੂੰ ਐਪਰੀਸ਼ੀਏਟ ਵੀ ਕੀਤਾ। ਤਵਨ ਸਾਹਿਬ ਜੀ ਕੁਝ ਕਹਿਣਾ ਚਾਹ ਰਹੇ ਨੇ, ਕਾਈਂਡਲੀ ਸੁਣੋ। ਜਦੋਂ ਪ੍ਰਿੰਸੀਪਲ ਸੈਕਟਰੀ ਸਾਹਿਬ ਵੱਲੋਂ ਹਦਾਇਤ ਹੋਈ ਅਸੀਂ DVVA ਨਾਲ ਇੱਕ ਮੀਟਿੰਗ ਆਯੋਜਿਤ ਕੀਤੀ ਜਿਹੜੀ IT ਲੁਧਿਆਣੇ ਡਿਸਟ੍ਰਿਕਟ ਬਿਊਰੋ ਆਫ ਇੰਪਲੋਇਮੈਂਟ ਐਂਡ ਇੰਟਰਵਿਊਜ਼ ਦੀ DVV ਉਹਦੀ ਮੀਟਿੰਗ ਹੋਈ ਲੁਧਿਆਣੇ। ਇੱਥੇ ਅਸੀਂ ਇੱਕ ਸਟ੍ਰੈਟਜੀ ਤਿਆਰ ਕਰੀ ਕਿਸ ਤਰ੍ਹਾਂ ਇਹ ਕੰਮ ਨੂੰ ਸਿਰੇ ਚਾੜਿਆ ਜਾਏਗਾ। ਸਾਡੀ DVVA ਵੱਲੋਂ ਕਾਫੀ ਮਦਦ ਕੀਤੀ ਗਈ। ਉਹਨਾਂ ਨੇ ਇੱਕ ਜੁਮਾ ਲਿਆ ਵੀ ਅਸੀਂ ਇੰਡਸਟਰੀ ਨੂੰ ਅਸੀਂ ਸੰਭਾਲਾਂਗੇ, ਜਿਹੜੇ ਕੈਂਡੀਡੇਟਸ ਨੇ ਜਿਹੜੇ ਬੱਚੇ ਨੇ ਉਹ बलजिंदर जी स्लाइड नहीं शेयर हो रही, स्लाइड शेयर करो। उम्मीदवार दूंगी। बलजिंदर सिंह जी स्लाइड शेयर नहीं हो रही सर? हाँ स्लाइड नहीं शेयर हो रही, स्लाइड पहला शेयर करो, दोबारा तो एक बार रिपीट कर दो। ओके सर। हाँ साड़ी आवाज ते भी ध्यान रखना। तुसी शायद माइक तो बोल रहे हो, बेशक देख लो जे कोई नेड़े आ सकता। माइक थोड़ी जी चैट दे विच आ रहा कि आवाज नहीं क्लीयर, ये आवाज होर क्लीयर हो जाए थोड़ी जी साडी गल ते या कीनू मैडम दी गल ते थोड़ा जा सुनना उस गल विच। ठीक हाँ जी है। हो रही है स्लाइड शेयर, अजे हजे होई नहीं, हो रही है मैडम। कीनू तुहानू फीडबैक दिंदे रहणगे जी सर जी। सॉरी मैं तुसी ना नेट शेयर करो कि नेट की प्रॉब्लम है। हाँ थोड़े नेट च हैगी, नेट तुहाडा फास्ट नहीं है। बलजिंदर सर राकेश सर इधरों तुसी मैनू नेक्स्ट कही जाइए, मैं नेक्स्ट कही जावां। ਤੁਸੀਂ ਸ਼ੇਅਰ ਰਕੇਸ਼ ਜੀ ਸ਼ੇਅਰ ਕਰ ਦੇਣਗੇ ਤੇ ਤੁਸੀਂ ਨੈਕਸਟ ਬੋਲੀ ਜਾਈਓ। ਠੀਕ ਹੈ ਜੀ, ਠੀਕ ਹੈ ਮੈਂ ਬੰਦ ਕਰ ਦਿੰਦਾ। ਠੀਕ ਹੈ ਸਰ, ਠੀਕ ਹੈ। ਸੋ ਜਿਸ ਤਰ੍ਹਾਂ ਬਲਜਿੰਦਰ ਜੀ ਦੱਸ ਰਹੇ ਸੀਗੇ, ਸੌਰੀ ਤੁਹਾਡੇ ਸਾਰਿਆਂ ਨਾਲ ਸਲਾਈਡ ਨਹੀਂ ਸੀ ਸ਼ੇਅਰ ਹੋ ਰਹੀ। ਮੈਂ ਥੋੜਾ ਜਿਹਾ ਬਰੀਫ ਕਰਨਾ ਚਾਹਾਂਗਾ ਜੋ ਬਲਜਿੰਦਰ ਜੀ ਨੇ ਦੱਸਿਆ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਗੱਲ ਕਲੀਅਰ ਹੋ ਜਾਏਗੀ। ਇਹ ਕੀ ਪ੍ਰੋਸੈਸ ਸੀਗਾ ਉਹਨਾਂ ਨੇ ਥੋੜਾ ਜਿਹਾ ਦੱਸਿਆ, ਕਿਉਂ ਅਸੀਂ ਜ਼ਰੂਰਤ ਮਹਿਸੂਸ ਕੀਤੀ ਹੈ ਸੌਖੀ ਘੜੀ ਦੇ ਵਿੱਚ ਇਸ ਤਰ੍ਹਾਂ ਵਰਚੁਅਲ ਜੌਬ ਫੇਅਰ ਕਰਾਉਣ ਦੀ, ਜਿਸ ਨੂੰ ਕਿ ਡਿਪਾਰਟਮੈਂਟ ਆਫ ਏਮਪਲੋਇਮੈਂਟ ਜਨਰੇਸ਼ਨ ਵੱਲੋਂ ਵੀ ਬੜਾ ਅੱਛਾ ਹੁੰਗਾਰਾ ਮਿਲਿਆ। ਉਹਨਾਂ ਵੱਲੋਂ ਵੀ ਜਿਹੜਾ ਘਰ ਘਰ ਰੋਜ਼ਗਾਰ ਸਕੀਮ ਦੇ ਅਧੀਨ ਪੂਰੇ ਪੰਜਾਬ ਦੇ ਵਿੱਚ ਇਹ ਡਰਾਈਵ ਚਲਾਈ ਜਾ ਰਹੀ ਹੈ। ਔਰ ਇਸੇ ਤਰ੍ਹਾਂ ਸਾਡੇ ਸਾਰੇ ITI ਦੇ ਪ੍ਰਿੰਸੀਪਲ ਸਾਹਿਬ ITIs ਦੇ ਵਿੱਚ ਡਿਸਟ੍ਰਿਕਟ ਵਾਈਜ਼ ITIs ਵਾਈਜ਼ ਇਸ ਡਰਾਈਵ ਨੂੰ ਚਲਾ ਰਹੇ ਨੇ। ਸੋ ਕਾਈਂਡਲੀ ਜਿੰਨੇ ਲੋਕ ਸਾਡੇ ਨਾਲ 300 ਲੋਕ ਜੁੜ ਚੁੱਕੇ ਆ, ਸੋ ਸਾਰੇ ਬੱਚੇ, ਸਾਰੇ ਇੰਸਟ੍ਰਕਟਰ ਸਾਹਿਬ, ਜਿਹੜੇ ਪ੍ਰਿੰਸੀਪਲ ਸਾਹਿਬ ਔਰ ਜਿਹੜੇ ਆਲ ਓਵਰ ਇੰਡੀਆ ਤੋਂ ਵੀ ਜੁੜੇ ਆ। ਆਲ ਓਵਰ ਇੰਡੀਆ ਤੋਂ ਮੈਂ ਚਾਹਾਂਗਾ ਸਾਰੇ ਕਿਤੇ ਹੀ ਤੁਸੀਂ ਇਹ ਕੰਮ ਕਰ ਰਹੇ ਹੋ। ਯੂ ਪੀਪਲ ਮਾਈਟ ਬੀ ਡੂਇੰਗ ਸੱਚ ਐਕਸਰਸਾਈਜ਼ ਇਨ ਹੋਲ ਓਵਰ ਦਾ ਕੰਟਰੀ। So we wish and we request you to follow such procedures since this is very useful for the candidates. So I will request Baljinder ji to Baljinder ji kindly ਹੁਣ ਤੁਹਾਡੀ ਸਲਾਈਡ ਸ਼ੇਅਰ ਹੋ ਗਈ ਹੈ ਤੇ ਵਿੱਚ ਥੋੜਾ ਜਿਹਾ ਰਕੇਸ਼ ਜੀ ਨੂੰ ਮੌਕਾ ਦੇਣਾ। ਨੈਕਸਟ ਕਰਦੇ ਅੱਗੇ ਲੈ ਜਾਓ ਪਲੀਜ਼, ਹੋਰ ਅੱਗੇ ਕਰ ਦਿਓ, ਅੱਗੇ ਕਰ ਦਿਓ ਪਲੀਜ਼। बस 10 ही चाहिए। हाँ जी ਅੱਗੇ ਕਰ ਦਿਓ। This slide is about Government ITI Ludhiana is a wonderful class 1 institute with the strength of more than 800 candidates. They have industrial management committee. So Mr. Charanjit Singh Vishwakarma, he is the chairman, very dynamic chairman, and industrial people, all the industrialists, they are wonderful people. They have been associating with this institution since very long. ਔਰ ਉਹਨਾਂ ਦਾ ਜੋ ਯੋਗਦਾਨ ਹੈ ਉਹ ਬਹੁਤ ਹੀ ਸ਼ਲਾਘਾਯੋਗ ਹੈਗਾ। ਜਿਵੇਂ ਇਹਨਾਂ ਦੇ ਆਫਿਸ ਦੇ ਵਿੱਚ ਵੀ ਇਸ ਵੇਲੇ ਇੰਡਸਟਰੀਲਿਸਟ ਬੈਠੇ ਨੇ। ਸੋ ਨੈਕਸਟ ਪਲੀਜ਼। ਸੋ ਇਹ ਹੈਗਾ ਜੀ ਹਾਊ ਟੂ ਇੰਟਰਫੇਸ ਬਿਟਵੀਨ ਇੰਡਸਟਰੀ ਐਂਡ ਕੈਂਡੀਡੇਟਸ ਟ੍ਰੇਨੀਜ਼ ਆਫ ITIs ਵਿਦ ਵਰਚੁਅਲ ਜੌਬ ਫੇਅਰ।
ਇੱਥੇ ਜਿਹੜਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਪੰਜਾਬ ਦੇ ਬੱਚਿਆਂ ਨੇ ਆਪਣੇ ਆਪ ਹੀ ਇਹਨਾਂ ਤੇ ਰਜਿਸਟਰਡ ਕੀਤਾ ਹੈ ਸਾਈਟਸ ਦੇ ਉੱਤੇ, ਬੱਚੇ ਪੇਪਰ ਦੇ ਰਹੇ ਨੇ। ਮਤਲਬ I must say the student of Punjab, they are very computer friendly, they are using internet facilities और बहुत ही शलाघायोग काम है। Even then Mr. Baljinder Singh will be explaining how to interface, किवें interface करना है, किवें link establish करना है। Next please. So these are the letters Baljinder Singh was discussing, ਜਿਹੜੀਆਂ ਕਿ ਗਵਰਨਮੈਂਟ ਆਫ ਪੰਜਾਬ ਨੇ ਇਹ ਸਰਕੂਲੇਟ ਕੀਤੀਆਂ। ਇਫ ਯੂ ਕੈਨ ਬਰਾਊਜ਼, ਰਾਜ ਦੀਆਂ ITIਆਂ ਬਹੁਤ ਤਕਨੀਕੀ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਸੰਬੰਧੀ। ਐਂਡ ਦਿਸ ਇਜ਼ ਰੋਜ਼ਗਾਰ ਜਨਰੇਸ਼ਨ ਐਂਡ ਟ੍ਰੇਨਿੰਗ ਵਿਭਾਗ ਜਿਹਦੀ ਮੈਂ ਗੱਲ ਕਰ ਰਿਹਾ ਸੀਗਾ, ਇੱਕ ਸੈਪਰੇਟ ਡਿਪਾਰਟਮੈਂਟ ਐਸਟੈਬਲਿਸ਼ ਕੀਤਾ ਹੈ ਪੰਜਾਬ ਸਰਕਾਰ ਨੇ, ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਜੋ ਉਹਨਾਂ ਦਾ ਟੀਚਾ ਹੈਗਾ ਕਿ ਘਰ ਘਰ ਰੋਜ਼ਗਾਰ ਪ੍ਰੋਵਾਈਡ ਕਰਨਾ, ਇਹ ਉਹਦੇ ਬਾਰੇ ਹੈ। ਨੈਕਸਟ ਪਲੀਜ਼। So, this is planning of virtual job fair with District Bureau of Employment and Enterprise। ਇਹ ਕਿਵੇਂ ਇਹਨਾਂ ਦਾ ਆਪਸ ਦੇ ਵਿੱਚ ਤਾਲਮੇਲ ਐਸਟੈਬਲਿਸ਼ ਹੁੰਦਾ ਹੈ, ਉਹਦੀ ਇੱਕ ਫੋਟੋ ਤੁਹਾਨੂੰ ਦਿਖਾਈ ਹੈ। ਹਾਂਜੀ, ਇੱਕ ਸਟ੍ਰੈਟਜੀ ਤਿਆਰ ਕੀਤੀ ਅਸੀਂ। ਨੈਕਸਟ ਪਲੀਜ਼। ਇੱਕ ਸਟ੍ਰੈਟਜੀ ਤਿਆਰ ਕੀਤੀ। ਹਾਂਜੀ, ਇਹ ਹੁਣ ਬਲਜਿੰਦਰ ਜੀ ਤੁਹਾਨੂੰ ਬਰੀਫ ਕਰਨਗੇ ਤੇ ਰਕੇਸ਼ ਜੀ ਕੋਆਰਡੀਨੇਟ ਕਰਕੇ ਅੱਗੇ ਅੱਗੇ ਤੁਹਾਨੂੰ ਸਲਾਈਡਸ ਦਿਖਾਣਗੇ। हाँ जी बिल्कुल, ਇਹਦੇ ਬਾਰੇ ਆਪਾਂ ਗੱਲ ਕਰ ਚੁੱਕੇ ਹਾਂ ਜੀ। ਜਿਸ ਤਰ੍ਹਾਂ ਅਸੀਂ ਇਹ DVVI ਨਾਲ ਮੀਟਿੰਗ ਕੀਤੀ, ਉਸ ਤੋਂ ਬਾਅਦ ਅਸੀਂ ਇੱਕ ਸਟ੍ਰੈਟਜੀ ਤਿਆਰ ਕੀਤੀ ਵੀ ਕਿਸ ਤਰ੍ਹਾਂ ਇਸ ਰੋਜ਼ਗਾਰ ਮੇਲੇ ਨੂੰ ਆਯੋਜਿਤ ਕੀਤਾ ਜਾਵੇਗਾ। ਇਹਦੇ ਵਿੱਚ DVVI ਨੇ ਇੰਡਸਟਰੀ ਦੀ ਇੱਕ ਜ਼ਿੰਮਾ ਲਿਆ ਤੇ ਅਸੀਂ ITI ਲੁਧਿਆਣੇ ਨੇ ਇੱਕ ਕੈਂਡੀਡੇਟ ਪ੍ਰੋਵਾਈਡ ਕਰਨ ਵਾਸਤੇ, ਉਮੀਦਵਾਰ ਪ੍ਰੋਵਾਈਡ ਕਰਨ ਵਾਸਤੇ ਅਸੀਂ ਇੱਕ ਰਿਸਪੌਂਸਿਬਿਲਿਟੀ ਲਈ ਤੇ ਦੋਹਾਂ ਨੂੰ ਜੁਆਇੰਟਲੀ ਇਸ ਰੋਜ਼ਗਾਰ ਮੇਲੇ ਨੂੰ ਆਪਾਂ ਆਯੋਜਿਤ ਕਰ ਰਹੇ ਹਾਂ। ਨੈਕਸਟ ਪਲੀਜ਼। ਸਭ ਤੋਂ ਪਹਿਲਾਂ ਅਸੀਂ ਇੱਕ ਗੂਗਲ ਲਿੰਕ ਡਿਵੈਲਪ ਕੀਤਾ। ਇਹਦੇ ਬਾਰੇ ਮੈਂ 1 ਮਿੰਟ ਦੇ ਵਿੱਚ ਸਾਰਾ ਦੱਸ ਦੂੰਗਾ ਜੀ। ਹਾਊ ਟੂ ਡਿਵੈਲਪ ਗੂਗਲ ਫਾਰਮ। ਤੇ ਜਦੋਂ ਗੂਗਲ ਫਾਰਮ ਡਿਵੈਲਪ ਕਰਨਾ, ਸਭ ਤੋਂ ਪਹਿਲਾਂ ਸਾਡੇ ਕੋਲ Gmail ID ਹੋਣੀ ਚਾਹੀਦੀ ਆ। ਤੇ ਨੈਕਸਟ ਹੈ ਓਪਨ Gmail ID ਐਂਡ ਕਲਿੱਕ ਔਨ ਸਿੰਬਲ ਹੈ ਇੱਕ ਰਾਈਟ ਸਾਈਡ ਤੇ ਇੱਕ ਗੂਗਲ ਐਪ ਦਾ ਸਿੰਬਲ ਹੁੰਦਾ ਜਿਹਦੇ 9 ਡਾਟ ਹੁੰਦੇ ਨੇ, ਉਹਨੂੰ ਕਲਿੱਕ ਕਰਨਾ ਤੇ ਤੁਸੀਂ ਉਹਦੇ ਵਿੱਚ ਜਿਹੜੇ ਗੂਗਲ ਪ੍ਰੋਡਕਟ ਨੇ ਉਹਦੇ ਵਿੱਚ ਪ੍ਰਵੇਸ਼ ਕਰ ਜਾਓਗੇ। ਗੋ ਟੂ ਗੂਗਲ ਪ੍ਰੋਡਕਟ ਐਂਡ ਚੂਜ਼ ਮੋਰ ਗੂਗਲ ਪ੍ਰੋਡਕਟ, ਗੋ ਟੂ ਬਾਟਮ ਐਟ ਦਿਸ ਪੇਜ, ਸਿਲੈਕਟ ਗੂਗਲ ਫਾਰਮ। ਇਹਦੇ ਵਿੱਚੋਂ ਗੂਗਲ ਫਾਰਮ ਸਿਲੈਕਟ ਕਰ ਲੈਣਾ। ਜਦੋਂ ਤੁਸੀਂ ਗੂਗਲ ਫਾਰਮ ਸਿਲੈਕਟ ਕਰ ਲਓਗੇ ਤੇ 2 ਆਪਸ਼ਨਸ ਅਪੀਅਰ ਹੋਣਗੀਆਂ। ਨੰਬਰ 1 ਪਰਸਨਲ ਗੂਗਲ ਤੇ ਬਿਜ਼ਨਸ ਗੂਗਲ। ਨੈਕਸਟ ਪਲੀਜ਼। ਹਾਂ, ਸਿਲੈਕਟ ਗੂਗਲ ਫਾਰਮ। ਇਹਦੇ ਵਿੱਚੋਂ ਆਪਾਂ ਪਰਸਨਲ ਗੂਗਲ ਫਾਰਮ ਨੂੰ ਸਿਲੈਕਟ ਕਰਨਾ। ਪਲੀਜ਼ ਜਿਹਨੂੰ ਗੂਗਲ ਫਾਰਮ ਨਹੀਂ ਤਿਆਰ ਕਰਨਾ ਹੁੰਦਾ ਤੁਸੀਂ ਉਹ ਹਿੰਟ ਲੈ ਸਕਦੇ ਹੋ ਮੇਰੇ ਤੋਂ। ਇੱਥੋਂ ਆਪਾਂ ਗੂਗਲ ਫਾਰਮ, ਪਰਸਨਲ ਗੂਗਲ ਫਾਰਮ ਨੂੰ ਕਲਿੱਕ ਕਰਨਾ। ਪਲੀਜ਼ ਨੈਕਸਟ। ਹਾਂਜੀ, ਸਿਲੈਕਟ ਨਿਊ ਫਾਰਮ। ਜਦੋਂ ਤੁਸੀਂ ਪਰਸਨਲ ਗੂਗਲ ਫਾਰਮ ਨੂੰ ਸਿਲੈਕਟ ਕਰੋਗੇ ਉਹਦੇ ਵਿੱਚ ਇੱਕ ਆਪਸ਼ਨ ਆਏਗੀ ਨਿਊ ਫਾਰਮ। ਨੈਕਸਟ ਪਲੀਜ਼। ਜਦੋਂ ਨਿਊ ਫਾਰਮ ਕਲਿੱਕ ਕਰੋਗੇ ਇੱਕ ਬਲੈਂਕ ਗੂਗਲ ਫਾਰਮ ਤੁਹਾਡੀ ਸਕਰੀਨ ਤੇ ਡਿਸਪਲੇ ਹੋਏਗਾ ਤੇ ਉਹਦੇ ਵਿੱਚ ਤੁਸੀਂ ਆਪਣੇ ਫੀਲਡ ਮੁਤਾਬਕ, ਤੁਹਾਡੀ ਰਿਕੁਆਇਰਮੈਂਟ ਦੇ ਮੁਤਾਬਕ ਤੁਸੀਂ ਆਪਣੇ ਫੀਲਡ ਫਿਲ ਅਪ ਕਰ ਸਕਦੇ ਹੋ। ਜਿਸ ਤਰ੍ਹਾਂ ਮੈਂ EMPLOYER ਕੰਪਨੀ ਰਜਿਸਟ੍ਰੇਸ਼ਨ ਫਾਰਮ ਕ੍ਰੀਏਟ ਕੀਤਾ, ਇੱਕ ਕੈਂਡੀਡੇਟ ਰਜਿਸਟ੍ਰੇਸ਼ਨ ਫਾਰਮ ਕ੍ਰੀਏਟ ਕੀਤਾ। ਇਸੇ ਤਰ੍ਹਾਂ ਤੁਸੀਂ ਤੁਹਾਡੇ ਆਪਣੇ ਇੰਸਟੀਚਿਊਟ ਦਾ ਹੈਡ ਚੇਂਜ ਕਰ ਸਕਦੇ ਹੋ। ਜਿਸ ਤਰ੍ਹਾਂ ਗਵਰਨਮੈਂਟ ITI ਗਿੱਲੋੜ ਲੁਧਿਆਣੇ ਦਾ ਹੈਡ ਲਾਇਆ ਮੈਂ, ਇਸੇ ਤਰ੍ਹਾਂ ਤੁਸੀਂ ਆਪਦਾ ਹੈਡ ਯੂਜ਼ ਕਰਕੇ ਆਪਣੇ ਗੂਗਲ ਫਾਰਮ ਕ੍ਰੀਏਟ ਕਰ ਸਕਦੇ ਹੋ। ਨੋਡਲ ਪੱਧਰ ਤੇ ਵੀ ਤੁਸੀਂ ਆਪਦੇ ਕ੍ਰੀਏਟ ਕਰ ਸਕਦੇ ਹੋ। ਜਿਸ ਤਰ੍ਹਾਂ ਲੁਧਿਆਣੇ ਨੇ ਬਣਾਇਆ, ਇਸ ਤਰ੍ਹਾਂ ਅੰਮ੍ਰਿਤਸਰ, ਰੋਪੜ, ਬਠਿੰਡਾ ਆਪਦੇ ਨੋਡਲ ਦਾ ਤੁਸੀਂ ਇੱਕ ਗੂਗਲ ਫਾਰਮ ਡਿਵੈਲਪ ਕਰ ਸਕਦੇ ਹੋ। ਨੈਕਸਟ ਪਲੀਜ਼। ਉਸ ਤੋਂ ਬਾਅਦ ਤੁਸੀਂ ਓਪਨ ਵਿਊ ਰਿਸਪੌਂਸ ਇਨ ਗੂਗਲ ਸ਼ੀਟ। ਇੱਕ ਰਿਸਪੌਂਸ ਵਿਊ ਦੇ ਵਿੱਚ ਤੁਸੀਂ ਕਲਿੱਕ ਕਰਨਾ, ਮੋਡ ਰਿਸਪੌਂਸ ਮੋਡ ਦੇ ਵਿੱਚ। ਉੱਥੇ ਇੱਕ ਗੂਗਲ ਸ਼ੀਟ ਤੁਹਾਨੂੰ ਨਜ਼ਰ ਆਏਗੀ। ਉਹਦੇ ਵਿੱਚ ਤੁਸੀਂ ਜਿਸ ਗੂਗਲ ਸ਼ੀਟ ਦਾ ਨਾਮ ਵੀ ਚੇਂਜ ਕਰ ਸਕਦੇ ਹੋ ਆਪਦੇ ਮੁਤਾਬਕ। ਤੁਸੀਂ ਉਸ ਦੇ ਨਾਲ ਰਿਲੇਟਡ ਨਾਲ ਗੂਗਲ ਸ਼ੀਟ ਦਾ ਨੇਮ ਚੇਂਜ ਕਰਕੇ ਉਹਦੇ ਵਿੱਚ ਜਿਹੜੀ ਐਕਸਲ ਫਾਰਮੈਟ ਦੇ ਵਿੱਚ ਤੁਹਾਡਾ ਜਿਹੜਾ ਡਾਟਾ ਉਹ ਸੇਵ ਹੁੰਦਾ ਰਹੂਗਾ। ਗੋ ਟੂ ਸੈਟਿੰਗ ਐਂਡ ਟਾਈਪ ਕਨਫਰਮੇਸ਼ਨ ਮੈਸੇਜ ਇਨ ਪ੍ਰੈਜੈਂਟੇਸ਼ਨ ਮੋਡ। ਪ੍ਰੈਜੈਂਟੇਸ਼ਨ ਮੋਡ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਫਾਰਮ ਸਬਮਿਟ ਕਰਦੇ ਹੋ, ਲਾਸਟ ਦੇ ਵਿੱਚ ਕਨਫਰਮੇਸ਼ਨ ਆਉਂਦੀ ਆ, ਉਹ ਤੁਸੀਂ ਇੱਥੇ ਡਿਸਪਲੇ ਕਰ ਸਕਦੇ ਹੋ, ਟਾਈਪ ਕਰ ਸਕਦੇ ਹੋ ਉਹਦੇ ਵਿੱਚ ਜਾ ਕੇ। ਦੈਨ ਗੋ ਟੂ ਸੈਂਡ ਆਪਸ਼ਨ। ਇੱਕ ਰਾਈਟ ਸਾਈਡ ਤੇ ਸੈਂਡ ਆਪਸ਼ਨ ਆਉਂਦੀ ਆ, ਉੱਥੇ ਤੁਸੀਂ ਇੱਕ ਗੂਗਲ ਲਿੰਕ ਨੂੰ ਜਨਰੇਟ ਕਰ ਸਕਦੇ ਹੋ। ਗੂਗਲ ਲਿੰਕ ਨੂੰ ਜਨਰੇਟ ਕਰਕੇ ਉਹਨੂੰ ਕਾਪੀ ਕਰੋ, ਕਾਪੀ ਕਰਕੇ ਤੁਸੀਂ ਆਪਣੇ
ਉਹਨੂੰ ਆਪਣੀ ਵਰਤੋਂ ਵਿੱਚ ਲਿਆ ਸਕਦੇ ਹੋ। ਤੁਸੀਂ ਇੱਕ ਪੈਂਫਲੇਟ ਦੇ ਵਿੱਚ ਉਹਨੂੰ ਪੁੱਟ ਕਰਕੇ ਪਬਲਿਸ਼ ਕਰ ਸਕਦੇ ਹੋ। ਆਲ ਪ੍ਰੋਸੈਸ ਆਟੋਮੈਟਿਕਲੀ ਸੇਵਡ ਇਨ ਡਰਾਈਵ, ਸਾਰਾ ਪ੍ਰੋਸੈਸ ਜਿਹੜਾ ਉਹ ਆਟੋਮੈਟਿਕਲੀ ਸੇਵ ਹੁੰਦਾ ਰਹੇਗਾ। ਨੈਕਸਟ ਪਲੀਜ਼। ਅਸੀਂ 2 ਲਿੰਕ ਡਿਵੈਲਪ ਕੀਤੇ ਨੇ, ਇੱਕ EMPLOYER ਲਿੰਕ ਤੇ ਕੈਂਡੀਡੇਟ ਲਿੰਕ। EMPLOYER ਲਿੰਕ ਅਸੀਂ 1 ਜੂਨ ਨੂੰ ਲਾਂਚ ਕੀਤਾ ਸੀਗਾ, ਜਿਹੜਾ 135 ਫਰਮਾਂ ਜਿਹੜੀਆਂ ਸਾਡੀਆਂ ਰਜਿਸਟਰਡ ਹੋਈਆਂ ਨੇ, ਤਕਰੀਬਨ 2200 ਵੈਕੈਂਸੀਜ਼ ਸਾਨੂੰ ਪ੍ਰਾਪਤ ਹੋਈਆਂ ਨੇ। ਉਹਦੇ ਅਗੇਂਸਟ ਸਾਡੇ ਜਿਹੜੇ ਕੈਂਡੀਡੇਟ ਨੇ ਉਹ 3200 ਕੈਂਡੀਡੇਟ ਜਿਹੜਾ ਉਹ ਰਜਿਸਟਰਡ ਹੋਇਆ। ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਵੀ ਇਸ ਲਿੰਕ ਦੇ ਵਿੱਚ ਰਾਜਸਥਾਨ, ਹਰਿਆਣਾ, ਹਿਮਾਚਲ, ਜੰਮੂ ਕਸ਼ਮੀਰ ਤੇ ਪੰਜਾਬ ਦੇ ਬੱਚਿਆਂ ਨੇ ਵੀ ਰਜਿਸਟਰ ਕੀਤਾ ਹੈਗਾ। ਤੇ ਅਸੀਂ ਇਹ ਜਿਹੜਾ ਪੂਰੇ ਪੰਜਾਬ ਦੇ ਵਿੱਚ ਸਾਡਾ ਲਿੰਕ ਪਬਲਿਸ਼ ਹੋਇਆ ਤੇ ਬਹੁਤ ਬੱਚਿਆਂ ਨੇ ਜਿਹੜਾ ਬੈਨੀਫਿਟ ਲੈਣ ਲਈ ਆਪਣਾ ਅਪਲਾਈ ਕੀਤਾ ਹੈਗਾ। ਅਸੀਂ ਜਿਹਨੂੰ ਸਕਸੈਸਫੁਲੀ ਅੱਗੇ ਪਰਸੂ ਕਰ ਰਹੇ ਹਾਂ। ਨੈਕਸਟ ਪਲੀਜ਼। ਕੈਂਡੀਡੇਟ ਰਜਿਸਟ੍ਰੇਸ਼ਨ। ਕੈਂਡੀਡੇਟ ਰਜਿਸਟ੍ਰੇਸ਼ਨ ਜਿਸ ਤਰ੍ਹਾਂ ਅਸੀਂ ਇੱਕ ਲਿੰਕ ਡਿਵੈਲਪ ਕੀਤਾ, ਲਿੰਕ ਨੂੰ ਅਸੀਂ ਬੱਚਿਆਂ ਦੇ WhatsApp ਗਰੁੱਪ ਤੇ, ਸਟਾਫ ਦੇ WhatsApp ਗਰੁੱਪ ਤੇ, ਨੋਡਲ ਵਾਈਜ਼, ਸਟੇਟ ਵਾਈਜ਼ ਸਾਰੀਆਂ ITA ਨੂੰ ਅਸੀਂ ਸੈਂਡ ਕੀਤਾ ਤਾਂ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਆ ਆਪਣਾ ਬਾਇਓਡਾਟਾ ਫਿਲ ਕਰਕੇ ਇਸ ਰੋਜ਼ਗਾਰ ਮੇਲੇ ਦਾ, ਵਰਚੁਅਲ ਰੋਜ਼ਗਾਰ ਮੇਲੇ ਦਾ ਜਿਹੜਾ ਬੈਨੀਫਿਟ ਲੈ ਸਕਣ। ਨੈਕਸਟ ਪਲੀਜ਼। ਇਸ ਤਰ੍ਹਾਂ ਇੰਡਸਟਰੀ ਰਜਿਸਟ੍ਰੇਸ਼ਨ ਗੂਗਲ ਫਾਰਮ ਬਣਾਇਆ, ਲਿੰਕ ਬਣਾਇਆ ਅਸੀਂ। ਉਹਦੇ ਵਿੱਚ ਅਸੀਂ ਵੱਖ-ਵੱਖ ਇੰਡਸਟਰੀ ਨੂੰ ਜਿਹੜਾ ਇਹ ਲਿੰਕ ਭੇਜਿਆ ਤੇ ਇੰਡਸਟਰੀ ਨੇ ਆਪਣੇ ਪੱਧਰ ਤੇ ਜਿਹੜਾ ਇਹ ਲਿੰਕ ਖੋਲ ਕੇ ਆਪਣਾ ਜਿਹੜਾ ਡਾਟਾ ਫਿਲ ਕੀਤਾ। ਮੈਨੂੰ ਕੁਝ ਦੇਖਣ ਨੂੰ ਮਿਲਿਆ, ਕੁਝ ਇੰਡਸਟਰੀ ਲਿਸਟ ਜਿਹੜੇ ਨੇ ਉਹ ਲੇਜ਼ੀ ਹੁੰਦੇ ਨੇ, ਕੁਝ ਜਿਹੜੇ ਨਹੀਂ ਭਰਨਾ ਚਾਹੁੰਦੇ ਜਾਂ ਕੁਝ ਕਿਸੇ ਕੋਲ ਟਾਈਮ ਨਹੀਂ ਹੁੰਦਾ ਜਾਂ ਇੰਨੇ ਬਿਜ਼ੀ ਹੁੰਦੇ ਨੇ ਉਹਨਾਂ ਕੋਲ ਟਾਈਮ ਨਹੀਂ ਤੇ ਉਹ ਫਰਦਰ ਕਿਸੇ ਤੋਂ ਭਰਾਉਂਦੇ ਨੇ। ਤੇ ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਵੀ ਖੁਦ ਇੰਡਸਟਰੀ ਲਿਸਟ EMPLOYER ਆਪ ਭਰਨ ਤਾਂ ਕਿ ਉਹਨਾਂ ਨੂੰ ਇਹ ਪਤਾ ਲੱਗੇ ਵੀ ਮੈਂ ਜਿਹੜੀ ਡਿਮਾਂਡ ਦਿੱਤੀ ਆ ਉਹਦੇ ਮੁਤਾਬਕ ਅਸੀਂ ਫਿਰ ਮੁੜ ਕੇ ਇੰਟਰਵਿਊ ਵੀ ਆਯੋਜਿਤ ਕਰਨੀ ਹੁੰਦੀ ਆ। ਇਸ ਕਰਕੇ ਇੰਡਸਟਰੀ ਲਿਸਟ ਦਾ ਖੁਦ ਜਿਹੜਾ ਲਿੰਕ ਰਾਹੀਂ ਆਪਣਾ ਜਿਹੜਾ ਡਾਟਾ ਭਰਨਾ ਜ਼ਰੂਰੀ ਸਮਝਿਆ ਜਾਵੇ। ਨੈਕਸਟ ਪਲੀਜ਼। ਇਹ ਸਾਰਾ ਜਦੋਂ ਆਪਾਂ ਇੰਡਸਟਰੀ ਲਿਸਟ ਤੇ ਕੈਂਡੀਡੇਟ ਦੇ ਲਿੰਕ ਰਾਹੀਂ ਡਾਟਾ ਪ੍ਰਾਪਤ ਕਰ ਲੈਂਦੇ ਆ, ਸਾਡੇ ਕੋਲ ਅਲੱਗ-ਅਲੱਗ ਇੱਕ ਐਕਸਲ ਫਾਰਮੈਟ ਦੇ ਵਿੱਚ 2 ਸ਼ੀਟਾਂ ਪ੍ਰਾਪਤ ਹੋ ਜਾਂਦੀਆਂ ਨੇ। ਜਿਸ ਤਰ੍ਹਾਂ ਇੱਕ EMPLOYER ਦਾ ਡਾਟਾ ਆ ਜਾਂਦਾ, ਦੂਜੇ ਪਾਸੇ ਕੈਂਡੀਡੇਟ ਦਾ ਡਾਟਾ ਆ ਜਾਂਦਾ। ਉਹਨਾਂ ਨੂੰ ਮੈਨੀਪੂਲੇਟ ਕਰਨ ਵਾਸਤੇ, ਕੰਪਾਈਲ ਕਰਨ ਵਾਸਤੇ ਅਸੀਂ ਆਪਣੇ ਸੰਸਥਾ ਪੱਧਰ ਤੇ ਇੱਕ MIS ਸੈੱਲ ਤਿਆਰ ਕੀਤਾ, ਜਿਹਦੇ ਵਿੱਚ ਇੱਕ ਗਰੁੱਪ ਇੰਸਟ੍ਰਕਟਰ, 3 ਕੰਪਿਊਟਰ ਮਾਹਰ ਇੰਸਟ੍ਰਕਟਰ ਲਗਾਏ ਨੇ ਜੋ ਇੰਡਸਟਰੀ ਦੇ ਜਿਹੜੇ ਉਹਦੀਆਂ ਵੈਕੈਂਸੀਆਂ ਨੇ ਉਹਨਾਂ ਨੂੰ ਇੰਡਸਟਰੀ ਵਾਈਜ਼, ਟ੍ਰੇਡ ਵਾਈਜ਼ ਸੈਗਰੀਗੇਟ ਕਰਦੇ ਨੇ। ਤੇ ਜਿਸ ਤਰ੍ਹਾਂ ਬਿਲਡਰ, ਟਰਨਰ, ਮਸ਼ੀਨਿਸਟ, ਕਿਸੇ ਇੰਡਸਟਰੀ ਨੂੰ ਬਿਲਡਰ ਚਾਹੀਦਾ, ਕਿਸੇ ਨੂੰ ਟਰਨਰ ਚਾਹੀਦਾ, ਮਸ਼ੀਨਿਸਟ, ਉਹਨਾਂ ਨੂੰ ਅਸੀਂ ਟ੍ਰੇਡ ਵਾਈਜ਼ ਵਿਦ ਇੰਡਸਟਰੀ ਸੈਗਰੀਗੇਟ ਕੀਤਾ। ਇਸੇ ਤਰ੍ਹਾਂ ਜਿਹੜੀ ਕੈਂਡੀਡੇਟ ਦੀ ਐਕਸਲ ਫਾਰਮੈਟ ਆ ਸਾਡਾ, ਉਹ ਅਸੀਂ ਟ੍ਰੇਡ ਵਾਈਜ਼ ਤੇ IT ਵਾਈਜ਼ ਨੂੰ ਸੈਗਰੀਗੇਟ ਕਰਕੇ ਅਸੀਂ 20 ਦੇ ਬੱਚਿਆਂ ਦੇ ਸੈੱਟ ਬਣਾਏ ਨੇ ਤਾਂ ਕਿ ਅੱਗੇ ਅਸੀਂ ਉਹਨੂੰ ਈਜ਼ੀਲੀ ਭੇਜ ਸਕੀਏ। ਜਿਹੜੇ ਇਹ ਸੈਗਰੀਗੇਟ ਕਰਕੇ ਲਿਸਟਾਂ ਨੇ ਟ੍ਰੇਡ ਵਾਈਜ਼, ਉਹ ਫਰਦਰ ਅੱਗੇ ਅਸੀਂ ਜਿਹੜੀ ਵਰਕਿੰਗ ਇੰਚਾਰਜ ਟੀਮਾਂ ਨੇ ਉਹਨਾਂ ਨੂੰ ਦਿੱਤਾ ਹੈਗਾ। ਮੈਂ ਦੱਸਦਾ ਅੱਗੇ ਅਸੀਂ ਟੀਮਾਂ ਕਿਸ ਤਰ੍ਹਾਂ ਬਣਾਈਆਂ ਨੇ। ਨੈਕਸਟ ਪਲੀਜ਼। MIS ਦੇ ਜਿਹੜਾ ਕੰਮ ਆ ਉਹਦਾ ਕੰਮ ਆ ਸੈਗਰੀਗੇਟ ਕਰਨਾ ਤੇ ਉਹਨੂੰ ਟ੍ਰੇਡ ਵਾਈਜ਼, ਡਿਮਾਂਡ ਵਾਈਜ਼ ਜਾਂ ਸਟੂਡੈਂਟ ਵਾਈਜ਼ ਸੈਗਰੀਗੇਟ ਕਰਤਾ। ਉਸ ਤੋਂ ਬਾਅਦ ਅਸੀਂ ਸੰਸਥਾ ਪੱਧਰ ਤੇ ਟੀਮ ਇੰਚਾਰਜ ਲਾਏ ਨੇ ਤੇ ਕੋਆਰਡੀਨੇਟਰ ਲਾਏ ਨੇ। ਮੈਂ ਐਗਜ਼ਾਮਪਲ ਦੇ ਤੌਰ ਤੇ ਦੱਸ ਦਵਾਂ, ਜਿਸ ਤਰ੍ਹਾਂ ਬਿਲਡਰ ਦੇ ਸਾਡੇ ਕੋਲ 100 ਬੱਚਿਆਂ ਨੇ ਅਪਲਾਈ ਕੀਤਾ ਤੇ ਅਸੀਂ ਉਹਨਾਂ ਦੇ ਇੱਕ GI, ਇੱਕ ਟ੍ਰੇਡ ਤੇ ਇੱਕ GI ਲਾਇਆ ਤੇ ਨਾਲ 100 ਦੇ ਵਿੱਚ 5 ਇੰਸਟ੍ਰਕਟਰ ਲੱਗਣਗੇ ਕਿਉਂਕਿ ਹਰੇਕ ਇੰਸਟ੍ਰਕਟਰ ਦੀ ਰਿਸਪੌਂਸਿਬਿਲਿਟੀ ਫਿਕਸ ਕੀਤੀ ਅਸੀਂ ਵੀ 20 ਬੱਚਿਆਂ ਤੋਂ ਵੱਧ ਨਹੀਂ ਕਰਨਾ, ਤੂੰ 20 ਦੀ ਰਿਸਪੌਂਸਿਬਿਲਿਟੀ ਆ, 20 ਬੱਚਿਆਂ ਦੀ ਇੰਟਰਵਿਊ ਕਰਵਾਉਣੀ ਆ, 20 ਬੱਚਿਆਂ ਨਾਲ ਤਾਲਮੇਲ ਕਰਨਾ ਤੇ 20 ਬੱਚਿਆਂ ਦੀ ਸਿਲੈਕਸ਼ਨ ਤੇ ਅਪਾਇੰਟਮੈਂਟ ਲੈਟਰ ਤੱਕ ਉਹਦੇ ਆਪਦੀ ਖੁਦ ਦੀ ਰਿਸਪੌਂਸਿਬਿਲਿਟੀ ਹੋਏਗੀ ਤਾਂ ਕਿ ਇੰਸਟ੍ਰਕਟਰ ਤੇ ਵੀ ਬਰਡਨ ਨਾ ਪਵੇ ਤੇ ਜਿਹੜਾ ਕੰਮ ਵੀ ਉਹ ਸਹੀ ਤਰੀਕੇ ਨਾਲ ਚੱਲ ਸਕੇ। ਤੇ ਮੇਰੇ ਖਿਆਲ 'ਚ ਇਹ ਸਟ੍ਰੈਟਜੀ ਜਿਹੜੀ ਆ ਇਹ ਸਾਰਿਆਂ ਨੂੰ ਸਮਝ ਲੱਗੀ ਹੋਣੀ ਆ। ਟੀਮ ਇੰਚਾਰਜ ਬਣਾਏ ਨੇ ਤੇ ਕੋਆਰਡੀਨੇਟਰ। ਜਿਸ ਤਰ੍ਹਾਂ 100 ਬੱਚਾ, ਮੈਂ ਐਗਜ਼ਾਮਪਲ ਦੇ ਤੌਰ ਤੇ ਰਿਪੀਟ ਕਰ ਦਵਾਂ, 100 ਬੱਚੇ ਨੂੰ ਅਸੀਂ 20 ਚ 5 ਇੰਸਟ੍ਰਕਟਰਾਂ ਨੂੰ ਵੰਡਤਾ, ਉਹਦੇ ਤੇ ਇੱਕ ਟੀਮ ਇੰਚਾਰਜ GI ਲੈਵਲ ਦਾ ਅਧਿਕਾਰੀ ਲਾਇਆ ਅਸੀਂ ਤੇ ਤਾਂ ਕਿ ਉਹਨੂੰ ਪ੍ਰੋਪਰ ਵਾਚ ਕਰ ਸਕੇ ਤੇ ਇਸੇ ਤਰ੍ਹਾਂ ਉਹਦੀ ਰਿਸਪੌਂਸਿਬਿਲਿਟੀ ਹੋਏਗੀ ਤੇ ਸਿਲੈਕਸ਼ਨ ਤੱਕ ਉਸ 20 ਬੱਚਿਆਂ ਦੇ ਨਾਲ ਟੱਚ ਰਹਿਣਾ। ਨੈਕਸਟ ਪਲੀਜ਼।
ਅੱਗੇ ਅਸੀਂ ਮੋਨੀਟਰਿੰਗ ਸੈੱਲ ਬਣਾਇਆ ਹੈ। ਮੋਨੀਟਰਿੰਗ ਸੈੱਲ ਦਾ ਕੰਮ ਆ, ਜਿਹੜੇ ਟੀਮ ਇੰਚਾਰਜ ਨੇ, ਕੋਆਰਡੀਨੇਟਰ ਨੇ, ਉਹਨਾਂ ਤੋਂ ਡੇਲੀ ਜਿਹੜਾ ਸ਼ਡਿਊਲ ਮੁਤਾਬਕ ਇੰਟਰਵਿਊ ਚੱਲਦੀ ਪਈ ਆ, ਉਹਦੇ ਵਿੱਚ ਕਿੰਨੇ ਜਿਹੜੇ ਕੈਂਡੀਡੇਟ ਨੇ ਸਿਲੈਕਟ ਕੀਤੇ ਗਏ ਨੇ, ਕਿਹੜੀ ਇੰਡਸਟਰੀ ਵਿੱਚ ਸਿਲੈਕਟ ਕੀਤੇ ਗਏ ਨੇ ਤੇ ਕਿਹੜੀ ਟ੍ਰੇਡ ਦੇ ਸਿਲੈਕਟ ਕੀਤੇ ਗਏ ਨੇ, ਉਹ ਸਾਰਾ ਮੋਨੀਟਰਿੰਗ ਸੈੱਲ ਦਾ ਕੰਮ ਆ। ਉਹ ਡੇਲੀ ਰਿਪੋਰਟ ਲੈ ਕੇ ਉਹਨਾਂ ਨੇ ਇੱਕ ਗੂਗਲ ਫਾਰਮ ਡਿਵੈਲਪ ਕੀਤਾ ਹੋਇਆ। ਹਰੇਕ ਟੀਮ ਇੰਚਾਰਜ ਦੀ ਰਿਸਪੌਂਸਿਬਿਲਟੀ ਆ ਮੋਨੀਟਰਿੰਗ ਸੈੱਲ ਦੇ ਗੂਗਲ ਫਾਰਮ ਤੇ ਡੇਲੀ ਜੋ ਤੁਸੀਂ ਅੱਜ ਇੰਟਰਵਿਊ ਦੇ ਵਿੱਚ ਸਿਲੈਕਸ਼ਨ ਹੋਈ ਆ, ਉਹ ਗੂਗਲ ਫਾਰਮ ਤੇ ਫਿਲ ਕਰਨੀ ਜ਼ਰੂਰੀ ਆ, ਕਿਉਂਕਿ ਉਹ ਡਾਟਾ ਸਾਰਾ ਮੋਨੀਟਰਿੰਗ ਸੈੱਲ ਦੇ ਇੰਚਾਰਜ ਕੋਲ ਪਹੁੰਚੇਗਾ ਤੇ ਮੋਨੀਟਰਿੰਗ ਸੈੱਲ ਦੀ ਰਿਸਪੌਂਸਿਬਿਲਟੀ ਆ ਤੇ ਉਹ ਸਾਰਾ ਡਾਟਾ ਪ੍ਰਿੰਸੀਪਲ ਆਫਿਸ ਦੇ ਵਿੱਚ ਜਾ ਕੇ ਤੇ ਜਮ੍ਹਾਂ ਕਰਾਉਣਾ ਤੇ ਉਹਨੂੰ ਕੰਪਾਈਲ ਕਰਕੇ ਰਿਕਾਰਡ ਦੇ ਤੌਰ ਤੇ ਰੱਖਣਾ। ਪ੍ਰਿੰਸੀਪਲ ਸਾਹਿਬ ਇੱਕ ਮਿੰਟ ਲਈ ਕੁਝ ਕਹਿਣਾ ਚਾਹੁੰਦੇ ਨੇ ਮੈਂ। ਹਾਂਜੀ ਧਵਨ ਸਾਹਿਬ ਸੁਣ ਰਹੇ ਹੋ ਜੀ? ਹਾਂਜੀ ਸਰ, ਕੱਲ ਦੀ ਤਕਰੀਬਨ 7 ਵਜੇ ਦੀ ਇਹ ਹੈ ਮੈਟਰ ਜੋ ਮੈਂ ਦੱਸਣ ਜਾ ਰਿਹਾ। ਮਾਨਯੋਗ ਪ੍ਰਮੁੱਖ ਸਕੱਤਰ ਜੀ ਨੇ ਮੈਸੇਜ ਪਾਇਆ ਵੀ ਕਿੰਨੇ ਬੱਚੇ ਸਿਲੈਕਟ ਹੋ ਗਏ। ਜੇ ਮੇਰਾ ਮੋਨੀਟਰਿੰਗ ਸੈੱਲ ITI ਲੁਧਿਆਣੇ ਦਾ ਇੱਕ ਪ੍ਰੋਪਰ ਤਿਆਰ ਸੀ ਤੇ ਡੇਲੀ ਐਕਸਲ ਸ਼ੀਟ ਤਿਆਰ ਹੁੰਦੀ ਸੀ ਤੇ ਵਿਦਨ 10 ਮਿੰਟਸ ਕੱਲ ਦੀ ਰਿਪੋਰਟ ਪਾ ਕੇ ਗੂਗਲ ਦੀ ਐਕਸਲ ਸ਼ੀਟ ਦੇ ਵਿੱਚ ਮੈਂ ਰਿਕਾਰਡ ਦੇ ਸਕਿਆ। ਉਹਦਾ ਬਹੁਤ ਜ਼ਿਆਦਾ ਫਾਇਦਾ ਕਿ ਮੈਨੂੰ ਕੋਈ ਇੱਧਰ ਉੱਧਰ ਭੱਜ ਨੱਠ ਨਹੀਂ ਕਰਨੀ ਪਈ ਰਿਕਾਰਡ ਨੂੰ ਤਿਆਰ ਕਰਨ ਦੇ ਲਈ। ਤੇ ਡੇਲੀ ਸਾਰੀ ਸ਼ੇਅਰ ਕਰੋ ਇੱਥੇ ਸਕਰੀਨ ਸ਼ੇਅਰ ਕਰੋ ਉਹਦੀ ਹੋਈ ਸਕਰੀਨ। ਬਲਜਿੰਦਰ ਕਰ ਦਿਓ। ਬਲਜਿੰਦਰ ਜੀ ਇੱਕ ਇਹ ਸ਼ੇਅਰ ਕਰ ਦਿਓ ਕਿ ਜਿਹੜੀ ਤੁਸੀਂ ਹੁਣ ਤੱਕ ਦੀ ਰਿਪੋਰਟ ਹੈ, ਇੱਕ ਮੈਂ ਚਾਹਾਂਗਾ ਤੁਸੀਂ ਸ਼ੇਅਰ ਕਰ ਦਿਓ। ਤੁਸੀਂ ਜਿੱਥੇ ਵੀ WhatsApp ਕੀਤਾ ਸਕਰੀਨ ਸ਼ੇਅਰ ਕਰਕੇ ਉਹਨੂੰ WhatsApp ਸ਼ੇਅਰ ਕਰ ਦਿਓ ਕਿ ਕਿੰਨੀਆਂ ਵੈਕੈਂਸੀਜ਼ ਤੁਸੀਂ ਚਾਕ ਡਾਊਨ ਕੀਤੀਆਂ ਔਰ ਕਿਹੜੀ ਇੰਡਸਟਰੀ 'ਚ ਕੀਤੀਆਂ, ਉਹਦੀ ਜਿਹੜੀ ਡਿਟੇਲ ਤੁਸੀਂ ਬਣਾਈ ਹੋਈ ਹੈ ਉਹ ਵੀ ਸ਼ੇਅਰ ਕਰ ਦਿਓ। ਨਹੀਂ ਤੇ ਰਕੇਸ਼ ਜੀ ਨੂੰ WhatsApp ਕਰ ਦਿਓ, ਰਕੇਸ਼ ਜੀ ਸ਼ੇਅਰ ਕਰ ਦੇਣਗੇ। ਮੈਨੂੰ ਇੱਥੇ ਸਟਾਪ ਕਰ। ਹਾਂਜੀ ਤੁਸੀਂ WhatsApp ਕਰ ਦਿਓ, ਰਕੇਸ਼ ਜੀ ਨੂੰ WhatsApp ਕਰ ਦਿਓ। ਹਾਂ ਨੈਕਸਟ ਪਲੀਜ਼। ਹਾਂਜੀ ਇੱਕ ਉਸ ਤੋਂ ਬਾਅਦ ਕਰ ਦਾਂਗੇ ਸਰ, ਇੱਕ ਕਰਕੇ ਨਾ ਜੀ। ਹਾਂਜੀ ਦੇਖੋ ਸਰ, ਇੱਕ ਸਕਸੈਸ ਕੀਜ਼ ਆਫ ਵਰਚੁਅਲ ਜੌਬ ਫੇਅਰ ਵਿੱਚ 3 ਸਟੈਪ ਨੇ। ਸਭ ਤੋਂ ਪਹਿਲਾ ਸਟੈਪ ਹੈਗਾ ਸੌਰਟ ਆਊਟ ਇੰਡਸਟਰੀ ਆਫ ਫਾਰ ਪ੍ਰੈਪਰੇਸ਼ਨ ਆਫ ਡੇਲੀ ਸ਼ਡਿਊਲ। ਅਸੀਂ ਇੰਡਸਟਰੀ ਨੂੰ ਸੌਰਟ ਆਊਟ ਕਰਦੇ ਹਾਂ ਤੇ ਇੱਕ ਸ਼ਡਿਊਲ ਦੀ ਪ੍ਰੈਪਰੇਸ਼ਨ ਕਰਦੇ ਹਾਂ ਵੀ ਅੱਜ ਕਿਸ ਇੰਡਸਟਰੀ ਦੀ ਜਿਹੜੀ ਇੰਟਰਵਿਊ ਕੰਡਕਟ ਕੀਤੀ ਜਾਣੀ ਆ। prepare list of needy and unemployed candidates। ਫਿਰ ਅਸੀਂ ਜਿਹੜੇ ਅਨਪਲਾਇਡ ਤੇ ਨੀਡੀ ਕੈਂਡੀਡੇਟ ਨੇ, ਸਾਡੇ ਕੋਲ ਰਜਿਸਟਰਡ ਕੈਂਡੀਡੇਟ ਨੇ, ਉਹਨਾਂ ਦੀ ਲਿਸਟ ਪ੍ਰਪੇਅਰ ਕਰਦੇ ਹਾਂ। ਤੀਜਾ ਸਟੈਪ ਹੈ ਇੰਟਰਫੇਸ ਕਰਾਉਣਾ, ਇੰਟਰਵਿਊ ਕਰਵਾਉਣਾ। ਇੰਟਰਫੇਸ ਬੋਥ ਇੰਡਸਟਰੀ ਐਂਡ ਕੈਂਡੀਡੇਟਸ ਥਰੂ ਜ਼ੂਮ ਐਪ, ਗੂਗਲ ਮੀਟ ਜਾਂ WhatsApp ਬਾਈ ਵੀਡੀਓ ਕਾਨਫਰੰਸ। ਇਹ ਸਾਡੀ ਸਕਸੈਸ ਕੀਜ਼ ਆਫ ਵਰਚੁਅਲ ਜੌਬ ਫੇਅਰ ਨੇ। ਨੈਕਸਟ ਪਲੀਜ਼। ਅਗਲੀ ਸਲਾਈਡ ਦੱਸ ਦਿਓ। what is the technology requirement for interview। ਇਸ ਇੰਟਰਵਿਊ ਵਾਸਤੇ ਅਸੀਂ ਕਿਹੜੀ ਟੈਕਨੋਲੋਜੀ ਸਾਨੂੰ ਲੋੜ ਹੈਗੀ ਆ ਤੇ ਸਭ ਤੋਂ ਪਹਿਲਾਂ ਸਾਨੂੰ ਲੈਪਟਾਪ ਜਾਂ PC ਚਾਹੀਦਾ ਜਾਂ ਗੁੱਡ ਮੋਬਾਈਲ ਵਿਦ ਹਾਈ ਕੈਮਰਾ, ਇੰਟਰਨੈਟ ਕਨੈਕਸ਼ਨ ਜਾਂ ਮੋਬਾਈਲ ਹੌਟਸਪੌਟ ਲੈ ਸਕਦੇ ਹੋ, ਵਾਈਫਾਈ ਬ੍ਰੌਡਬੈਂਡ ਯੂਜ਼ ਕਰ ਸਕਦੇ ਹੋ ਤੇ ਕਨੈਕਟ ਵਾਈਫਾਈ। ਅਗਰ ਤੁਸੀਂ ਵਾਈਫਾਈ ਯੂਜ਼ ਕਰਦੇ ਹੋ, ਸਡਨਲੀ ਲਾਈਟ ਚਲੀ ਜਾਂਦੀ ਆ, ਤੁਹਾਡੀ ਇੰਟਰਵਿਊ ਇੰਟਰਪਟ ਹੋ ਜਾਂਦੀ ਆ, ਅਸੀਂ ਸੁਜੈਸਟ ਕਰਦੇ ਹਾਂ ਵੀ ਜਿਹੜੀ ਵਾਈਫਾਈ ਆ ਉਹ ਇਨਵਰਟਰ ਦੇ ਨਾਲ ਲਾਓ ਤਾਂ ਕਿ ਤੁਹਾਡਾ ਜਿਹੜੀ ਇੰਟਰਵਿਊ ਇੰਟਰਪਟ ਨਾ ਹੋਵੇ। ਤੇ ਪਲੀਜ਼ ਨੈਕਸਟ ਪਲੀਜ਼। ਇਹਦੇ ਵਿੱਚ ਮੈਂ ਇੱਕ ਚੀਜ਼ ਐਡ ਕਰਨਾ ਚਾਹਾਂਗਾ, ਇੱਕ ਵਾਰੀ ਪਿਛਲੀ ਸਲਾਈਡ ਕਰਨਾ। ਲਾਸਟ ਸਲਾਈਡ ਦੇ ਵਿੱਚ ਬਲਜਿੰਦਰ ਜੀ ਨੇ ਸ਼ੇਅਰ ਕੀਤਾ ਵਾਟ ਆਰ ਦਾ ਰਿਕੁਆਇਰਮੈਂਟ ਫॉर ਵਰਚੁਅਲ ਇੰਟਰਵਿਊ। ਇਹ ਆਪਣਾ ਅੱਜ ਦਾ ਲੈਕਚਰ ਹੀ ਹੈਗਾ ਕਿ ਵਰਚੁਅਲ ਪਲੇਸਮੈਂਟ ਡਰਾਈਵ ਦੇ ਵਾਸਤੇ ਕੀ ਕ੍ਰਾਈਟੇਰੀਆ ਔਰ ਕਿਸ ਤਰ੍ਹਾਂ ਇਹ ਸਟੈਪਸ ਹੁੰਦੇ ਆ, ਉਹਦਾ ਇਹਨਾਂ ਨੇ ਸਾਰਾ ਐਲੈਬੋਰੇਟ ਕੀਤਾ। ਔਰ ਉਹਦਾ ਇੱਕ ਐਂਗਲ ਇਹ ਹੈਗਾ ਕਿ ਜਿੰਨੇ ਸਾਡੇ ਨਾਲ ਪ੍ਰਿੰਸੀਪਲ ਸਾਹਿਬ ਜੁੜੇ ਨੇ, ਬਾਕੀ ITIs ਦੇ ਜੁੜੇ ਨੇ, ਉਹਨਾਂ ਨੇ ਕਿਵੇਂ ਵਰਚੁਅਲ ਇੰਟਰਵਿਊ ਕੰਡਕਟ ਕਰਨੀ ਹੈ, ਕਿਵੇਂ ਗੂਗਲ ਸ਼ੀਟ ਬਣਾਉਣੀ ਹੈ, ਕਿਵੇਂ ਇਹਨੂੰ ਰਜਿਸਟ੍ਰੇਸ਼ਨ ਪੋਸੀਬਲ ਕਰਨੀ ਹੈ। ਇਹ ਜਿਹੜੀ ਸਲਾਈਡ ਹੈ ਇਹ ਉਸ ਐਂਗਲ ਨਾਲ ਦਿਖਾਈ ਜਾ ਰਹੀ ਹੈ ਕਿ ਜੇ ਕਿਸੇ ITI ਨੇ, ਕਿਸੇ ਇੰਸਟੀਟਿਊਸ਼ਨ ਨੇ ਕਰਨਾ ਹੈ ਔਰ ਇੱਕ ਇੰਡਸਟਰੀ ਨੇ ਕਰਨਾ ਹੈ, ਉਹਨਾਂ ਦੀ ਕੀ ਰਿਕੁਆਇਰਮੈਂਟ ਹੈ। ਸਾਡੇ ਨਾਲ 300 ਬੱਚੇ ਵੀ ਜੁੜੇ ਹੋਏ ਨੇ। ਬੱਚਿਆਂ ਦੇ ਲਈ ਇਹ ਰਿਕੁਆਇਰਮੈਂਟ ਨਹੀਂ ਹੈ
ਬੱਚੇ ਆਪਣੇ ਲੈਪਟਾਪ ਤੋਂ ਵੀ ਕਰ ਸਕਦੇ ਆ ਔਰ ਮੋਬਾਈਲ ਤੋਂ ਵੀ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਆ। ਇਹਦੇ ਬਾਰੇ ਵੀ ਬਲਜਿੰਦਰ ਜੀ ਦੱਸਣਗੇ ਕਿ ਬੱਚੇ ਲਈ ਕੀ ਰਿਕੁਆਇਰਮੈਂਟ ਹੈ ਵਰਚੁਅਲ ਇੰਟਰਵਿਊ ਦੇ ਵਿੱਚ। ਉਹਨੇ ਜਦੋਂ ਅਪੀਅਰ ਹੋਣਾ ਹੈ ਤੇ ਉਹਨੂੰ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ, ਕਿਹੜੀ ਟੈਕਨੋਲੋਜੀ ਰਿਕੁਆਇਰਮੈਂਟ ਦੀ ਉਹਨੂੰ ਲੋੜ ਹੈਗੀ ਬੱਚੇ ਦੇ ਪੁਆਇੰਟ ਆਫ View ਨਾਲ। ਠੀਕ ਹੈ ਬਲਜਿੰਦਰ ਜੀ। ਜੋ ਇਸ ਸਲਾਈਡ ਦੇ ਵਿੱਚ ਦਰਸਾਇਆ ਗਿਆ ਸਰ, ਇਹ ਸਿਰਫ ਆਪਾਂ ਹਾਰਡਵੇਅਰ ਦੀ ਗੱਲ ਕੀਤੀ ਆ। ਨੈਕਸਟ ਆਪਾਂ ਐਪ ਦੀ ਗੱਲ ਕਰਾਂਗੇ। ਪਲੀਜ਼ ਅਗਲੀ ਸਲਾਈਡ ਤੇ ਚਲੇ ਜਾਇਓ। ਇਹ ਵਰਚੁਅਲ ਇੰਟਰਵਿਊ ਹੈ ਕੀ ਹੈ ਜੀ? ਬੇਸਿਕਲੀ EMPLOYER ਤੇ ਕੈਂਡੀਡੇਟ ਨੂੰ ਆਪਸ ਵਿੱਚ ਇੰਟਰੈਕਟ ਕਰਾਉਣਾ, ਮੀਟ ਕਰਾਉਣਾ, ਇਹ ਸਾਡਾ ਮੇਨ ਮਕਸਦ ਹੈਗਾ ਵਰਚੁਅਲ ਇੰਟਰਵਿਊ ਦਾ। ਤੇ ਮੇਨ ਮਕਸਦ ਸਕਸੈਸਫੁਲ ਇੰਟਰਵਿਊ ਕਰਵਾਉਣਾ ਹੈ। ਨੈਕਸਟ ਪਲੀਜ਼। What is the app for online interview and conference, video conferencing? ਇਹਦੇ ਵਿੱਚ ਮੈਂ ਦੱਸਣਾ ਚਾਹੁੰਦਾ ਜੀ, ਸਾਡੇ ਪਿਛਲੇ 2-3 ਮਹੀਨਿਆਂ ਤੋਂ ਤਕਰੀਬਨ ਆਨਲਾਈਨ ਜ਼ੂਮ ਐਪ ਤੇ ਸਾਰੇ ਬੱਚੇ ਕਲਾਸਾਂ ਲੈ ਰਹੇ ਨੇ, ਬੜੇ ਫੈਮਲੀਅਰ ਨੇ। ਅਸੀਂ ਹਰ ਕਲਾਸ ਦੇ ਵਿੱਚ ਜਾ ਕੇ ਸਾਡੇ ਲੁਧਿਆਣੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਤੇ ਬੱਚੇ ਬਹੁਤ ਹੀ ਇੰਟਰਸਟ ਲੈਂਦੇ ਨੇ ਜ਼ੂਮ ਦੇ ਵਿੱਚ। ਮੈਂ ਤਾਂ ਇਹ ਸੋਚ ਰਿਹਾ ਸੀ ਵੀ ਜਿਹੜੀ ਜਨਰਲ ਨਾਰਮਲ ਬੱਚਾ ਘਰੋਂ ਤਿਆਰ ਹੋ ਕੇ ਆਉਂਦਾ ITI 'ਚ, ਉਹਦੇ ਨਾਲੋਂ ਵੱਧ ਪੜ੍ਹਾਈ ਜ਼ੂਮ ਐਪ ਤੇ ਕਰ ਰਿਹਾ ਤੇ ਉਹਦੀ ਆਊਟਪੁੱਟ ਵੀ ਅੱਛੀ ਆ ਰਹੀ ਆ। ਤੇ ਹੁਣ ਟੈਸਟ ਆਯੋਜਿਤ ਹੋਏ ਨੇ, ਤਕਰੀਬਨ ਬਹੁਤ ਸ਼ੌਂਕ ਨਾਲ ਬੱਚਿਆਂ ਨੇ ਜਿਹੜਾ ਟੈਸਟ ਦਿੱਤਾ ਹੈਗਾ। ਤੇ ਇੱਥੇ ਮੈਂ ਇੱਕ ਗੱਲ ਜੋੜਦਾ ਵੀ ਜ਼ੂਮ ਐਪ ਤਾਂ ਫੈਮਲੀਅਰ ਆ ਬੱਚਾ, ਤੇ ਗੂਗਲ ਮੀਟ ਜਿਹੜੀ ਆ, ਗੂਗਲ ਮੀਟ ਹਰੇਕ ਬੱਚੇ ਕੋਲ, ਹਰ ਬੱਚੇ ਦੇ ਕੋਲ Gmail ਬਣੀ ਹੋਈ ਆ। ਕਿਉਂਕਿ Gmail ਤੋਂ ਬਗੈਰ ਬੱਚਾ ਨਾ ਤਾਂ ਮੋਬਾਈਲ ਚਲਾ ਸਕਦਾ, ਨਾ ਹੀ ਉਹ ਜਿਹੜੇ ਪਿੱਛੇ ਐਗਜ਼ਾਮੀਨੇਸ਼ਨ ਅਪੀਅਰ ਹੋਏ ਨੇ ਉਹ ਵੀ ਗੂਗਲ Gmail ਨਾਲ ਹੀ ਹੋਏ ਨੇ। ਤੇ ਇਸ ਕਰਕੇ ਜਿਹੜਾ ਗੂਗਲ ਮੀਟ ਆ ਉਹ Gmail ਨਾਲ ਅਟੈਚ ਆ। ਜਿਹੜੇ ਬੱਚੇ ਕੋਲ Gmail ਇੰਸਟਾਲ ਆ, ਗੂਗਲ ਮੀਟ ਵੀ ਚਲਾ ਸਕਦਾ। ਤੇ ਲਾਸਟ ਜਿਹੜੀ ਆ ਪ੍ਰੈਫਰੈਂਸ ਹੈਗੀ ਆ WhatsApp ਬਹੁਤ ਹੀ ਫੈਮਲੀਅਰ ਆ, ਕਿਉਂਕਿ ਇਹਦੇ ਤੇ ਜ਼ਿਆਦਾ ਹੈਵੀ ਸੌਫਟਵੇਅਰ ਨਹੀਂ ਹੈਗਾ, ਈਜ਼ੀਲੀ ਕਨੈਕਟ ਹੋ ਜਾਂਦਾ। ਤੇ ਇੰਡਸਟਰੀਅਲਿਸਟ ਨੇ ਸਾਨੂੰ ਜ਼ਿਆਦਾ ਪ੍ਰੈਫਰੈਂਸ WhatsApp ਤੇ ਦੇ ਰਹੇ ਨੇ, ਕਿਉਂਕਿ ਉਹ ਚਾਹੁੰਦੇ ਨੇ ਜਾਂ 1 ਜਾਂ 2 ਬੱਚੇ ਹੀ ਜੁੜਨ, ਤਾਂ ਕਿ ਅਸੀਂ ਪ੍ਰੋਪਰ ਬੱਚੇ ਨਾਲ ਫੇਸ ਟੂ ਫੇਸ ਇੰਟਰਫੇਸ ਹੋ ਸਕੀਏ। ਕਿਉਂਕਿ 2 ਤੋਂ ਵੱਧ ਬੱਚੇ ਜੁੜਨਗੇ ਤਾਂ ਜਾਂ ਜ਼ੂਮ ਤੇ ਤਾਂ 100 ਬੱਚਾ ਵੀ ਜੁੜ ਜਾਂਦਾ, ਹੁਣ ਜਿਵੇਂ ਆਪਾਂ 300 ਜੁੜੇ ਹੋਏ ਆ। ਤੇ ਇਸੇ ਤਰ੍ਹਾਂ ਉਹ ਇੰਟਰਵਿਊ ਲੈਣ ਥੋੜੀ ਦਿੱਕਤ ਆਉਂਦੀ ਆ। ਫਿਰ ਵੀ ਅਸੀਂ ਜ਼ੂਮ ਐਪ ਨੂੰ ਵੀ ਨਾਲ ਯੂਜ਼ ਕਰ ਰਹੇ ਹਾਂ, ਗੂਗਲ ਮੀਟ ਵੀ ਕਰ ਰਹੇ ਹਾਂ, WhatsApp ਵੀ ਜ਼ਿਆਦਾ ਯੂਜ਼ ਕਰ ਰਹੇ ਹਾਂ, ਜੋ ਇੰਡਸਟਰੀ ਦੀ ਡਿਮਾਂਡ ਹੈਗੀ ਆ। ਪਲੀਜ਼ ਪ੍ਰਿੰਸੀਪਲ ਸਾਹਿਬ। ਐਕਚੁਅਲੀ ਇਹ ਬਲਜਿੰਦਰ ਜੀ ਨੇ ਜੋ ਹੁਣ ਇੰਟਰਵਿਊ ਦੇ ਰਿਲੇਟਡ ਹੀ ਇਸ਼ੂ ਹੈ, ਇਸ ਦੇ ਵਿੱਚ ਅਸੀਂ ITI ਦੇ ਵਿੱਚ ਡੇਲੀ 20 ਤੋਂ 25 ਬੱਚਿਆਂ ਦੀ ਇੰਟਰਵਿਊ ਕਰਾਉਂਦੇ ਹਾਂ, ਇਸ ਤੋਂ ਵੱਧ ਨਹੀਂ ਕਰਾਉਂਦੇ। ਜਿਵੇਂ 4 ਸੈਕਟਰ ਡਿਵਾਈਡ ਕੀਤੇ ਹੋਏ ਨੇ, ਟਰਨਰ, ਫਿਟਰ, ਮਸ਼ੀਨਿਸਟ ਐਂਡ ਬੈਲਟਰ। ਜਿਹੜੇ HR ਨੇ ਉਹਨਾਂ ਦੇ ਉਹ ਵੀ 1-2 ਘੰਟੇ ਕੀ ਫ੍ਰੀ ਹੁੰਦੇ ਆ, ਸਾਰੀ ਦਿਹਾੜੀ ਆਪਣੇ ਨਾਲ ਇੰਟਰਵਿਊ ਨਹੀਂ ਕਰ ਸਕਦੇ। ਤੇ ਅਸੀਂ ਤਕਰੀਬਨ ਮਿਨੀਮਮ 5, ਵੱਧ ਤੋਂ ਵੱਧ 10, 5 ਤੋਂ 10 ਇੱਕ ਟ੍ਰੇਡ ਦੇ ਬੱਚੇ ਇੰਟਰਵਿਊ ਕਰਾਉਂਦੇ ਆ। ਤਾਂ ਇਹਦਾ ਮੀਨ ਹੋਇਆ ਵੀ ਅਪਰੋਕਸੀਮੇਟ 20 to 40 ਹਨ। ਇਹਦੇ ਇੰਟਰਮੀਡੀਏਟ ਰਹਿੰਦੇ ਆ ਤੇ ਇਹਦੇ ਰਿਜ਼ਲਟ ਵੀ ਪ੍ਰੋਪਰ ਆ ਰਹੇ ਆ। ਦੂਸਰੀ ਗੱਲ ਇਹ ਹੈ ਵੀ ਇਹਦੇ ਵਿੱਚ ਜਿਹੜਾ ਅਸੀਂ ਡਾਟਾ ਦੇ ਰਹੇ ਹਾਂ ਬਿਲਕੁਲ 200% ਐਗਜ਼ੈਕਟ ਹੈ, ਕਿਉਂਕਿ ਉਹ ਇੰਟਰਵਿਊ ਹੋ ਰਹੀ ਹੈ, ਉਹਦਾ ਡੇਲੀ ਸ਼ਡਿਊਲ ਬਣਦਾ ਹੈ, ਉਹਦੀ ਪ੍ਰੋਪਰ ਗੂਗਲ ਸ਼ੀਟ ਤੇ ਰਿਜ਼ਲਟ ਤਿਆਰ ਹੁੰਦਾ ਹੈ, ਉਹਦਾ ਬੱਚੇ ਦਾ ਨਾਮ, ਬੱਚੇ ਦੇ ਫਾਦਰ ਦਾ ਨਾਮ, ਬੱਚੇ ਦਾ ਫੋਨ ਨੰਬਰ, EMPLOYER ਦਾ ਫੋਨ ਨੰਬਰ, EMPLOYER ਦਾ ਐਡਰੈਸ, ਤੇ ਬੱਚਾ ਸ਼ਾਰਟਲਿਸਟ ਹੋਇਆ, ਸਿਲੈਕਟ ਹੋਇਆ, ਬੱਚੇ ਨੇ ਰਿਜੈਕਟ ਕਰਤਾ ਵੀ ਮੈਂ ਸੈਲਰੀ ਮੈਨੂੰ ਘੱਟ ਦੇ ਰਿਹਾ, ਮੈਂ ਨਹੀਂ ਲੱਗਣਾ, ਜਾਂ ਬੱਚੇ ਨੇ ਕਹਤਾ ਮੈਨੂੰ ਕੋਈ ਕਨਵਿੰਸ ਪ੍ਰੋਬਲਮ ਹੈ। ਰੀਜਨ ਐਵਰੀ ਪਰਫਾਰਮਾ ਹੈ, ਸੈਲਫ ਸਪੀਕਿੰਗ ਪਰਫਾਰਮਾ ਹੈ, ਔਰ ਇਹ ਸਭ ਤੋਂ ਵੱਧ ਬੈਟਰ ਹੈ, ਚਾਹੇ ਕੋਈ ਇੰਸਟ੍ਰਕਟਰ ਹੈ, ਚਾਹੇ ਕੋਈ ਪ੍ਰਿੰਸੀਪਲ ਹੈ, ਇਨਕਲੂਡਿੰਗ ਮੀ, ਕਿ ਜੋ ਚੀਜ਼ ਐਕਚੁਅਲ ਹੋ ਰਹੀ ਹੈ ਉਹੀ ਹੋ ਰਹੀ ਹੈ ਇਹਦੇ ਵਿੱਚ ਕੋਈ, ਕਿਉਂਕਿ ਹਰ ਸਟੂਡੈਂਟ ਦੇ ਨੇਮ ਵਾਈਜ਼ ਡਾਟਾ ਵਾ। ਤੇ ਬਿਲਕੁਲ ਇਹ ਆਪਾਂ ਜੇ ਕੋਈ ਇੰਸਟ੍ਰਕਟਰ ਕਹਿੰਦਾ ਵੀ ਮੇਰੇ 20 ਸਟੂਡੈਂਟ ਸੀ ਸਰ ਪਲੇਸ ਨੇ, ਉਹਨਾਂ ਨੂੰ ਰਿਕਾਰਡ ਹੋ ਤੇ ਮੈਨੂੰ ਦਿਖਾਉਣਾ ਪਏਗਾ ਉਹਦੀ ਇੰਟਰਵਿਊ ਦਾ ਜਾਂ ਕੁਝ ਹੋਰ ਵੀ, ਉਹ ਗੂਗਲ ਦੇ ਵਿੱਚ ਆ ਜਾਂਦਾ। ਬੱਚੇ ਦਾ ਸਾਰਾ ਕੁਝ ਸੈਲਫ ਸਪੀਕਿੰਗ ਆ, ਫੋਨ ਨੰਬਰ ਆ, ਮੈਂ ਕ੍ਰਾਸ ਵੈਰੀਫਾਈ ਕਰਦਾ ਤਾਂ ਜੋ ਇੰਸਟ੍ਰਕਟਰ ਸਾਡਾ ਬੋਲਦਾ ਰਿਹਾ ਹੁੰਦਾ ਕਿ ਉਹਦੇ 20 ਸਟੂਡੈਂਟ ਪਲੇਸ ਹੋ ਗਏ ਤਾਂ ਉਹ ਐਕਚੁਅਲੀ ਉਹ ਹੋਏ ਹੁੰਦੇ ਨੇ। ਵੈਰੀ ਗੁੱਡ। ਸੋ ਕਹਿਣ ਦਾ ਭਾਵ ਇਹ ਹੈ ਕਿ ਜਿੰਨੇ ਬੱਚੇ ਸਾਡੇ ਨਾਲ ਮੈਕਸਿਮਮ ਇਸ ਵੇਲੇ ਬੱਚੇ ਜੁੜੇ ਹੋਏ ਆ, ਕਹਿਣ ਦਾ ਭਾਵ ਇਹ ਹੈ ਕਿ ਇਸ ਤਰ੍ਹਾਂ ਪੋਸੀਬਲ ਕੀਤੀ ਗਈ ਹੈ ਵਰਚੁਅਲ ਇੰਟਰਵਿਊ ਕਿ ਬੱਚਾ ਜ਼ੂਮ ਐਪ ਦੇ ਉੱਤੇ ਵੀ ਲੈ ਸਕਦਾ ਹੈ, ਗੂਗਲ ਮੀਟ ਦੇ ਉੱਤੇ ਵੀ ਕਨੈਕਟ ਕਰ ਸਕਦਾ ਹੈ, ਔਰ WhatsApp ਦੇ ਉੱਤੇ, ਜਿਹੜੀ ਕਿ ਬਹੁਤ ਵੱਡੀ ਗੱਲ ਹੈ ਕਿ WhatsApp ਸਾਰੇ ਬੱਚੇ ਹੀ ਯੂਜ਼ ਕਰਦੇ ਹਨ। ਵੀਡੀਓ ਕਾਲ ਕਰਕੇ WhatsApp ਦੇ ਉੱਤੇ ਉਹ ਇੰਡਸਟਰੀਅਲਿਸਟ ਪ੍ਰੈਫਰ ਕਰ ਰਹੇ ਨੇ ਕਿ 1-to-1 ਇੰਟਰੈਕਸ਼ਨ ਹੋ ਕੇ
ਉਹ 15 ਮਿੰਟ 20 ਮਿੰਟ ਅੱਧਾ ਹੀ ਘੰਟੇ ਦੀ ਇੰਟਰਵਿਊ ਲੈ ਕੇ ਤੇ ਉਹ ਬੱਚੇ ਨਾਲ ਬੱਚੇ ਦੀ ਇੰਟਰਵਿਊ ਕੰਪਲੀਟ ਕਰਕੇ ਉਹਦੀ ਸਿਲੈਕਸ਼ਨ ਕਰਨੀ ਹੈ ਨਹੀਂ ਕਰਨੀ, ਉਹਨੂੰ ਜਵਾਬ ਵੀ ਪ੍ਰਿੰਸੀਪਲ ਸਾਹਿਬ ਵੱਲੋਂ ਦੇ ਦਿੱਤਾ ਜਾਂਦਾ, ਉਹਨੂੰ ਰਿਟਨ ਦੇ ਵਿੱਚ, ਔਰ ਉਸੇ ਤਰ੍ਹਾਂ ਅਪਾਇੰਟਮੈਂਟ ਲੈਟਰਸ ਵੀ ਇਸ਼ੂ ਹੋ ਰਹੀਆਂ। ਚਾਹੇ ਇਹ ਸਾਰਾ ਕੰਮ ਵਰਚੁਅਲ ਪਲੇਟਫਾਰਮ ਤੇ ਹੋ ਰਿਹਾ, ਪਰ ਐਕਚੁਅਲ ਲੈਵਲ ਦੇ ਉੱਤੇ ਜਿਹੜੀ ਇਹਦੀ ਪ੍ਰੋਗਰੈਸ ਹੈ ਉਹ ਮੋਨੀਟਰ ਕੀਤੀ ਜਾ ਰਹੀ ਹੈ, ਬੱਚੇ ਅਪਾਇੰਟ ਹੋ ਰਹੇ ਆ ਔਰ ਬੱਚੇ ਉੱਥੇ ਜਾ ਕੇ ਜੁਆਇਨ ਵੀ ਕਰ ਰਹੇ ਨੇ। ਸੋ ਵੈਰੀ ਗੁੱਡ ਬਲਜਿੰਦਰ ਜੀ। ਸੋ ਮੈਂ ਚਾਹਾਂਗਾ ਹੁਣ ਆਪਾਂ ਤੁਹਾਡੀਆਂ ਸਲਾਈਡਸ ਲਗਭਗ ਖਤਮ ਹੋ ਗਈਆਂ, ਤੁਸੀਂ ਇਹਨਾਂ ਨੂੰ ਖਤਮ ਕਰਕੇ ਆਪਾਂ ਰਕੇਸ਼ ਜੀ ਨੂੰ, ਕਿਉਂਕਿ ਸਾਡੇ ਨਾਲ ਮੈਕਸਿਮਮ ਬੱਚੇ ਜੁੜੇ ਆ, ਰਕੇਸ਼ ਜੀ ਦੱਸਣਗੇ ਕਿ ਬੱਚਿਆਂ ਨੂੰ ਕੀ ਜ਼ਰੂਰਤ ਹੈ ਤਿਆਰੀ ਕਰਨ ਦੀ ਇਸ ਵਰਚੁਅਲ ਇੰਟਰਵਿਊ ਦੇ ਵਾਸਤੇ ਅਪੀਅਰ ਹੋਣ ਦੇ ਲਈ, ਪਲੇਸਮੈਂਟ ਦੀ ਕੀ ਇੰਪੋਰਟੈਂਸ ਹੈ ਔਰ ਬੱਚਿਆਂ ਦੀ ਤਿਆਰੀ ਦੀ ਕੀ ਲੋੜ ਹੈਗੀ ਹੈ। ਬਲਜਿੰਦਰ ਜੀ ਤੁਸੀਂ ਇਸ ਦੇ ਬਾਰੇ ਜੇ ਕੁਝ ਕਹਿਣਾ ਚਾਹੁੰਦੇ ਹੋ ਤੇ ਆਪਣੀਆਂ ਸਲਾਈਡਸ ਕੰਪਲੀਟ ਕਰਦੇ ਹੋਏ ਬੱਚਿਆਂ ਦੇ ਐਂਗਲ ਨਾਲ, ਕਿਉਂਕਿ ਮੈਕਸਿਮਮ ਬੱਚੇ ਜੁੜੇ ਹੋਏ ਨੇ, ਕਿਹੜੀਆਂ-ਕਿਹੜੀਆਂ ਟ੍ਰੇਡਾਂ ਦੇ ਵਿੱਚ ਬੱਚਿਆਂ ਦੀ ਅਪਾਇੰਟਮੈਂਟ ਹੋਣੀ ਹੈ, ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਹੈਗੀਆਂ, ਇਹ ਜ਼ੁਬਾਨੀ ਦੱਸ ਦਿਓ। ਬਾਅਦ ਦੇ ਵਿੱਚ ਰਕੇਸ਼ ਜੀ ਇਹਦੀ ਸਲਾਈਡ ਵੀ ਸ਼ੇਅਰ ਕਰ ਦੇਣਗੇ। ਥੈਂਕ ਯੂ। ਕੰਟੀਨਿਊ ਬਲਜਿੰਦਰ। ਨੈਕਸਟ ਪਲੀਜ਼। ਜਿਸ ਤਰ੍ਹਾਂ ਸਾਡੇ ਆ ਕਲਿਪਸ ਨੇ ਕੋਈ ਇੰਟਰਵਿਊ ਲਈ ਅਸੀਂ, ਜੋ ਪਿਛਲੇ 15 ਤਰੀਕ ਤੋਂ ਸਾਡੀ ਇੰਟਰਵਿਊ ਚੱਲ ਰਹੀ ਹੈ, ਤੇ ਇਹ ਇਸ ਤਰ੍ਹਾਂ ਅਸੀਂ ਇੰਟਰਵਿਊ ਜਿਹੜੀ ਆ ਆਯੋਜਿਤ ਕਰਦੇ ਹਾਂ। ਤੇ ਮੈਂ ਦੱਸ ਦੇਵਾਂ ਵੀ ਸਾਡੀ ਜਿਹੜੀ ਡੇਲੀ ਦੀ ਪ੍ਰਿੰਸੀਪਲ ਸਾਹਿਬ ਨੇ ਵੀ ਦੱਸਿਆ, ਡੇਲੀ ਦੀ ਫਿਲਹਾਲ ਐਵਰੇਜ 25 ਕੈਂਡੀਡੇਟ ਅਸੀਂ ਜਿਹੜੇ ਆ ਉਹ ਅਪੁਆਇੰਟ ਕਰਾ ਰਹੇ ਹਾਂ। ਤੇ ਉਹ ਇਸ ਤਰ੍ਹਾਂ ਪ੍ਰੋਬਲਮ ਆ ਰਹੀ ਹੈ ਵੀ ਕਿਉਂਕਿ ਜਿਹੜੇ HR ਹੁੰਦੇ ਨੇ ਇਹਨਾਂ ਕੋਲ ਵੀ 1 ਘੰਟੇ ਤੋਂ ਵੱਧ ਟਾਈਮ ਨਹੀਂ ਹੁੰਦਾ, ਤੇ ਅਸੀਂ 5 ਜਾਂ 6 ਇੱਕ ਕੰਪਨੀ ਨੂੰ ਡੇਲੀ ਹੁੰਦੇ ਨੇ, ਤਕਰੀਬਨ 5 ਇੰਡਸਟਰੀਆਂ ਦਾ ਸ਼ਡਿਊਲ ਹੁੰਦਾ ਸਾਡਾ ਡੇਲੀ, ਤੇ ਉਹ 25 ਦੀ ਐਵਰੇਜ ਨਾਲ ਡੇਲੀ ਸਾਡੇ ਪੁਆਇੰਟ ਹੋ ਰਹੇ ਨੇ। ਤੇ ਹੁਣ ਤੱਕ 125 ਜਿਹੜੇ ਅਸੀਂ ਸਟੂਡੈਂਟ ਕੈਂਡੀਡੇਟ ਅਸੀਂ ਲਗਵਾ ਚੁੱਕੇ ਹਾਂ, ਜਿਨ੍ਹਾਂ ਦੀ ਸਕਰੀਨ ਸ਼ੇਅਰ ਕਰ ਦੇਣਗੇ ਰਕੇਸ਼ ਜੀ, ਪਲੀਜ਼ ਉਹ ਸਾਡੀ ਜਿਹੜੀ ਆ ਸਮਰੀ ਸ਼ੇਅਰ ਕਰ ਦਿਓ। 125 ਸਟੂਡੈਂਟ ਜਿਹੜੇ ਅਸੀਂ ਰਖਵਾਏ ਨੇ ਉਹਦੀ ਡਿਟੇਲ ਆ ਪਲੀਜ਼। ਸਮਰੀ ਸ਼ੇਅਰ ਕਰਨ ਦੇ ਵਿੱਚ ਥੋੜੀ ਜਿਹੀ ਮੈਨੂੰ ਪ੍ਰੋਬਲਮ ਆ ਰਹੀ, ਕਿਉਂਕਿ ਆਈ ਐਮ ਔਨ ਦੀ ਲੈਪਟਾਪ, ਆਈ ਹੈਵ ਟੂ ਸਿੰਕਰੋਨਾਈਜ਼ ਮਾਈ WhatsApp ਵਿਦ ਦਿਸ, ਤੋਂ ਉਹਦੇ ਨਾਲ ਮੈਨੂੰ ਕਾਫੀ ਥੋੜਾ ਜਿਹਾ ਪ੍ਰੋਬਲਮ ਆਉਂਦੀ ਪਈ। ਜੇ ਮੈਂ ਫੋਨ ਤੇ ਹੁੰਦਾ ਤਾਂ ਇਮੀਡੀਏਟਲੀ ਹੋ ਜਿਸ ਜਾਂਦਾ। ਤਰ੍ਹਾਂ ਇਹ ਸਾਡਾ ਇੱਕ ਟੈਂਪਲੇਟ ਹੈਗਾ IT ਲੁਧਿਆਣੇ ਦਾ, ਤੇ ਇਹਦੇ ਵਿੱਚ ਅਸੀਂ EMPLOYER ਦੀ ਜਿਹੜੀ ਆ ਰਜਿਸਟ੍ਰੇਸ਼ਨ ਮੈਂਡੇਟਰੀ ਕੀਤੀ ਹੈ, ਇਸੇ ਤਰ੍ਹਾਂ ਕੈਂਡੀਡੇਟ ਦੀ। ਤੇ ਬੜਾ ਉਹ ਪੁਆਇੰਟ ਹੈ ਜਿੱਥੇ ਸਟਰਾਈਪ ਪ੍ਰੋਜੈਕਟ ਚੱਲਦਾ ਹੈ ਨਾ। ਹੈਲੋ ਜੀ ਸਰ, ਆਡੀਬਲ? ਜਿੱਥੇ ਨਾ ਸਟਰਾਈਪ ਪ੍ਰੋਜੈਕਟ ਚੱਲਦਾ, ਉਹਦੇ ਵਿੱਚ ਉਹਨਾਂ ਨੇ 3 ਪੁਆਇੰਟ ਗਵਰਨਮੈਂਟ ਆਫ ਇੰਡੀਆ DGT ਨੇ ਨਾ 3 ਪੁਆਇੰਟ ਪਾਇਆ। 3rd ਪੁਆਇੰਟ ਹੈ ਟ੍ਰੇਸਰ ਸਟੱਡੀ। ਟ੍ਰੇਸਰ ਸਟੱਡੀ ਹੈ ਵੀ ਸਟੂਡੈਂਟ 3 ਸਾਲ ਕਿੱਥੇ ਰਹਿੰਦਾ, ਸਟੂਡੈਂਟ ਦੀ ਟ੍ਰੇਸਰ ਸਟੱਡੀ ਹੈ। ਇਹਦੇ ਵਿੱਚ ਜੋ ਆਪਾਂ ਡਾਟਾ ਇਕੱਠਾ ਕਰ ਰਹੇ ਹਾਂ ਗੂਗਲ ਲਿੰਕ ਦੇ ਵਿੱਚ, ਉਹਦਾ ਸਾਰਾ ਆ ਜਾਂਦਾ ਵੀ ਮੈਂ ਨੌਕਰੀ ਤੇ ਲੱਗਿਆ ਹੋਇਆ ਜਾਂ ਹਜੇ ਲੱਗਣਾ ਹੈ। ਆਪਾਂ ਪਿਛਲੇ 2 ਸਾਲਾਂ ਦੇ ਬੱਚਿਆਂ ਨੂੰ ਰਜਿਸਟਰ ਕਰਾਇਆ, ਤੇ ਨਾਲ ਜੋ ਕਰੰਟ ਈਅਰ ਦੇ ਬੱਚੇ ਫਾਈਨਲ ਈਅਰ ਦੇ ਆ, ਇਹਦੇ ਨਾਲ ਦੀ ਨਾਲ ਇਹ ਇੱਕ ਟ੍ਰੇਸਰ ਸਟੱਡੀ ਦਾ ਬਹੁਤ ਵੱਡਾ ਆਪਣੇ ਕੋਲ ਸਬੂਤ ਹੈ। ਹਰ ਇੱਕ IT ਈਜ਼ੀਲੀ ਮੇਨਟੇਨ ਕਰ ਸਕਦਾ, ਔਰ ਪੇਪਰ ਵਰਕ ਬਿਲਕੁਲ ਨਿਲ ਹੈ ਇਹਦੇ ਵਿੱਚ। ਵੈਰੀ ਗੁੱਡ। ਟ੍ਰੇਸਰ ਸਟੱਡੀ ਮੈਂਡੇਟਰੀ ਕਰੀ ਹੈ ਅਪ੍ਰੈਂਟਿਸਸ਼ਿਪ ਦੇ ਉਹਦੇ ਆਪਣੇ ਸਟਰਾਈਪ ਦੇ ਵਿੱਚ DGT। ਠੀਕ ਹੈ ਬਲਜਿੰਦਰ ਜੀ, ਜਿਸ ਤਰ੍ਹਾਂ ਮੈਂ ਦੱਸ ਰਿਹਾ ਸੀਗਾ ਕਿ ਬੱਚਿਆਂ ਨੂੰ ਅਸੀਂ ਹੁਣ ਇਹ ਦੱਸਣਾ ਚਾਹੁੰਦੇ ਹਾਂ ਕਿ ਇੰਡਸਟਰੀ ਦੀ ਕੀ ਰਿਕੁਆਇਰਮੈਂਟ ਹੈ, ਤੇ ਆਪਣੇ ਕੋਲ ਟਾਈਮ ਵੀ ਘੱਟ ਰਹਿ ਗਿਆ। ਤੁਹਾਡੀਆਂ ਸਲਾਈਡਸ ਕੰਪਲੀਟ ਹੋ ਗਈਆਂ। ਨੈਕਸਟ ਸਲਾਈਡ ਪਲੀਜ਼। ਤੁਹਾਡੀਆਂ ਥੈਂਕਸ ਹੋ ਗਿਆ, ਸਲਾਈਡਸ ਕੰਪਲੀਟ ਹੋ ਗਈਆਂ, ਮੈਂ ਦੇਖ ਰਿਹਾ ਸੀ ਉਧਰ। ਤੋ ਮੈਂ ਚਾਹਾਂਗਾ ਬਲਜਿੰਦਰ ਜੀ, ਹੁਣ ਟਾਈਮ ਤੁਹਾਡੇ ਕੋਲ ਘੱਟ ਹੈ, ਅਸੀਂ ਬੱਚਿਆਂ ਨੂੰ ਵੀ ਟਾਈਮ ਦੇਣਾ। ਨਹੀਂ, ਪਹਿਲਾਂ ਰਕੇਸ਼ ਜੀ ਦੀ ਬਜਾਏ, ਕਿਉਂਕਿ ਤੁਹਾਡੇ ਕੋਲ ਇੰਡਸਟਰੀਲਿਸਟ ਬੈਠੇ ਆ, ਕੁਝ ਇੰਡਸਟਰੀਲਿਸਟ ਲਿੰਕ ਚ ਨਾ ਹੋਣ, ਇਦਾਂ ਨਹੀਂ ITI ਚ ਨਹੀਂ ਹੈ। ਅੱਛਾ, ਮੈਸੇਜ ਜ਼ਰੂਰ ਲਾਇਆ ਸੀ ਰਕੇਸ਼ ਜੀ ਇਹਦੇ ਬਾਰੇ ਦੱਸਦੇ ਬੱਚਿਆਂ ਦੇ ਪੁਆਇੰਟ ਆਫ ਵਿਊ ਨਾਲ। ਤੁਸੀਂ ਇਹਦਾ ਮੀਨਵਾਈਲ ਉਹਨਾਂ ਨੂੰ ਲਿੰਕ ਸ਼ੇਅਰ ਕਰੋ ਔਰ ਉਹਨਾਂ ਨੂੰ ਕੋ ਜੁਆਇਨ ਕਰਨ। ਜਿਵੇਂ ਹੀ ਉਹ ਜੁਆਇਨ ਕਰਦੇ ਆ ਤੇ ਉਹ ਦੱਸਣਗੇ ਕਿ ਉਹਨਾਂ ਦਾ ਕੀ ਐਕਸਪੀਰੀਅੰਸ ਹੈ ਐਂਡ ਉਹਨਾਂ ਦੀਆਂ ਰਿਕੁਆਇਰਮੈਂਟ, ਬੱਚਿਆਂ ਤੋਂ ਐਕਸਪੈਕਟੇਸ਼ਨਸ ਕੀ ਹੈਗੀਆਂ। ਸੋ ਰਕੇਸ਼ ਜੀ ਕਾਈਂਡਲੀ ਤੁਸੀਂ ਬੱਚਿਆਂ ਨੂੰ ਬਰੀਫ ਕਰੋ ਜੀ। ਠੀਕ ਹੈ ਸਰ, ਥੈਂਕ ਯੂ ਵੈਰੀ ਮਚ ਫॉर ਗਿਵਿੰਗ ਦਿਸ ਆਨਰ। ਜਿੰਨੇ ਵੀ ਪਾਰਟਿਸਿਪੈਂਟਸ ਸਾਡੇ ਨਾਲ ਜੁੜੇ ਹੋਏ ਆ, ਕੋਈ ਇੰਸਟ੍ਰਕਟਰ ਸਾਹਿਬਾਨ ਨੇ, GI ਸਾਹਿਬਾਨ ਨੇ, ਪ੍ਰਿੰਸੀਪਲਸ ਨੇ ਅਲੱਗ-ਅਲੱਗ ਇੰਸਟੀਚਿਊਟਸ ਦੇ, ਉਹਨਾਂ ਨੂੰ ਤਾਂ ਕਾਫੀ ਕੁਝ ਪਤਾ ਹੈ ਜੋ ਮੈਂ ਸ਼ੇਅਰ ਕਰਨ ਜਾ ਰਿਹਾ। ਬਟ ਜਿਹੜੇ ਮੇਰੇ ਸਟੂਡੈਂਟਸ ਇਸ ਵੇਲੇ ਜੁੜੇ ਹੋਏ ਨੇ, ਉਹਨਾਂ ਨਾਲ ਮੈਂ ਥੋੜ੍ਹੀਆਂ ਜਿਹੀਆਂ ਗੱਲਾਂ ਕਰਨੀਆਂ ਚਾਹਾਂਗਾ। ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਕੀ ਜ਼ਰੂਰਤਾਂ ਹੁੰਦੀਆਂ ਨੇ, ਡਿਪਾਰਟਮੈਂਟ ਸਾਡਾ ਹੈ ਕੀ ਹੈ, ਤਾਂ ਜੋ ਤੁਹਾਨੂੰ ਜ਼ਿਆਦਾ ਪਤਾ ਲੱਗੇ। ਉਹਦੇ ਨਾਲ ਤੁਹਾਡੇ 'ਚ ਇੱਕ ਮੋਟੀਵੇਸ਼ਨ ਆਏਗੀ
ਔਰ ਜਿਹੜੇ ਤੁਹਾਡੇ ਅੱਗੇ ਵੀ ਜਿਨ੍ਹਾਂ ਨੇ ITIs ਕਰਨੀਆਂ ਨੇ ਉਹਨਾਂ ਨੂੰ ਵੀ ਤੁਸੀਂ ਗਾਈਡ ਕਰ ਸਕੋ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਜਿਹੜੀ ਅਸੀਂ ITIs ਕਰਦੇ ਹਾਂ ਉਹਦੀ ਵੱਡੀ ਸਭ ਤੋਂ ਜਿਹੜੀ ਮੋਨੀਟਰਿੰਗ ਬੋਡੀ ਹੈਗੀ ਆ ਜਾਂ ਜਿਹੜੀ ਐਫੀਲੀਏਸ਼ਨ ਬੋਡੀ ਹੈਗੀ ਆ ਜਿਹਨਾਂ ਤੋਂ ਤੁਹਾਨੂੰ ਸਰਟੀਫਿਕੇਸ਼ਨ ਹੁੰਦੀ ਆ ਉਹ ਕੀ ਹੈਗੀ ਆ? ਉਹ ਹੈਗੀ ਆ ਡਾਇਰੈਕਟੋਰੇਟ ਜਨਰਲ ਆਫ ਟ੍ਰੇਨਿੰਗ, ਜਿਹਨੂੰ DGT ਕਹਿੰਦੇ ਨੇ। ਸੋ ਮਿਨਿਸਟਰੀ ਆਫ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੈਨਿਓਰਸ ਦੇ ਅੰਡਰ ਇਹ ਡਾਇਰੈਕਟੋਰੇਟ ਜਨਰਲ ਟ੍ਰੇਨਿੰਗ ਹੈਗਾ ਆ। ਉਸ ਤੋਂ ਬਾਅਦ ਅਲੱਗ-ਅਲੱਗ ਸਟੇਟਸ ਦੇ ਵਿੱਚ ਇਹਦੇ ਡਾਇਰੈਕਟੋਰੇਟ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਦੇ ਹੈਗੇ ਆ। ਸਾਡੇ ਪੰਜਾਬ ਦਾ ਜਿਹੜਾ ਮੋਨੀਟਰਿੰਗ ਹੈਗੀ ਆ ਸਾਰੀ ITIs ਦੀ, ਉਹ ਕਰਦੇ ਨੇ ਡਾਇਰੈਕਟੋਰੇਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ, ਜਿਹਦਾ ਜਿਹੜਾ ਹੈੱਡਕੁਆਟਰ ਹੈਗਾ ਆ ਉਹ ਚੰਡੀਗੜ੍ਹ ਸੈਕਟਰ 36 ਦੇ ਵਿੱਚ ਹੈਗਾ। ਪਹਿਲੇ ਬਲਜਿੰਦਰ ਸਰ ਜਿਹੜੇ ਆਪਣੇ ਪ੍ਰਿੰਸੀਪਲ ਲੁਧਿਆਣਾ ਜੀ ਨੇ, ਉਹਨਾਂ ਨੇ ਥੋੜੇ ਆਪਣੇ ਮੰਤਰੀ ਜੀ ਤੇ ਸੈਕਟਰੀ ਸਰ ਦਾ ਨਾਮ ਆਲਰੇਡੀ ਲੈ ਦਿੱਤਾ, ਪਰ ਫਿਰ ਵੀ ਮੈਂ ਆਪਣੇ ਜਿਹੜੇ ਮੇਰੇ ਸਟੂਡੈਂਟਸ ਜੁੜੇ ਹੋਏ ਨੇ ਉਹਨਾਂ ਨੂੰ ਦੱਸਣਾ ਚਾਹਾਂਗਾ ਕਿ ਇਸ ਵੇਲੇ ਮੌਜੂਦਾ ਜਿਹੜੇ ਹੈਗੇ ਨੇ ਸਾਡੇ ਮੰਤਰੀ ਸਰ ਆਨਰੇਬਲ ਚਰਨਜੀਤ ਸਿੰਘ ਚੰਨੀ ਜੀ ਨੇ, ਔਰ ਸਾਡੇ ਮਾਨਯੋਗ ਪ੍ਰਿੰਸੀਪਲ ਸੈਕਟਰੀ ਜਿਹੜੇ ਹੈਗੇ ਆ ਆਨਰੇਬਲ ਅਨੁਰਾਗ ਵਰਮਾ ਜੀ ਹੈਗੇ ਆ IAS, ਔਰ ਡਾਇਰੈਕਟਰ ਨੇ ਸੌਰਵ ਰਾਜਕੁਮਾਰ ਜੀ IAS। ਇਹ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਆਪਣੇ ਸਟੂਡੈਂਟਸ ਨੂੰ। ਔਰ ਇਸ ਤੋਂ ਇਲਾਵਾ ਮੈਂ ITIs ਬਾਰੇ ਥੋੜਾ ਜਿਹਾ ਦੱਸਣਾ ਚਾਹਾਂਗਾ ਕਿ ਟੋਟਲ ਪੰਜਾਬ ਦੇ ਵਿੱਚ 117 ਲਗਭਗ ਗਵਰਨਮੈਂਟ ITIs ਨੇ, ਔਰ ਪ੍ਰਾਈਵੇਟ ITIs ਜਿਹੜੀਆਂ ਨੇ 220 ਨੇ, ਜਿਹੜੀਆਂ ਕਾਫੀ ਸਪੀਡ ਦੇ ਨਾਲ ਸਾਡੇ ਮਾਨਯੋਗ ਮੰਤਰੀ ਜੀ ਤੇ ਜਿਹੜੇ ਸਾਡੇ ਮੁੱਖ ਮੰਤਰੀ ਜੀ ਨੇ ਉਹਨਾਂ ਦੇ ਐਫਰਟਸ ਦੇ ਨਾਲ ਬਹੁਤ ਤੇਜ਼ੀ ਨਾਲ ਅੱਗੇ ਵਧਣ ਦੀ ਆਸ ਹੈਗੀ ਆ। ਇਸ ਤੋਂ ਅੱਗੇ ਮੈਂ ਥੋੜਾ ਜਿਹਾ ਹੋਰ ਐਕਸਪਲੇਨ ਕਰਨਾ ਚਾਹਾਂਗਾ ਕਿ ITIs ਇੰਪੋਰਟੈਂਟ ਕਿਉਂ ਹੈਗੀ ਆ। ਕਿਸੇ ਵੀ ਨੇਸ਼ਨ ਦੇ ਵਿੱਚ ਜਿਹੜਾ ਨੇਸ਼ਨ ਹੈਗੀ ਆ ਉਹਦੀ ਪ੍ਰਾਈਮ ਰਿਸਪੌਂਸਿਬਿਲਿਟੀ ਹੁੰਦੀ ਆ ਕਿ ਆਪਣੇ ਹਿਊਮਨ ਰਿਸੋਰਸਿਸ ਜਿਹੜੇ ਆ ਉਹਨਾਂ ਨੂੰ ਡਿਵੈਲਪ ਕੀਤਾ ਜਾਵੇ। ਹੁਣ ਜਿਹੜੇ ਹਿਊਮਨ ਰਿਸੋਰਸਿਸ ਆ ਉਹਨਾਂ ਨੂੰ ਡਿਵੈਲਪ ਕਿਵੇਂ ਕਰਨਾ ਆ? ਸਕਿੱਲ ਪ੍ਰੋਵਾਈਡ ਕਰਕੇ। ਅਨਲੈਸ ਔਰ ਅੰਟਿਲ ਕਿਸੇ ਨੇਸ਼ਨ ਦੇ ਵਿੱਚ ਸਕਿੱਲ ਨਹੀਂ ਹੈਗੀ, ਆਪਾਂ ਆਪਣੇ ਹਿਊਮਨ ਰਿਸੋਰਸਿਸ ਨੂੰ ਡਿਵੈਲਪ ਨਹੀਂ ਕਰ ਸਕਦੇ। ਔਰ ITIs ਇਹਦੇ ਵਿੱਚ ਸਕਿੱਲ ਡਿਵੈਲਪਮੈਂਟ ਦੇ ਵਿੱਚ ਸਭ ਤੋਂ ਵੱਡਾ ਰੋਲ ਪਲੇ ਇਸ ਵੇਲੇ ਕਰਦੀ ਪਈ ਆ। ਇਹਦੇ ਵਿੱਚ ਜਿਹੜੇ HRD ਡਿਪਾਰਟਮੈਂਟਸ ਹੈ ਉਹਨਾਂ ਦੇ ਲਈ ਬਹੁਤ ਜ਼ਿਆਦਾ ਕਰੂਸ਼ੀਅਲ ਇਹ ਇੱਕ ਟਾਸਕ ਹੁੰਦੀ ਆ ਕਿ ਆਪਣੇ ਹਿਊਮਨ ਰਿਸੋਰਸਿਸ ਨੂੰ ਜ਼ਿਆਦਾ ਤੋਂ ਜ਼ਿਆਦਾ ਡਿਵੈਲਪ ਕਰਨਾ, ਔਰ ਸਭ ਤੋਂ ਵੱਡੇ ਪੱਧਰ ਤੇ ITIs ਕਰ ਰਹੀ ਆ। ਹੁਣ ਅਸੀਂ ਗੱਲ ਕਰਦੇ ਹਾਂ ਸਾਡਾ ਡਿਪਾਰਟਮੈਂਟ ਜਿਹੜਾ ਹੈਗਾ, ਮੈਂ ਆਲਰੇਡੀ ਕਹਿ ਚੁੱਕਾ, ਡਾਇਰੈਕਟੋਰੇਟ ਆਫ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਪੰਜਾਬ। ਅਸੀਂ ਬਹੁਤ ਵੱਡਾ ਗੋਲ ਲੈ ਕੇ ਚੱਲਦੇ ਪਏ ਹਾਂ ਬੱਚਿਆਂ ਦੇ ਲਈ। ਹੁਣ ਅਸੀਂ ਡਿਸਕਸ ਕਰਦੇ ਹਾਂ ਕਿ ਸਾਡੇ ਡਿਪਾਰਟਮੈਂਟ ਦਾ ਗੋਲ ਕੀ ਆ, ਅਸੀਂ ਕੀ ਕਰਦੇ ਪਏ ਹਾਂ ਔਰ ਕੀ ਕਰਨਾ ਚਾਹੁੰਦੇ ਹਾਂ। ਯੈਸ ਸਰ। ਯੈਸ ਸਰ। ਹਾਂ, ਮੈਂ ਚਾਹਾਂਗਾ, ਆਪਣੇ ਕੋਲ ਟਾਈਮ ਕਾਫੀ ਘੱਟ ਹੈ, ਤੁਸੀਂ ਬੱਚਿਆਂ ਦੇ ਪੁਆਇੰਟ ਆਫ ਵਿਊ ਨਾਲ ਇੰਪਲੋਏਬਿਲਿਟੀ ਸਕਿੱਲਸ, ਕਿ ਬੱਚਿਆਂ ਦੇ ਵਿੱਚ ਕਿਹੜੀਆਂ ਸਕਿੱਲਸ ਇੰਡਸਟਰੀਲਿਸਟ ਭਾਲਦਾ ਹੈ, ਬੱਚੇ ਨੇ ਇੰਟਰਵਿਊ ਕਿਸ ਤਰ੍ਹਾਂ ਦੇਣੀ ਹੈ ਔਰ ਉਹਨੇ ਇੰਪਲੋਇਮੈਂਟ ਕਿਸ ਤਰ੍ਹਾਂ ਗੇਨ ਕਰਨੀ ਹੈ, ਔਰ ਇਸ ਵਰਚੁਅਲ ਜੌਬ ਫੇਅਰ ਦੇ ਵਿੱਚ ਉਹਨੂੰ ਕੀ ਬੈਨੀਫਿਟ ਹੋਏਗਾ, ਮਤਲਬ ਉਹਦੀ ਇੰਟਰਵਿਊ ਦੀ ਤਿਆਰੀ ਕਿੱਦਾਂ ਕਰੇ ਬੱਚਾ, ਇਹ ਦੱਸੋ। ਜੀ ਸਰ, ਜੀ ਸਰ, ਸ਼ੋਰ ਸਰ। ਚਲੋ ਸਰ ਨੇ ਥੋੜਾ ਜਿਹਾ ਟੌਪਿਕ ਮੇਰਾ ਚੇਂਜ ਕਰਵਾਇਆ ਹੈ, ਸੋ ਮੈਂ ਥੋੜਾ ਜਿਹਾ ਟੌਪਿਕ ਨੂੰ ਹਟ ਕੇ ਥੋੜਾ ਜਿਹਾ ਚੱਲਦਾ ਪਿਆ। ਸੋ 3 ਤਰੀਕੇ ਦੇ ਨਾਲ ਮੈਂ ਸਕਿੱਲ ਦੀ ਗੱਲ ਕਰਦਾ ਪਿਆ ਸੀ। 3 ਤਰੀਕੇ ਦੇ ਨਾਲ ਸਕਿੱਲ ਸਾਡੀ ਜਿਹੜੇ ਹੈਗੇ ਆ ਉਹ ਕਰਦੇ ਪਏ ਆ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਇੰਡਸਟਰੀਅਲ MOUs ਜਿਹੜੇ ਸਾਡੇ ਇੰਸਟੀਚਿਊਟਸ ਕਰਦੇ ਪਏ ਨੇ। ਇੱਕ ਡਿਊਲ ਸਿਸਟਮ ਆਫ ਟ੍ਰੇਨਿੰਗ ਇੰਟਰੋਡਿਊਸ ਹੋਇਆ ਜਿਹਦੇ ਨਾਲ ਸਕਿੱਲ ਜ਼ਿਆਦਾ ਇਨਹਾਂਸ ਹੋ ਰਹੀ ਆ। ਔਰ ਅਪ੍ਰੈਂਟਿਸਸ਼ਿਪ, ਸਭ ਅਪ੍ਰੈਂਟਿਸਸ਼ਿਪ ਬਾਰੇ ਮੈਂ ਗੱਲ ਥੋੜੀ ਜਿਹੀ ਬਾਅਦ ਚ ਕਰਾਂਗਾ, ਕਿਉਂਕਿ ਪਹਿਲਾਂ ਆਪਾਂ ਪਲੇਸਮੈਂਟ ਬਾਰੇ ਗੱਲ ਕਰ ਲਈਏ। ਬੱਚੇ ਦੇ ਲਈ ਸਭ ਤੋਂ ਜ਼ਰੂਰੀ ਹੈ ਜਿਹੜੀਆਂ ਅਲੱਗ-ਅਲੱਗ ਸਾਈਟਸ ਹੈਗੀਆਂ ਨੇ, ਜਿਵੇਂ naukri.com ਹੋ ਗਿਆ, ਔਰ ਇਦਾਂ ਦੀਆਂ ਜਿੰਨੀਆਂ ਵੀ ਨੈਟ ਤੇ ਪਲੇਸਮੈਂਟ ਨਾਲ ਸੰਬੰਧਿਤ ਜਿੰਨੀਆਂ ਵੀ ਸਾਈਟਸ ਨੇ ਉਹਨਾਂ ਨੂੰ ਰੈਗੂਲਰਲੀ ਵਿਜ਼ਿਟ ਕਰਿਆ ਕਰਨ। ਔਰ ਸਾਡੇ ਇੰਪਲੋਏਬਿਲਿਟੀ ਸਕਿੱਲ ਸਬਜੈਕਟ ਦੇ ਵਿੱਚ ਵੀ ਕੁਝ ਵੇਰੀਅਸ ਸਾਈਟਸ ਦਿੱਤੀਆਂ ਹੋਈਆਂ ਨੇ, ਮੈਂਸ਼ਨ ਕੀਤੀਆਂ ਹੋਈਆਂ ਨੇ। ਉਹਨਾਂ ਨੂੰ ਸਾਈਟਸ ਕਰਕੇ ਸਾਰੇ ਜਾਣੇ ਆਪਣੇ ਆਪ ਨੂੰ ਰਜਿਸਟਰਡ ਕਰਨ। ਇਸ ਦੇ ਵਿੱਚ ਪੰਜਾਬ ਦੇ ਵਿੱਚ ਘਰ-ਘਰ ਰੋਜ਼ਗਾਰ ਦੇ ਵਿੱਚ ਆਪਣੇ ਆਪ ਨੂੰ ਰਜਿਸਟ੍ਰੇਸ਼ਨ ITIs ਦੇ ਥਰੂ ਜਾ ਕੇ ਕਰਵਾ ਸਕਦੇ ਆ ਸਾਰੇ ਜਾਣੇ। ਹੁਣ ਕਿੱਦਾਂ ਦਾ ਵਰਕਰ ਜਿਹੜਾ ਹੈਗਾ ਆ ਉਹ ਇੰਡਸਟਰੀ ਨੂੰ ਚਾਹੀਦਾ ਆ? ਇੰਡਸਟਰੀ ਨੂੰ ਵਰਕਰ ਅੱਜ ਕੱਲ ਮਲਟੀ ਸਕਿੱਲ ਵਰਕਰ ਚਾਹੀਦੇ ਨੇ। ਮਲਟੀ ਸਕਿੱਲ ਵਰਕਰ ਇਹ ਨਹੀਂ ਹੈਗਾ ਕਿ ਜੇ ਤੁਸੀਂ ਫਿਟਰ ਟ੍ਰੇਡ ਨਾਲ ਸੰਬੰਧਿਤ ਹੋ ਤੇ ਤੁਹਾਨੂੰ ਫਿਟਰ ਟ੍ਰੇਡ ਦਾ ਜਾਂ ਮਸ਼ੀਨਿਸਟ ਨਾਲ ਸੰਬੰਧਿਤ ਹੋ ਮਸ਼ੀਨਿਸਟ ਦਾ ਹੀ ਕੰਮ ਆਉਣਾ ਚਾਹੀਦਾ। ਇੱਕ ਪਾਰਟਿਕੂਲਰ ਸਾਡੇ ਕੋਲ ਸਕਿੱਲ ਤਾਂ ਹੋਣੀ ਚਾਹੀਦੀ ਆਪਣੀ ਟ੍ਰੇਡ ਦੀ। ਇਸ ਦੇ ਨਾਲ ਨਾਲ ਸਾਡੇ ਕੋਲ ਬਹੁਤ ਜ਼ਿਆਦਾ ਹੋਰ ਸਕਿੱਲਸ ਨਾਲ ਐਡੀਸ਼ਨਲ ਸਕਿੱਲਸ ਹੋਣੀਆਂ ਚਾਹੀਦੀਆਂ ਨੇ। ਮਸ਼ੀਨ ਦੀ ਅਪ ਕਿਵੇਂ ਕਰਨੀ ਆ, ਉਹਦੀ ਮੇਨਟੇਨੈਂਸ ਕਿਵੇਂ ਕਰਨੀ ਆ, ਔਰ ਬਾਕੀ ਸਾਰੇ ਕੰਮ ਕਿੱਦਾਂ ਕੀਤੇ ਜਾਣੇ ਆ। ਸੋ ਆਪਣੇ ਆਪ ਨੂੰ ਉਸ ਤਰੀਕੇ ਦੇ ਨਾਲ ਅਸੀਂ ਜਾ ਕੇ ਜਦੋਂ ਇੰਟਰਵਿਊ ਦੇਣ ਬੈਠਦੇ ਆ ਤੇ ਆਪਣੇ ਆਪ ਨੂੰ ਪ੍ਰੈਜੈਂਟੇਸ਼ਨ ਉਸ ਤਰੀਕੇ ਦੇ ਨਾਲ ਦੇਣੀ ਆ ਕਿ ਤੁਸੀਂ ਹਰ ਕੰਮ ਦੇ ਵਿੱਚ ਸਕਿੱਲ ਹੋ। ਔਰ ਜਿਹੜਾ ਵੀ ਆਪਾਂ ਇੰਟਰਵਿਊ ਦੇਣ ਜਾ ਕੇ ਬੈਠਦੇ ਹੋ,
ਇੱਕ ਤੁਹਾਡਾ ਸਭ ਤੋਂ ਬਹੁਤ ਵੱਡਾ ਮੈਟਰ ਹੈਗਾ that is your body language। body language ਇਹ ਆ ਵੀ ਬਿਲਕੁਲ ਤੁਸੀਂ confidence ਦੇ ਨਾਲ ਜਾਣਾ, ਸਚਾਈ ਦੇ ਨਾਲ ਤੁਸੀਂ ਅਪੀਅਰ ਹੋਣਾ ਆ ਇੰਟਰਵਿਊ ਜਿਹੜਾ ਤੁਹਾਡਾ ਲੈ ਰਿਹਾ ਸਾਹਮਣੇ ਆਫੀਸਰ ਬੈਠੇ ਹੋਏ ਨੇ। ਕੋਈ ਨੈਗੇਟਿਵਿਟੀ ਮਨ ਦੇ ਵਿੱਚ ਨਹੀਂ ਆਉਣੀ ਚਾਹੀਦੀ, ਰਾਈਟ। ਔਰ ਜਿਹੜਾ ਤੁਸੀਂ ਆਨਸਰ ਦੇਣਾ ਉਹ ਬਹੁਤ ਕੌਨਫੀਡੈਂਟ ਹੋਣਾ ਚਾਹੀਦਾ ਔਰ ਸਚਾਈ ਹੋਣੀ ਚਾਹੀਦੀ ਹੈ। ਜੇ ਤੁਹਾਨੂੰ ਕੁਝ ਕਿਸੇ ਵੇਲੇ ਨਹੀਂ ਆਂਦਾ ਜਾਂ ਜਿੰਨਾ ਕੁ ਵੀ ਆਂਦਾ ਹੈ ਆਪਾਂ ਨੂੰ ਉਹਨਾਂ ਕੁ ਤੁਸੀਂ ਆਨਸਰ ਕਰੋ ਔਰ ਉਸ ਤੋਂ ਬਾਅਦ ਕਹਿ ਦਿਓ ਜੀ ਇਹ ਮੈਨੂੰ ਨਹੀਂ ਆਂਦਾ, ਇਹ ਮੈਂ ਬਹੁਤ ਜਲਦੀ ਸਿੱਖ ਲਵਾਂਗਾ, ਤਾਂ ਜੋ ਉਹਨਾਂ ਨੂੰ ਇਹ ਪਤਾ ਲੱਗੇ, ਜਿਹੜਾ ਸਾਹਮਣੇ ਤੁਹਾਡੇ ਟੇਬਲ ਤੇ ਬੈਠਾ ਆ ਉਹਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਇਹ ਮੇਰੇ ਸਾਹਮਣੇ ਜਿਹੜਾ ਕੈਂਡੀਡੇਟ ਬੈਠਾ ਹੋਇਆ ਆ ਇਹ ਬਹੁਤ ਜਲਦੀ ਚੀਜ਼ਾਂ ਨੂੰ ਸਿੱਖਣ ਵਾਲਾ ਹੈਗਾ ਔਰ ਇਹਦੇ ਵਿੱਚ ਬਹੁਤ ਜ਼ਿਆਦਾ ਐਥਿਕ ਕੁਆਲਿਟੀਜ਼ ਹੈਗੀਆਂ, ਬਹੁਤ ਜ਼ਿਆਦਾ ਟਰੂ ਕੁਆਲਿਟੀਜ਼ ਹੈਗੀਆਂ ਨੇ, ਸੱਚਾਈ ਬੋਲਦਾ ਆ। ਔਰ ਜਿਹੜਾ EMPLOYEE ਇੰਡਸਟਰੀ ਦਾ ਸੱਚ ਬੋਲਦਾ ਹੋਵੇ, ਐਥਿਕ ਕੁਆਲਿਟੀਜ਼ ਵਾਲਾ ਹੋਵੇ, ਉਹ ਹੀ ਇੰਡਸਟਰੀ ਜਿਹੜੀ ਆ ਉੱਪਰ ਉੱਠਦੀ ਆ। ਔਰ ਇੰਡਸਟਰੀ ਜਿਹੜੀ ਆ ਇਦਾਂ ਦੇ ਵਰਕਰ ਹੀ ਪਾਲਦੇ ਆ ਜਿਹੜੇ ਸੱਚੇ ਹੋਣ, ਐਥਿਕ ਹੋਣ ਔਰ ਕੌਨਫੀਡੈਂਟ ਹੋਣ। ਸੋ ਇਹ ਤਾਂ ਸੀਗਾ ਇੰਟਰਵਿਊ ਦੇ ਵਿੱਚ ਕਿਹੜੇ ਤਰੀਕੇ ਦੇ ਨਾਲ ਆਪਾਂ ਅਪੀਅਰ ਹੋਣਾ, ਇੰਜ਼ਾਇਟੀ ਲੈ ਕੇ ਕੋਈ ਨਹੀਂ ਜਾਣਾ, ਰਾਈਟ। ਸੋ ਜਿੰਨੇ ਵੀ ਪਲੇਸਮੈਂਟ ਦੇ ਨਾਲ ਸੰਬੰਧਿਤ ਸਾਈਟਸ ਨੇ, ਮੈਂ ਬਾਰ-ਬਾਰ ਤੁਹਾਨੂੰ ਕਹਿ ਰਿਹਾ, naukri.com ਹੋ ਗਿਆ ਜਾਂ ਹੋਰ ਮੈਂ ਇੰਪਲੋਏਬਿਲਿਟੀ ਸਕਿੱਲਸ ਦੀ ਕਲਾਸ ਦੇ ਵਿੱਚ ਤੁਹਾਡੇ ਨਾਲ ਡਿਸਕਸ ਵੀ ਸਾਰਿਆਂ ਨਾਲ ਕੀਤਾ ਹੋਇਆ ਵੀ ਕਿਹੜੀਆਂ-ਕਿਹੜੀਆਂ ਸਾਈਟਸ ਹੋਰ ਹੈਗੀਆਂ ਨੇ। ਉੱਥੇ ਸਾਰਿਆਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਨਾ। ਘਰ-ਘਰ ਰੋਜ਼ਗਾਰ ਦੇ ਥਰੂ ਜਾ ਕੇ ਆਪਣੇ ITIs ਨੂੰ ਕੰਟੈਕਟ ਕਰੋ, ਉਹਨਾਂ ਦੇ ਥਰੂ ਆਪਣੇ ਆਪ ਨੂੰ ਰਜਿਸਟਰਡ ਕਰਵਾਓ। ਜਿਹੜੀਆਂ ਪਲੇਸਮੈਂਟ ਡਰਾਈਵਸ ਇੰਸਟੀਚਿਊਟਸ ਦੇ ਵਿੱਚ ਚੱਲਦੀਆਂ ਪਈਆਂ ਨੇ, ਅਸੀਂ ਜਿਹੜੇ ਨਿਮੀ ਲੈਕਚਰਸ ਡੇਲੀ ਲੈ ਰਹੇ ਹਾਂ ਉਹਨਾਂ ਦੇ ਵਿੱਚ ਤੁਹਾਨੂੰ ਉਹਨਾਂ ਦੇ ਲਿੰਕ ਪ੍ਰੋਵਾਈਡ ਕਰ ਰਹੇ ਹਾਂ, ਉਹਨਾਂ ਤੇ ਜਾਣਾ ਸਾਰਿਆਂ ਨੇ। ਇਸ ਤੋਂ ਇਲਾਵਾ ਇੱਕ ਇਹ ਤਾਂ ਹੋ ਗਈ ਜੌਬ ਲੈਣੀ, ਇਸ ਤੋਂ ਇਲਾਵਾ ਇੱਕ ਬਹੁਤ ਜ਼ਰੂਰੀ ਹੈ that is apprenticeship। ਅਪ੍ਰੈਂਟਿਸਸ਼ਿਪ ਜਿਹੜੀ ਹੈਗੀ ਉਹ ਬਹੁਤ ਜ਼ਰੂਰੀ ਹੈ। ਇਹਦੇ ਵਿੱਚ ਜਿਹੜੇ ਬੱਚਿਆਂ ਨੇ ਆਪਣੇ ਆਪ ਨੂੰ ਰਜਿਸਟਰਡ ਕਰਵਾਉਣਾ ਆ। ਅਪ੍ਰੈਂਟਿਸਸ਼ਿਪ ਦੇ ਵਿੱਚ ਇੱਕ ਨੋਟ ਕਰਨਾ ਸਾਰੇ ਮੇਰੇ ਸਟੂਡੈਂਟਸ ਨੇ, ਅਪ੍ਰੈਂਟਿਸਸ਼ਿਪ ਹੈ ਕੀ ਆ। ਹੁਣ ਇਹ ਅਪ੍ਰੈਂਟਿਸਸ਼ਿਪ ਜਿਹੜਾ ਆਪਾਂ ITI ਕਰਨ ਤੋਂ ਬਾਅਦ ਇੰਡਸਟਰੀ ਦੇ ਵਿੱਚ ਜਾ ਕੇ ਔਨ ਜੌਬ ਟ੍ਰੇਨਿੰਗ ਕਰਨੀ ਹੈ। ਇਹ ਇੱਕ ਐਜੂਕੇਸ਼ਨ ਦਾ ਹੀ ਪਾਰਟ ਹੈਗਾ ਆ। ਕੰਪਲੀਟ ਸਾਡੀ ITI ਸਪੈਨ ਤਾਂ ਹੁੰਦੀ ਹੈ ਜੇ ਅਸੀਂ ITI ਦੇ ਵਿੱਚ ਟਾਈਮ ਲਗਾਇਆ ਹੈ, ਉਸ ਤੋਂ ਬਾਅਦ ਇੰਡਸਟਰੀ ਦੇ ਵਿੱਚ ਜਾ ਕੇ ਟਾਈਮ ਲਗਾ ਕੇ ਪੂਰਾ ਕਰਦੇ ਹਾਂ। ਅਪ੍ਰੈਂਟਿਸਸ਼ਿਪ ਦੇ ਵਿੱਚ ਤੁਹਾਨੂੰ ਅਪ੍ਰੈਂਟਿਸਸ਼ਿਪ ਦੇ ਵਿੱਚ ਤੁਹਾਨੂੰ ਵੈਰੀ ਗੁੱਡ। ਹੁਣ ਆਪਣੇ ਕੋਲ ਟਾਈਮ ਥੋੜਾ ਰਹਿ ਗਿਆ, ਆਪਾਂ ਬੱਚਿਆਂ ਨੂੰ ਸਰ ਸਾਈਟ ਦੱਸਣੀ, ਮੈਂ ਸਿਰਫ ਇਹਨਾਂ ਨੂੰ ਨਿਊ ਪੋਰਟਲ ਅਪ੍ਰੈਂਟਿਸਸ਼ਿਪ ਦਾ ਇੰਟਰੋਡਿਊਸ ਹੋਇਆ ਆ। ਪੁਰਾਣੇ ਪੋਰਟਲ ਤੇ ਕਿਸੇ ਨੇ ਨਹੀਂ ਜਾਣਾ। ਸੈਪਰੇਟ ਇਹਦੇ ਤੇ ਲੈਕਚਰ ਵੀ ਲਾਂਗੇ apprenticeship.org, ਇਹ ਨੋਟ ਕਰ ਲੈਣਾ ਸਾਰੇ ਨੇ। ਥੈਂਕ ਯੂ ਵੈਰੀ ਮਚ। ਟਾਈਮ ਬਹੁਤ ਘੱਟ ਸੀ, ਬੋਲਣ ਨੂੰ ਬਹੁਤ ਜ਼ਿਆਦਾ ਸੀਗਾ। ਸੋ ਨੈਕਸਟ ਜੇ ਪਲਾਨ ਹੋਇਆ ਤਾਂ ਸ਼ੇਅਰ ਕਰਾਂ। ਥੈਂਕ ਯੂ। ਹਾਂ ਰਕੇਸ਼ ਜੀ, ਮੈਂ ਤੁਹਾਨੂੰ ਥੋੜਾ ਜਿਹਾ ਟਾਈਮ ਦਿੰਨਾ, ਤੁਸੀਂ ਕਾਈਂਡਲੀ ਜੋ ਡਿਟੇਲ ਤੁਹਾਨੂੰ WhatsApp ਕੀਤੀਆਂ ਉਹਨੂੰ ਸ਼ੇਅਰ ਕਰਨ ਦੀ ਕੋਸ਼ਿਸ਼ ਕਰੋ। ਜੀ ਸਰ, ਠੀਕ ਹੈ। ਜਾਂ ਤੁਸੀਂ ਲੈਪਟਾਪ ਤੋਂ ਛੱਡ ਕੇ ਮੋਬਾਈਲ ਤੋਂ ਲੌਗਇਨ ਕਰਕੇ ਜਾਂ ਜਿਸ ਤਰ੍ਹਾਂ ਵੀ ਕੋਸ਼ਿਸ਼ ਕਰੋ, ਫਿਰ ਉਹਨੂੰ ਸ਼ੇਅਰ ਕਰ ਦੇਣਾ ਵਿੱਚ ਹੀ ਚਾਹੇ। ਸੋ ਬੈਕ ਟੂ ITI ਲੁਧਿਆਣਾ ਅਸੀਂ ਜਾਵਾਂਗੇ ਜੇ ਉਹਨਾਂ ਨਾਲ ਇੰਡਸਟਰੀਲਿਸਟ ਜੁੜ ਚੁੱਕੇ ਆ। ਉਸ ਤੋਂ ਪਹਿਲਾਂ ਮੈਂ ਥੋੜਾ ਜਿਹਾ ਇਹ ਜਿਸ ਤਰ੍ਹਾਂ ਰਕੇਸ਼ ਜੀ ਨੇ ਦੱਸਿਆ, ਬਲਜਿੰਦਰ ਜੀ ਨੇ ਦੱਸਿਆ, ਇਸ ਦਾ ਬੱਚਿਆਂ ਨੂੰ ਇੱਕ ਜੋ ਡਰ ਹੁੰਦਾ ਇੰਟਰਵਿਊ ਦਾ, ਮੈਂ ਉਮੀਦ ਕਰਦਾ ਤੁਹਾਡਾ ਉਹ ਡਰ ਜ਼ਰੂਰ ਖਤਮ ਹੋਇਆ ਹੋਏਗਾ। ਔਰ ਜਿੰਨੇ ਸਾਡੇ ਇੰਸਟ੍ਰਕਟਰ ਸਾਹਿਬਾਨ ਔਰ ਜਿੰਨੇ ਇੰਡਸਟਰੀਲਿਸਟ ਜੁੜੇ ਹੋਏ ਨੇ, ਉਹਨਾਂ ਤੋਂ ਵੀ ਮੈਂ ਉਮੀਦ ਕਰਦਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਮੋਟੀਵੇਟ ਕਰੋ। ਬੱਚਿਆਂ ਨੂੰ ਮੈਂ ਜ਼ਰੂਰ ਕਹਿਣਾ ਚਾਹੁੰਦਾ ਕਿ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਰਕੇਸ਼ ਜੀ ਨੇ, ਕੌਨਫੀਡੈਂਸ ਔਰ ਸੱਚਾਈ ਇਹ ਬਹੁਤ ਪੇ ਕਰਦੀ ਹੈ। ਆਪਣੇ ਪਲੇਸਮੈਂਟ ਨੂੰ ਇੱਕ ਹਊਆ ਨਾ ਸਮਝ ਕੇ, ਇੱਕ ਇਸ ਤਰ੍ਹਾਂ ਨਾ ਸਮਝ ਕੇ ਕਿ ਪਤਾ ਨਹੀਂ ਨੌਕਰੀ ਮਿਲਣੀ ਨਹੀਂ ਮਿਲਣੀ। ਤੁਹਾਡਾ ਸਟਾਰਟ ਆਫ ਦਾ ਕੈਰੀਅਰ ਹੁੰਦਾ ਹੈ। ਤੁਸੀਂ ਆਪਣੀ ਚੂਜ਼ ਕਰੋ ਕਿ ਕਿਸ ਫੀਲਡ ਦੇ ਵਿੱਚ ਤੁਸੀਂ ਜਾਣਾ ਹੈ। ਤੁਹਾਡੇ ਇੰਸਟ੍ਰਕਟਰਸ ਤੁਹਾਨੂੰ ਗਾਈਡ ਕਰਦੇ ਆ, ਤੁਹਾਡੇ GI, ਤੁਹਾਡੇ ਪ੍ਰਿੰਸੀਪਲ ਸਾਹਿਬ, ਤੁਹਾਡੇ ਮਾਂ-ਬਾਪ, ਤੁਹਾਡਾ ਫਰੈਂਡ ਸਰਕਲ, ਪੀਅਰ ਗਰੁੱਪ ਤੁਹਾਨੂੰ ਗਾਈਡ ਕਰਦਾ ਇਹਦੇ ਵਿੱਚ। ਆਪਣਾ ਜਿਸ ਪ੍ਰੋਫੈਸ਼ਨ ਦੇ ਵਿੱਚ, ਜਿਸ ਫੀਲਡ ਦੇ ਵਿੱਚ ਤੁਹਾਡੀ ਐਕਸਪਰਟੈਂਸੀ ਹੈਗੀ ਹੈ, ਕਾਰਜ ਕੁਸ਼ਲਤਾ ਹੈਗੀ ਹੈ, ਜਿਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਐਕਸਪਰਟ ਮਹਿਸੂਸ ਕਰਦੇ ਹੋ, ਉਹਦੀ ਪੂਰੀ ਨੌਲੇਜ ਗ੍ਰਹਿਣ ਕਰੋ ਔਰ ਇੰਟਰਵਿਊ ਨੂੰ ਪੂਰੇ ਕੌਨਫੀਡੈਂਸ ਦੇ ਨਾਲ ਫੇਸ ਕਰੋ, ਸੱਚਾਈ ਦੇ ਨਾਲ। ਔਰ ਜੋ ਤੁਹਾਡੀਆਂ ਕੁਆਲਿਟੀਜ਼ ਹੈਗੀਆਂ ਉਹ ਵੱਧ ਤੋਂ ਵੱਧ ਆਪਣੇ EMPLOYER ਨੂੰ ਦੱਸੋ। ਇਹੀ ਤੁਹਾਡੇ ਤੋਂ ਇੰਡਸਟਰੀਲਿਸਟ ਦੀ ਇੱਕ ਉਮੀਦ ਹੁੰਦੀ ਹੈ, ਕਿਉਂਕਿ ਜੋ ਤੁਸੀਂ ITI ਦੇ ਵਿੱਚ ਸਿੱਖਿਆ ਉਸ ਤੋਂ ਬਾਅਦ ਜੋ ਇੰਡਸਟਰੀ ਦੇ ਵਿੱਚ ਤੁਸੀਂ ਕਰਨਾ ਹੈ ਉਹ ਥੋੜਾ ਜਿਹਾ ਫਰਕ ਹੁੰਦਾ ਹੈ। ਇੰਡਸਟਰੀਲਿਸਟ ਤੁਹਾਡਾ ਐਟੀਟਿਊਡ, ਤੁਹਾਡਾ ਐਪਟੀਟਿਊਡ ਜੱਜ ਕਰਦਾ ਹੈ ਔਰ ਉਸ ਤੋਂ ਬਾਅਦ ਤੁਹਾਨੂੰ ਸਿਲੈਕਟ ਕਰਕੇ ਉਹ ਆਪਣੇ ਫੀਲਡ ਤੇ ਵੀ ਟ੍ਰੇਨਿੰਗ ਦਿੰਦਾ ਹੈ। ਫਿਰ ਉਹਦੇ ਚ ਸਿੰਸੀਅਰਿਟੀ ਰੱਖੋ। ਜਿੱਥੇ ਜੁਆਇਨ ਕਰਦੇ ਹੋ ਉੱਥੋਂ ਮੈਕਸਿਮਮ ਤੁਹਾਡਾ ਬੱਚਿਓ ਲਰਨਿੰਗ ਦਾ ਟਾਈਮ ਹੈ, ਲਰਨ ਕਰੋ। ਸੈਲਰੀ ਮੈਂ ਕਹਿੰਦਾ ਨੋ ਡਾਊਟ ਇਟਸ ਅ ਕ੍ਰਾਈਟੀਰੀਆ, ਸੈਲਰੀ ਵੀ ਇੰਪੋਰਟੈਂਟ ਹੈ,
ਬਟ ਐਟ ਦਾ ਸਟਾਰਟ ਆਫ ਦਾ ਕੈਰੀਅਰ ਐਸੀ ਸੈਲਰੀ ਇੰਪੋਰਟੈਂਟ ਨਹੀਂ ਹੁੰਦੀ। ਜੇ ਅਸੀਂ ਆਪਣੀ ਗੱਲ ਕਰੀਏ ਜਾਂ ਸਾਡੇ ਨਾਲ ਜਿੰਨੇ ਵੀ ਲੋਕ ਜੁੜੇ ਹੋਏ ਨੇ, ਜੇ ਆਪਣੇ ਐਕਸਪੀਰੀਅੰਸ ਸ਼ੇਅਰ ਕਰੀਏ, ਤੇ ਕਾਫੀ ਐਸੇ ਸਕਸੈਸਫੁਲ ਲੋਕ ਹੈਗੇ ਜਿਨ੍ਹਾਂ ਨੇ ਬੜੇ ਘੱਟ ਸੈਲਰੀ ਤੋਂ ਸ਼ੁਰੂ ਕਰਕੇ ਬੜੇ ਰਾਈਜ਼ ਕਰਦੇ ਆ ਲਾਈਫ ਦੇ ਵਿੱਚ, ਬਹੁਤ ਜ਼ਿਆਦਾ ਰਾਈਜ਼ ਕਰਦੇ ਆ। ਸੋ ਮੈਂ ਚਾਹਾਂਗਾ ਤੁਸੀਂ ਉਸੇ ਤਰੀਕੇ ਨਾਲ ਬੇਬੈਕ ਹੋ ਕੇ ਇੰਟਰਵਿਊ 'ਚ ਅਪੀਅਰ ਹੋਵੋ। ਔਰ ਇਹਦੇ ਨਾਲ ਹੀ ਮੈਂ ਬਲਜਿੰਦਰ ਜੀ ਨੂੰ ਵੀ ਰਿਕੁਐਸਟ ਕਰਨਾ ਚਾਹਾਂਗਾ ਕਿ ਥੋੜਾ ਇਹਦੇ ਵਿੱਚ ਆਪਾਂ ਕੁਆਂਟੀਟੀ ਇਨਕਰੀਜ਼ ਕਰਦੇ ਹੋਏ ਆਪਾਂ ਜਲਦੀ ਤੋਂ ਜਲਦੀ ਜ਼ਿਆਦਾ ਤੋਂ ਜ਼ਿਆਦਾ ਬੱਚਿਆਂ ਨੂੰ ਇੰਪਲੋਇਮੈਂਟ ਦਿਵਾਉਣ 'ਚ ਕਾਬਲ ਹੋਈਏ। ਜੇ ਇਹਦੇ ਲਈ ਕੋਈ ਹੋਰ ਫਰਦਰ ਟ੍ਰੇਨਿੰਗ ਦੀ ਬੱਚੇ ਜ਼ਰੂਰਤ ਮਹਿਸੂਸ ਕਰਦੇ ਆ, ਜਾਂ ਕੋਈ ਕਲਾਸਿਸ ਦੀ ਜ਼ਰੂਰਤ ਮਹਿਸੂਸ ਕਰਦੇ ਆ, ਜਾਂ ਜਿਸ ਤਰ੍ਹਾਂ ਪਰਸਨੈਲਿਟੀ ਡਿਵੈਲਪਮੈਂਟ, ਗਰੁੱਪ ਡਿਸਕਸ਼ਨਸ, ਇੰਪਲੋਏਬਿਲਿਟੀ ਓਪਰਚੁਨਿਟੀਜ਼, ਜਿਸ ਤਰ੍ਹਾਂ ਰਕੇਸ਼ ਜੀ ਨੇ ਹੋਰ ਸਾਈਟਸ ਦੀ ਵੀ ਗੱਲ ਕੀਤੀ, ਪਰ ਮੈਂ ਬੱਚਿਆਂ ਨੂੰ ਇਹ ਨਹੀਂ ਚਾਹੁੰਦਾ ਕਿ ਤੁਸੀਂ ਜ਼ਿਆਦਾ ਵੀ ਇਸ ਵੇਲੇ ਜ਼ਿਆਦਾ ਗੱਲਾਂ ਨਾ ਕਰਦੇ ਹੋਏ, ਮੈਂ ਚਾਹੁੰਦਾ ਕਿ ਜੋ ਸਾਡਾ ਡਿਪਾਰਟਮੈਂਟ ਹੀ ਐਫਰਟ ਕਰ ਰਿਹਾ ਉਹਦੇ ਉੱਤੇ ਹੀ ਜੇ ਤੁਸੀਂ ਕੰਸਨਟਰੇਟ ਕਰੋ ਤੇ ਵੀ ਵਿਲ ਮੇਕ ਸ਼ੋਰ ਕਿ ਯੂ ਗੈਟ ਐਮਪਲੋਇਮੈਂਟ। ਇਸ ਤੋਂ ਇਲਾਵਾ ਤੁਸੀਂ ਜਿਹਨੂੰ ਸੈਲਫ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ ਵੀ ਤੁਸੀਂ ਕਈ ਲੈਕਚਰ ਅਟੈਂਡ ਕੀਤੇ ਆ, ਤੁਸੀਂ ਆਪਣੇ ਕੰਮ ਧੰਦੇ ਵੀ ਸਟਾਰਟ ਕਰ ਸਕਦੇ ਹੋ, ਉਹਦੇ ਅਸੀਂ ਸੈਪਰੇਟ ਲੈਕਚਰ ਲਵਾਂਗੇ। ਸੋ ਰਕੇਸ਼ ਜੀ ਨੇ ਸਲਾਈਡ ਸ਼ੇਅਰ ਕੀਤੀ ਹੈ ਤੇ ਮੈਂ ਆਪਣੀ ਗੱਲ ਨੂੰ ਪੂਰੇ ਕਰਦੇ ਹੋਏ ਮੈਂ ਚਾਹਾਂਗਾ ਕਿ ਫਿਰ ਬੈਕ ਟੂ ਬਲਜਿੰਦਰ ਸਿੰਘ ਜੀ, ਜੇ ਉਹਨਾਂ ਨਾਲ ਇੰਡਸਟਰੀਲਿਸਟ ਜੁੜ ਗਏ ਆ ਤੇ ਉਹਨਾਂ ਤੋਂ ਬੁਲਵਾ ਲੈਣ। ਇਹ ਸਲਾਈਡਸ ਇਹਨਾਂ ਨੇ ਸ਼ੇਅਰ ਕੀਤੀ ਹੈ, ਬਲਜਿੰਦਰ ਜੀ ਹੀ ਇਹਦੇ ਬਾਰੇ ਦੱਸ ਦੇਣਗੇ ਤੁਹਾਨੂੰ ਕਿ ਇਹ ਦੇਖੋ, ਨੇਮ ਆਫ ਇੰਸਟ੍ਰਕਟਰ, ਨੇਮ ਆਫ ਆਰਗੇਨਾਈਜੇਸ਼ਨ ਐਂਡ ਡੇਟ ਆਫ ਇੰਟਰਵਿਊ ਇਹਨਾਂ ਨੇ ਦੱਸੀ ਹੈ, ਨੇਮ ਆਫ ਟ੍ਰੇਨਿਸ, ਕਿਹੜੇ ਕਿਹੜੇ ਬੱਚਿਆਂ ਦੀ ਇੰਟਰਵਿਊ ਲਈ, ਔਰ ਇਹ ਕਦੋਂ ਕਦੋਂ ਸ਼ਾਰਟਲਿਸਟ ਹੋ ਗਏ ਆ। ਇਸ ਤੋਂ ਇਲਾਵਾ ਰਕੇਸ਼ ਜੀ ਇੱਕ ਸਲਾਈਡ ਸ਼ੇਅਰ ਕਰਨਾ ਵੀ ਕਿਹੜੀਆਂ ਕਿਹੜੀਆਂ ਟ੍ਰੇਡਾਂ ਔਰ ਕਿੰਨੀਆਂ ਕਿੰਨੀਆਂ ਵੈਕੈਂਸੀਜ਼ ਕਿਹੜੀ ਕਿਹੜੀ ਇੰਡਸਟਰੀ ਦੇ ਵਿੱਚ ਇਹਨਾਂ ਨੇ ਚਾਕ ਡਾਊਨ ਕੀਤੀ ਹੋਈ ਹੈ। ਇੱਕ ਉਹ ਵੀ ਸਲਾਈਡ ਜੇ ਇਹਨਾਂ ਨੇ WhatsApp ਤੁਹਾਨੂੰ ਕਰਤਾ ਤੇ ਉਹ ਵੀ ਸ਼ੇਅਰ ਕਰ ਦਿਓ। ਸੋ ਬਲਜਿੰਦਰ ਜੀ ਇੰਡਸਟਰੀਲਿਸਟ ਨੂੰ ਬੁਲਾਓ, ਸਾਡੇ ਕੋਲ ਸਿਰਫ 10 ਮਿੰਟ ਰਹਿ ਗਏ ਆ। ਆਪਣਾ ਦਮਨ ਸਰ, ਮੇਰੇ ਕੋਲ ਨਾ ਇਹੀ ਇੱਕ PDF ਫਾਈਲ ਆਈ ਸੀ ਜਿਹੜੀ ਮੈਂ ਸ਼ੇਅਰ ਕੀਤੀ ਹੈ। ਬਲਜਿੰਦਰ ਜੀ ਦੂਜੀ ਬਾਕੀ ਹਾਂਜੀ ਸਰ ਮੈਂ ਗੱਲ ਕਰ ਰਿਹਾ। ਅੱਜ ਤੱਕ ਜੋ ਮੈਂ ਬੱਚਿਆਂ ਨਾਲ ਰਿਲੇਟਡ ਗੱਲ ਕਰਨ ਲੱਗਿਆ ਸਰ, ਤੇ ਅਸੀਂ ਜੋ ਸਟ੍ਰੈਟੇਜੀ ਤਿਆਰ ਕੀਤੀ ਹੈ 15 ਤਰੀਕ ਤੋਂ ਸਾਡੀ ਇੰਟਰਵਿਊ ਸਟਾਰਟ ਹੈ ਜੀ। ਅੱਜ ਤੱਕ ਅਸੀਂ ਜੋ ਇੰਟਰਵਿਊ ਲਈਆਂ ਨੇ ਉਹ ਸਿਰਫ ਪਾਸ ਆਊਟ ਜਿਹੜੇ ਸਿਖਿਆਰਥੀ ਨੇ ਉਹਨਾਂ ਨੂੰ ਘਰੋਂ ਬੁਲਾ ਕੇ ਜਾਂ ਉਹਨਾਂ ਨੂੰ ਇੰਟੀਮੇਟ ਕਰਕੇ ਇਸ ਪਲੇਟਫਾਰਮ ਤੇ ਲਿਆਂਦਾ ਹੈਗਾ ਜੀ। ਤੇ ਸਾਡੀ ਜਿਹੜੀ ਅਗਲੀ ਸਟ੍ਰੈਟੇਜੀ ਆ ਉਹ ਫਾਈਨਲ ਈਅਰ ਸਟੂਡੈਂਟਾਂ ਦੀ ਆ। ਉਹ ਮੁੱਖ ਦਫ਼ਤਰ ਤੋਂ ਅਸੀਂ ਥੋੜਾ ਜਿਹਾ ਡਾਇਰੈਕਸ਼ਨਾਂ ਚਾਹੁੰਦੇ ਸੀ ਵੀ ਜਦੋਂ ਵੀ ਸਾਨੂੰ ਮੁੱਖ ਦਫ਼ਤਰ ਤੋਂ ਹਦਾਇਤ ਹੋਏਗੀ, ਅਸੀਂ ਜਿਹੜੇ ਰੈਗੂਲਰ ਫਾਈਨਲ ਈਅਰ ਦੇ ਸਟੂਡੈਂਟ ਨੇ ਤੇ ਉਹਨਾਂ ਦੀ ਇੰਟਰਵਿਊ ਜਿਹੜੀ ਉਹਨਾਂ ਦੀ ਪਲੇਸਮੈਂਟ ਆ ਅਸੀਂ ਸ਼ੁਰੂ ਕਰਾ ਸਕੀਏ। ਫਿਲਹਾਲ ਅਸੀਂ ਜੋ ਕਰਾ ਰਹੇ ਹਾਂ ਉਹ ਸਿਰਫ ਪਾਸ ਆਊਟ ਬੱਚਿਆਂ ਨੂੰ ਘਰੋਂ ਬੁਲਾ ਕੇ ਜਾਂ ਉਹਨਾਂ ਨੂੰ ਕਿਵੇਂ ਨਾ ਕਿਵੇਂ ਲੱਭ ਕੇ ਜਾਂ ਇੰਟੀਮੇਟ ਕਰਕੇ ਸਾਡੀ ਪੂਰੀ ਟੀਮ ਲੱਗੀ ਹੋਈ ਆ। ਅਸੀਂ ਵੱਧ ਤੋਂ ਵੱਧ ਪਾਸ ਆਊਟ ਸਟੂਡੈਂਟ ਜਿਹੜੇ ਆ ਉਹ ਫਿਲਹਾਲ ਪਲੇਸ ਕਰਾ ਰਹੇ ਹਾਂ। ਇੰਡਸਟਰੀ ਦਾ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ। ਤੇ ਬਾਕੀ ਬੱਚਿਆਂ ਲਈ ਮੈਂ ਗੱਲ ਦੱਸਣਾ ਚਾਹੁੰਦਾ ਵੀ ਜਿਹੜਾ ਇਹ ਵਰਚੁਅਲ ਪਲੇਟਫਾਰਮ ਆ ਇਹਦੇ ਵਿੱਚ ਝਿਜਕਣ ਵਾਲੀ ਕੋਈ ਗੱਲ ਨਹੀਂ, ਬਹੁਤ ਹੀ ਇੰਟਰਸਟਿੰਗ ਤੇ ਬਹੁਤ ਹੀ ਮਤਲਬ ਕਲੋਜ਼ ਤੁਸੀਂ ਇੰਡਸਟਰੀਲਿਸਟ ਨਾਲ ਗੱਲ ਕਰ ਸਕਦੇ ਹੋ। ਜਿਸ ਤਰ੍ਹਾਂ ਸਾਡੇ ਕੋਲ ਕਈ ਐਕਸਪੀਰੀਅੰਸ ਦੇਖਣ ਨੂੰ ਮਿਲੇ ਨੇ ਵੀ ਬੱਚਾ ਕਹਿੰਦਾ ਵੀ ਸਰ ਮੈਨੂੰ ਸੈਲਰੀ ਕਿੰਨੀ ਦਓਗੇ, ਤਾਂ ਫੇਸ ਟੂ ਫੇਸ ਗੱਲ ਹੋ ਜਾਂਦੀ ਆ। ਇੰਡਸਟਰੀਲਿਸਟ ਨੂੰ ਦੱਸਣੀ ਪੈਂਦੀ ਆ ਵੀ ਮੈਂ ਤੁਹਾਨੂੰ 10,000 ਦਊਂਗਾ ਜਾਂ 12,000 ਦਊਂਗਾ। ਤੇ ਇਸ ਕਰਕੇ ਜਿਹੜੀ ਇਹ ਬਹੁਤ ਵਧੀਆ ਹੈਗੀ ਆ, ਜਿਹੜੇ ਇਹਦੇ ਵਿੱਚ ਕੋਈ ਲੁਕੋ ਨਹੀਂ ਹੈਗਾ, ਪਾਰਦਰ ਟ੍ਰਾਂਸਪੇਰੈਂਟ ਹੈਗਾ ਸਾਰਾ ਕੁਝ। ਤੇ ਬੱਚਿਆਂ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਹੈਗੀ। ਤੇ ਸਾਰੇ ਬੱਚੇ ਈਜ਼ੀਲੀ ਜਿਹੜੇ ਇੰਟਰਵਿਊ ਦੇ ਸਕਦੇ ਨੇ ਤੇ ਬਹੁਤ ਹੀ ਸੌਖੇ ਤਰੀਕੇ ਨਾਲ ਜਿਹੜੀ ਆ ਸਿਲੈਕਸ਼ਨ ਹੋ ਜਾਂਦੀ ਆ। ਆਪਣੇ ਜਿਹੜੇ ਕਾਬਲ ਬੱਚੇ ਨੇ ਉਹ ਸਾਹਮਣੇ ਆ ਰਹੇ ਨੇ। ਤੇ ਮੈਂ ਸਾਰੇ ਬੱਚਿਆਂ ਨੂੰ ਮੋਟੀਵੇਟ ਕਰਦਾ ਵੀ ਸਾਰੇ ਬੱਚੇ ਇੱਕ ਆਪਣੀ ਸਪਿਰਿਟ ਪੈਦਾ ਕਰੋ ਤੇ ਆਪਣੇ ਜੋ ਸਬਜੈਕਟ ਹੈਗਾ ਉਹਦੇ ਵਿੱਚ ਥੋੜਾ ਜਿਹਾ ਪੜ੍ਹ ਕੇ ਉਹਦੇ ਲਈ ਕਾਬਲ ਹੋ ਕੇ ਇੰਟਰਵਿਊ ਦਿਓ ਤੇ ਸਾਰੇ ਸਕਸੈਸ ਹੋਣਗੇ। ਕੋਈ ਪ੍ਰੋਬਲਮ ਨਹੀਂ। ਜੌਬਸ ਇੰਨੀਆਂ ਨੇ, ਜਿੰਨੇ ਬੱਚੇ ਤੁਹਾਡੇ ਅੱਜ ਸਾਡੇ ਨਾਲ ਜੁੜੇ ਨੇ ਪਲੱਸ ਜਿੰਨੇ ਫਾਈਨਲ ਈਅਰ ਚ ਪੜ੍ਹਦੇ ਨੇ ਸਾਰੇ ਹੀ ਪੁਆਇੰਟ ਕਰਾਵਾਂਗੇ ਅਸੀਂ। 100% ਪਲੇਸਮੈਂਟ ਜਿਹੜੀ ਹੋਏਗੀ ਤੇ ਕੋਈ ਵੀ ਬੱਚਾ ਜੌਬ ਤੋਂ ਵਾਂਝਾ ਨਹੀਂ ਰਹੇਗਾ। ਤਮਨ ਸਾਹਿਬ ਜੀ ਗੁੱਡ ਜੀ, ਬਹੁਤ ਵਧੀਆ। ਤੇ ਰਕੇਸ਼ ਜੀ ਇਹਨੂੰ ਅਨਸ਼ੇਅਰ ਕਰ ਦਿਓ ਬੇਸ਼ੱਕ, ਮੈਂ ਤੁਹਾਡੀ ਕਾਲ ਲੈ ਨਹੀਂ ਸਕਿਆ, ਮੇਰਾ ਮਾਈਕ ਔਨ ਸੀਗਾ। ਤੇ ਤੁਹਾਡੇ ਨਾਲ ਇੰਡਸਟਰੀਲਿਸਟ ਆ ਗਏ ਤੇ ਉਹਨਾਂ ਤੋਂ ਦੋ ਸ਼ਬਦ ਜੇ ਕਹਾਣਾ ਚਾਹੁੰਦੇ ਹੋ, ਉਹਨਾਂ ਨੇ ਲਿੰਕ ਜੁਆਇਨ ਕਰ ਲਿਆ ਕਿ ਉਹ ਜੁਆਇਨ ਨਹੀਂ ਕਰ ਪਾ ਰਹੇ? ਸਰ ਇਸ ਤਰ੍ਹਾਂ ਨਹੀਂ ਪਤਾ ਲੱਗ ਰਿਹਾ। ਮਿਸਟਰ ਮਨੋਜ ਜੀ ਆ ਗਏ। ਮਨੋਜ ਜੀ Dhawan sir, I have to host the next class. Can I leave? ਨਹੀਂ ਪਲੀਜ਼ ਤੁਸੀਂ ਕਰਦੇ ਰਹੋ, ਕੋਈ ਨਹੀਂ, ਨੈਕਸਟ ਕਲਾਸ ਲੇਟ ਕਰ ਲਾਂਗੇ, ਹਜੇ ਬੱਚਿਆਂ ਦੇ ਡਾਊਟ ਵੀ ਲੈਣੇ ਆ। ਸੋ ਮਨੋਜ ਜੀ ਕਿਹੜੀ ਇੰਡਸਟਰੀ ਤੋਂ ਹੈ? GS ਆਟੋ ਇੰਟਰਨੈਸ਼ਨਲ ਜੀ। ਹਾਂ ਤੁਸੀਂ ਪੁੱਛੋ ਜੀ। ਇੱਕ ਮੁਹੰਮਦ ਮੁਸਤਫਾ ਰਕੇਸ਼ ਜੀ, ਇਹਨਾਂ ਨੂੰ ਅਨਮਿਊਟ ਕਰਨਾ। ਇਹ ਹੈਂਡ ਰੇਜ਼ ਕੀਤਾ ਜਿਨ੍ਹਾਂ ਨੇ
ਆਪਾਂ ਹੁਣ ਡਾਊਟ ਲੈਣਾ ਚਾਹੁੰਦੇ ਹਾਂ ਜੀ, ਬਲਜਿੰਦਰ ਜੀ ਜਵਾਬ ਦੇਣਗੇ। ਹਾਂਜੀ ਜਿਨ੍ਹਾਂ ਦੇ ਡਾਊਟ ਹੈ ਹੈਂਡ ਰੇਜ਼ ਕਰ ਸਕਦੇ। ਹਾਂਜੀ हेलो जी बोलिए। हाँ सर, नमस्कार जी। नमस्कार ਨਮਸਕਾਰ ਜੀ। सर फर्स्ट वेरी वेरी थैंक्स फॉर इट्स मीटिंग। ਹਾਂਜੀ ਸਰ ਮੈਂ ਇਹ ਪੁੱਛਣਾ ਚਾਹੁੰਦਾ ਸੀਗਾ ਕਿ ਜਿਹੜੀ ਇਹ ਮੀਟਿੰਗ ਹੁਣ ਤੱਕ ਮੈਂ ਅਟੈਂਡ ਕੀਤੀਆਂ ਨੇਗੀਆਂ ਆਪਣੀ ਨੀਮੀ ਵਾਲੀ ਇਸ ਜੁਆਇਨ ਮੀਟਿੰਗ ਤੋਂ, ਹਾਂਜੀ ਬੋਲੋ ਬੋਲੋ। ਜਿਹੜੀਆਂ ਕਿ ਪਹਿਲਾਂ ਲੈਕਚਰ ਵੀ ਲੱਗੇ ਸੀਗੇ ਜਿੱਦਾਂ, ਔਰ ਇਹ ਵਾਲੀ ਮੀਟਿੰਗ ਵੀ ਹੋ ਰਹੀ ਹੈ, ਇਹਨਾਂ ਦੀ ਜਿਹੜੀ ਵੀਡੀਓ ਰਿਕਾਰਡਿੰਗ ਹੈਗੀ ਉਹ ਸਰ ਬਾਅਦ ਚ ਵੀਡੀਓ ਵਾਚਿੰਗ ਲਈ ਮਿਲ ਸਕਦੀ ਹੈਗੀ? ਬਿਲਕੁਲ ਮਿਲ ਸਕਦੀ ਹੈ ਜੀ। ਤੁਸੀਂ ਆਪਣਾ ਨਾਮ ਨਹੀਂ ਦੱਸਿਆ, ਕੀ ਨਾਮ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਮੁਹੰਮਦ ਮੁਸਤਫਾ ਜੀ ਫਰੋਮ RAC ਟ੍ਰੇਡ ITI ਲੁਧਿਆਣਾ। ITI ਲੁਧਿਆਣਾ ਤੋਂ ਹੀ ਬੋਲ ਰਹੇ ਹੋ? ਹਾਂਜੀ ਹਾਂ ਹਾਂਜੀ ਬਿਲਕੁਲ ਬਿਲकुल ਤੁਹਾਨੂੰ ਮਿਲਣਗੀਆਂ, ਬਲਜਿੰਦਰ ਜੀ ਤੁਹਾਨੂੰ ਦੇਣਗੇ। ਇਹਦੇ ਵਾਸਤੇ ਖੈਰ ਸਾਰੇ ਬੱਚਿਆਂ ਨੂੰ ਦੱਸ ਦਿੰਦੇ ਆ, ਸਾਡੇ ਕੋਲ ਟਾਈਮ ਘੱਟ ਹੈ, ਕਿ ਇਹ YouTube ਨਿੰਮੀ ਚੈਨਲ ਦੇ ਉੱਤੇ, ਨਿੰਮੀ ਦੇ ਉੱਪਰ ਅਪਲੋਡਡ ਵੀ ਹੈਗੀਆਂ, ਔਰ ਸ਼ਾਰਟਲੀ ਹੀ ਅਸੀਂ ਸਾਰੇ ਦਾ ਸਾਰਾ ਕੰਟੈਂਟ ਲੈ ਕੇ ਇਹ ਆਪਣੀ ਵੈਬਸਾਈਟ ਦੇ ਉੱਤੇ ਵੀ ਇਹਨੂੰ ਸਾਰੇ ਨੂੰ ਅਪਲੋਡ ਕਰਾਂਗੇ। ਠੀਕ ਹੈ ਜੀ ਮੁਹੰਮਦ ਜੀ, ਥੈਂਕ ਯੂ ਵੈਰੀ ਮਚ। ਠੀਕ ਹੈ ਸਰ। ਜਿਹੜੀ ਜਿਨ ਕਿ ਹੁਣ ਤੱਕ ਲੈਕਚਰ ਲੱਗੇ ਹੈਗੇ ਔਰ ਜਿਹੜੀ ਮੀਟਿੰਗ ਹੋਈਆਂ ਨੇ, ਸਾਰੇ ਤੁਸੀਂ ਵੀ ਲੈਕਚਰ ਲਓ। ਇਹ YouTube ਤੇ ਅਪਲੋਡ ਹੋ ਚੁੱਕੇ ਸਰ? ਹਾਂਜੀ ਹਾਂਜੀ ਕਾਫੀ ਹੋ ਚੁੱਕੇ ਆ, ਕਾਫੀ ਹੋ ਰਿਹਾ, ਐਡਿਟ ਕਰਕੇ ਅਸੀਂ ਇਹਨੂੰ ਕਰਦੇ ਆ। ਪਰਮਜੀਤ ਸਿੰਘ ਜੀ ਨੇ ਹੈਂਡ ਰੇਜ਼ ਕੀਤਾ। ਰਾਹੁਲਦੀਪ ਸਿੰਘ DST ਤੋਂ ਇਹ ਕੁਝ ਪੁੱਛਣਾ ਚਾਹੁੰਦੇ ਆ, ਅਨਮਿਊਟ ਕਰਨਾ ਇਹਨਾਂ ਨੂੰ। हेलो ਹਾਂਜੀ ਹਾਂਜੀ ਪਰਮ ਜੀ। हेलो ਰਾਹੁਲਦੀਪ ਸਿੰਘ ਬੋਲ ਰਹੇ ਜੀ DST ਤੋਂ ਜੀ। ਸਰ ਬਹੁਤ ਵਧੀਆ ਲੈਕਚਰ ਸੀਗਾ ਜੀ, ਸੋ ਥੈਂਕ ਯੂ ਜੀ। ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿੰਨਾ ਕਿ ਮੈਂ ਹੁਣ ਤੱਕ ਕਲਾਸਾਂ ਅਟੈਂਡ ਕੀਤੀਆਂ ਵਾ, ਕਿ ਜਿਹੜੇ ਹਾਲੇ ਤਾਂ ਤੁਸੀਂ ਸਿਰਫ ਪਾਸ ਆਊਟ ਸਟੂਡੈਂਟ ਦੀ ਇੰਟਰਵਿਊ ਲੈ ਰਹੇ ਹੋ, ਜਿਹੜੀ ਸਾਡੀ ਫਾਈਨਲ ਈਅਰ ਸਟੂਡੈਂਟ ਆ ITI ਦੇ, ਉਹਨਾਂ ਦੀ ਇੰਟਰਵਿਊ ਕਦੋਂ ਹੋਏਗੀ? ਇਹ ਸ਼ਾਰਟਲੀ ਅਸੀਂ ਅਰੇਂਜ ਕਰਨ ਜਾ ਰਹੇ ਹਾਂ ਜੀ। ਜਿਵੇਂ ਬਲਜਿੰਦਰ ਜੀ ਨੇ ਇਹਦੇ ਚ ਹੈੱਡਕੁਆਟਰ ਦਾ ਰੈਫਰੈਂਸ ਦਿੱਤਾ ਹੈ, ਸੋ ਮੈਂ ਤੁਹਾਨੂੰ ਅਸ਼ਿਓਰ ਕਰਦਾ ਹੈ ਕਿ ਜਿਹੜੇ ਕੈਂਪਸ ਬੱਚੇ ਹੈਗੇ, ਇਹਨਾਂ ਦੇ ਪੇਪਰ ਕਦੋਂ ਹੋਣੇ ਆ, ਇਹਨਾਂ ਦੀ ਇੰਟਰਵਿਊਜ਼ ਕਦੋਂ ਹੋਣੀਆਂ, ਇਹ ਸ਼ਾਰਟਲੀ ਅਸੀਂ ਤੁਹਾਨੂੰ ਇਨਫੋਰਮ ਕਰਾਂਗੇ। ਕਾਈਂਡਲੀ ਸਾਰੇ ਜਿੰਨੇ ਬੋਲਣਾ ਹੈ ਉਹ ਮਾਈਕ ਔਨ ਕਰਕੇ ਬੋਲ ਸਕਦੇ, ਬਾਕੀ ਆਪਣੇ ਸਾਰੀ ਆਵਾਜ਼ ਜਿਹੜੀ ਹੈ ਉਹ ਕਲੀਅਰ ਹੋ ਸਕੇ। ਜੀ ਹਾਂਜੀ, ਆਪਣਾ ਮਾਈਕ ਔਨ ਕਰਕੇ ਬੋਲ ਸਕਦੇ ਹੋ ਜੀ, ਜਿਨ੍ਹਾਂ ਨੇ ਹੈਂਡ ਰੇਜ਼ ਕੀਤੇ ਆ। ਸਰ ਹਾਂਜੀ ਸਰ, ਸਰ ਮੈਂ ਸਤਿ ਸ਼੍ਰੀ ਅਕਾਲ। ਹਾਂਜੀ ਸਰ ਮੇਰੀ ਪ੍ਰੋਬਲਮ ਇਹ ਸੀ ਕਿ ਜਿਸ ਤਰੀਕੇ ਤੁਹਾਡੀ ਮੀਟਿੰਗ ਸੀ, ਮੈਂ ਨਾ ਕੰਪਿਊਟਰ ਰਿਕਾਰਡ ਕਰ ਰਿਹਾ ਸੀ ਫਿਊਚਰ ਵਾਸਤੇ ਜੀ, ਤੇ ਹਰ ਵਾਰ ਰਿਸਪੌਂਸ ਮੇਰੇ ਕੋਲ ਆਉਂਦਾ ਮੀਟਿੰਗ ਦੇ ਵਿੱਚ, ਪਲੀਜ਼ ਰਿਕੁਐਸਟ ਰਿਕਾਰਡਿੰਗ ਪਰਮਿਸ਼ਨ ਫਰੋਮ ਦ ਮੀਟਿੰਗ ਹਾਲ। ਪਹਿਲੇ ਮੈਨੂੰ ਆਪਣੀ ਗੱਲ ਪੂਰੀ ਕਰ ਲੈਂਦੇ ਸੀ, ਪਲੀਜ਼ ਪਹਿਲਾਂ ਮੈਨੂੰ ਗੱਲ ਪੂਰੀ ਕਰ ਲੈਂਦੇ। ਸੈਪਰੇਟਲੀ ਬਲਜਿੰਦਰ ਜੀ ਨੂੰ ਜਾਂ ਮੈਨੂੰ ਕਾਲ ਕਰ ਲੈਣਾ। ਰਿਕਾਰਡਿੰਗ ਦਾ ਜਿਹੜਾ ਹੈ ਉਹ ਮੈਂ ਪਹਿਲਾਂ ਹੀ ਟੱਚ ਕਰ ਚੁੱਕਿਆ। ਸਾਡੇ ਕੋਲ ਸਿਰਫ 3 ਮਿੰਟ ਬਚ ਗਏ ਆ। ਰਕੇਸ਼ ਜੀ ਤੁਸੀਂ ਮੈਨੂੰ ਹੋਸਟ ਬਣਾ ਦਿਓ, ਤੁਸੀਂ ਨੈਕਸਟ। ਹੈਲੋ ਜੀ ਸਰ। ਰਕੇਸ਼ ਜੀ ਕੁਝ ਜੀ ਬੋਲਣਾ? ਸਰ ਜੀ ਨਹੀਂ ਬਸ ਥੈਂਕ ਯੂ ਸਰ, ਮੇਰਾ ਤਾਂ ਹੋ ਗਿਆ ਸੀਗਾ, ਮੈਂ ਅਗਲੀ ਨਿੰਮੀ ਕਲਾਸ ਹੋਸਟ ਕਰਨੀ ਸੀ। ਰਕੇਸ਼ ਜੀ ਸਾਡੇ EMPLOYABILITY ਸਕਿੱਲ ਦੇ ਬੈਸਟ ਹੈਗੇ ਆ, ਔਰ ਫਿਟਰ ਦੇ ਵੀ ਲੈਕਚਰ ਲੈ ਰਹੇ ਆ। ਤੁਸੀਂ ਮੈਨੂੰ ਥੈਂਕ ਯੂ ਵੈਰੀ ਮਚ ਰਕੇਸ਼, ਮੈਨੂੰ ਹੋਸਟ ਬਣਾ ਦਿਓ। ਯੂ ਕੈਨ ਲੀਵ ਐਂਡ ਅਟੈਂਡ। ਯੂ ਆਰ ਹੋਸਟ ਨੋ ਸਰ, ਤੁਸੀਂ ਹੋਸਟ ਹੀ ਹੋ ਇਸ ਵੇਲੇ ਸਰ, ਦਵਨ ਸਰ। ਹਾਂ ਠੀਕ ਹੈ, ਮੈਂ ਜਲਦੀ ਹੀ ਖਤਮ ਕਰਨ ਦੀ ਕੋਸ਼ਿਸ਼ ਕਰਦਾ। तो मैडम कोई कुछ बोलने लगे सीगे जी। हेलो हाँ जी सत श्री अकाल जी। सत श्री अकाल सर मैं ITI मोड़ तो बोल रही डिस्ट्रिक्ट संगरूर ही करमजीत जी। इंस्ट्रक्टर हो या बच्चे कोई स्टूडेंट? हेलो जी तुसी इंस्ट्रक्टर हो या स्टूडेंट हो? सर स्टूडेंट सर। हाँ जी पूछो पूछो शाबाश। हाँ जी सर जो ਅਸੀਂ ਕਲਾਸਾਂ ਲਗਾਣਾ ਸਾਡਾ ਵੀ ਚੈਟ ਹੁੰਦਾ ਪਿਆ। हेलो जी हो रहा है। हेलो हाँ जी हो रहा है जी। आवाज चलो हाँ जी मैडम ਅਸੀਂ ਸੁਣ ਪਾ ਰਹੇ ਹਾਂ ਤੁਹਾਨੂੰ, ਤੁਸੀਂ ਬੋਲੋ। ਤੁਹਾਡਾ ਰਿਕਾਰਡ ਹੋ ਰਿਹਾ ਹੈ, ਤੁਹਾਨੂੰ ਸਾਰੇ ਰਿਕਾਰਡਡ ਲੈਕਚਰ ਵੀ ਮਿਲਣਗੇ। ਸਰ ਡਬਲ ਆਵਾਜ਼ ਆਂਦੀ ਪੈਨੋ ਦਿਓ। ਚਲੋ ਆਪਾਂ ਵਿੱਚ ਇੱਕ ਕੁਝ ਗੱਲਾਂ ਹੋਈਆਂ ਤੇ ਮੇਰਾ ਇੱਕ ਖਿਆਲ ਆਇਆ, ਆਪਾਂ ਇੱਕ ਗੱਲ ਕਰਨੀ ਬੱਚਿਆਂ ਨਾਲ ਭੁੱਲ ਗਏ। ਬੱਚਿਆਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਇੰਟਰਵਿਊ ਦੇ ਵਿੱਚ ਬੋਲਣਾ ਕਿਹੜੀ ਭਾਸ਼ਾ ਦੇ ਵਿੱਚ ਹੈ।
ਜਿਵੇਂ ਕਿ ਅਸੀਂ ਸਾਰੇ ਪੰਜਾਬੀ ਹੈਗੇ ਆ, ਇਹਨੂੰ ਕਹਿੰਦੇ ਕਮਿਊਨੀਕੇਸ਼ਨ ਸਕਿੱਲ। ਜਿਵੇਂ ਤੁਸੀਂ ਬਲਜਿੰਦਰ ਜੀ ਦੀ ਬੋਲੀ ਦੇਖੀ ਹੋਏਗੀ, ਇਹਨਾਂ ਦੀ ਪੰਜਾਬੀ ਵੀ ਇੰਨੀ ਸੋਹਣੀ ਹੈ ਕਿ ਆਵਾਜ਼ ਸੁਣ ਕੇ ਮਨ ਖੁਸ਼ ਹੁੰਦਾ। ਸੋ ਕਮਿਊਨੀਕੇਸ਼ਨ ਸਕਿੱਲ ਉਹੀ ਹੈ, ਭਾਸ਼ਾ ਉਹੀ ਹੈ ਜਿਹੜੀ ਸਮਝ 'ਚ ਆਵੇ ਔਰ ਜਿਹਦੇ ਨਾਲ ਤੁਸੀਂ ਆਪਣੇ ਆਪ ਨੂੰ ਐਕਸਪ੍ਰੈਸ ਕਰ ਸਕੋ। ਕੋਈ ਐਸੀ ਕੋਈ ਗੱਲ ਨਹੀਂ ਹੈ ਕਿ ਤੁਸੀਂ ਇੰਗਲਿਸ਼ ਬੋਲਣੀ ਹੈ ਜਾਂ ਹਿੰਦੀ ਬੋਲਣੀ ਹੈ। ਤੁਸੀਂ ਆਪਣੀ ਮਾਂ ਬੋਲੀ, ਆਪਣੇ ਇਲਾਕੇ ਦੀ ਬੋਲੀ ਤੁਸੀਂ ਉਹਦੇ ਵਿੱਚ ਬੋਲੋ ਐਂਡ ਮੇਕ ਸ਼ੋਰ ਕਿ ਜਿਹੜਾ ਤੁਹਾਡਾ ਇੰਪਲੋਇਰ ਹੈਗਾ ਉਹਨੂੰ ਤੁਹਾਡੀ ਗੱਲ ਸਮਝ ਆ ਜਾਏ। ਜੇ ਉਹਨੂੰ ਗੱਲ ਸਮਝ ਨਹੀਂ ਆਉਂਦੀ ਤਾਂ ਫਿਰ ਉਹਨੂੰ ਕਿਸੇ ਉਸ ਤਰ੍ਹਾਂ ਦੀ ਲੈਂਗੁਏਜ 'ਚ ਤੁਸੀਂ ਬੋਲ ਸਕਦੇ ਹੋ, ਨਹੀਂ ਤਾਂ ਤੁਸੀਂ ਆਪਣੀ ਮਾਂ ਬੋਲੀ, ਆਪਣੀ ਹੀ ਭਾਸ਼ਾ ਦੇ ਵਿੱਚ ਆਪਣੀ ਗੱਲ, ਆਪਣੇ ਦਿਲ ਦੀ ਗੱਲ ਚੰਗੀ ਤਰ੍ਹਾਂ ਸਮਝਾ ਸਕਦੇ ਹੋ। ਸੋ ਥੈਂਕ ਯੂ ਵੈਰੀ ਮਚ ਐਵਰੀਬॉडी। ਅਸੀਂ ਅਗਲਾ ਸੈਸ਼ਨ ਦੀ ਹੈਲੋ ਸਰ। ਹੈਲੋ ਜੀ ਹੈਲੋ ਸਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਮੈਂ ਪੁੱਛਣਾ ਸੀ ਕਿ ਜਿਹੜੀ ਇਹ ਚੱਲਦੀ ਪਈ ਆ ਜੌਬਸ ਵਗੈਰਾ ਵਾਸਤੇ, ਇਹ ਜਿਹੜੇ ਬੱਚੇ ਪਾਸ ਆਊਟ ਹੋਏ ਆ ਉਹਨਾਂ ਵਾਸਤੇ ਕਿ ਜਿਹੜੇ ਕੋਰਸ ਜੇ ਕਰਦੇ ਪਏ ਉਹਨਾਂ ਵਾਸਤੇ ਵੀ ਅਵੇਲੇਬਲ ਆ? ਹਾਂਜੀ ਬਲਜਿੰਦਰ ਜੀ, ਤੁਸੀਂ ਦੱਸਣਾ ਚਾਹੋਗੇ? ਇਹਦੇ ਵਿੱਚ ਉਹਨਾਂ ਨੇ ਦੱਸਿਆ ਬਲਜਿੰਦਰ ਜੀ ਨੇ ਕਿ ਇਹ ਫਿਲਹਾਲ ਪਾਸ ਤੁਸੀਂ ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ ਸਰ, ਮੈਂ ਫਤਿਹਗੜ੍ਹ ਚੂੜੀਆਂ ਤੋਂ ਬੋਲਦੀ ਹਾਂ। ਫਤਿਹਗੜ੍ਹ ਚੂੜੀਆਂ ਤੋਂ, ਠੀਕ ਹੈ। ਹਾਂਜੀ। ਤੇ ਫਿਲਹਾਲ ਅਸੀਂ ਪਾਸ ਆਊਟ ਦਾ ਲਾ ਰਹੇ ਹਾਂ। ਜਦੋਂ ਤੁਹਾਡੇ ਹਾਲੇ ਐਗਜ਼ਾਮ ਹੋਣੇ ਬਾਕੀ ਨੇ, ਅਸੀਂ ਜੇ ਤੁਹਾਡੀ ਸਿਲੈਕਸ਼ਨ ਕਰਾ ਦਿੰਦੇ ਹਾਂ, ਤੁਹਾਡੀ ਅਪੁਆਇੰਟਮੈਂਟ ਦਾ ਤਾਂ ਜੁਆਇਨਿੰਗ ਦੀ ਪ੍ਰੋਬਲਮ ਆਏਗੀ ਅਜੇ, ਤੇ ਸਿਰਫ 10-15 ਦਿਨ ਵੇਟ ਕਰ ਲਓ, ਤੁਹਾਨੂੰ ਕੋਈ ਨਾ ਕੋਈ ਡਾਇਰੈਕਸ਼ਨ ਆਉਣਗੀਆਂ ਤੇ ਤੁਹਾਡੀ ਇੰਟਰਵਿਊ ਅਸੀਂ ਸ਼ੁਰੂ ਕਰ ਦਿਆਂਗੇ। ਇਹ ਇੰਟਰਵਿਊ ਲਗਾਤਾਰ ਚੱਲਦੀ ਰਹਿਣੀ ਆ। ਸਾਡਾ ਟਾਰਗੇਟ ਆ ਘੱਟੋ ਘੱਟ 2 ਮਹੀਨੇ ਲਗਾਤਾਰ ਚਲਾਵਾਂਗੇ ਜੀ। ਇਹ ਕੋਈ ਪ੍ਰੋਬਲਮ ਨਹੀਂ ਤੇ ਤੁਹਾਡੀ ਵਾਰੀ ਵੀ ਆ ਜਾਏਗੀ। ਓਕੇ ਸਰ। ਹੈਲੋ ਸਰ। हेलो जी। हाँ जी। हेलो राहुल जी, बाकी बोल लोग रहे अपने आप को म्यूट कर लें, बाकी लोग म्यूट कर लें, जिसने बोलना है अनम्यूट करके बोले। हेलो जी। हेलो, मैं राहुलदीप ਸਿੰਘ ਬੋਲ ਰਿਹਾ ਡੀਐਸਟੀ ਤੋਂ। ਸਰ ਅੱਜ ਜਿਹੜੇ ਸਾਡੇ ਐਗਜ਼ਾਮ ਹੋਣੇ ਆਈਟੀਆਈ ਦੇ, ਉਹ ਅੱਜ ਕੀ ਆਨਲਾਈਨ ਹੋਣਗੇ ਜਾਂ ਕਿੱਦਾਂ, ਮਤਲਬ ਆਪਣਾ? ਹਾਂ, ਬੜੀ ਜਲਦੀ ਇਹਦੇ ਵਾਸਤੇ ਬੱਚਾ ਅਸੀਂ ਤੁਹਾਨੂੰ ਬੜੀ ਜਲਦੀ ਇਹਦਾ ਤੁਹਾਨੂੰ ਨੋਟੀਫਾਈ ਕਰ ਦਾਂਗੇ, ਅਖਬਾਰਾਂ ਦੇ ਵਿੱਚ ਵੀ ਆਏਗਾ। ਤੁਹਾਡੇ ਟੀਚਰ ਸਾਹਿਬਾਨ, ਤੁਹਾਡੇ ਪ੍ਰਿੰਸੀਪਲ ਸਾਹਿਬ ਵੀ ਬੜੀ ਜਲਦੀ ਇਹਦੇ ਚ ਤੁਹਾਨੂੰ ਦੱਸ ਦੇਣਗੇ। ਬਟ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਆਨਲਾਈਨ ਐਗਜ਼ਾਮ ਜਿਹੜੇ ਡਿਪਾਰਟਮੈਂਟ ਲੈ ਰਿਹਾ ਹੈ, ਜਿਹੜੀ ਤੁਹਾਨੂੰ ਪ੍ਰੈਕਟਿਸ ਕਰਾ ਰਿਹਾ, ਉਹਨੂੰ ਜ਼ਰੂਰ ਕਰਦੇ ਰਹੋ। ਆਨਲਾਈਨ ਵਾਸਤੇ ਵੀ ਆਪਣੀ ਪੂਰੀ ਤਿਆਰੀ ਰੱਖੋ। ਫਾਈਨਲ ਡਿਸੀਜਨ ਅਸੀਂ ਬੜੀ ਜਲਦੀ ਤੁਹਾਨੂੰ ਦੱਸ ਦਾਂਗੇ। ਕਲਾਸਾਂ ਲਗਾਓ, ਆਪਣੇ ਟੀਚਰਸ ਦੇ ਨਾਲ ਸੰਪਰਕ ਰੱਖੋ, ਆਪਣੇ ਪ੍ਰਿੰਸੀਪਲ ਸਾਹਿਬ ਨਾਲ ਸੰਪਰਕ ਰੱਖੋ ਔਰ ਖੂਬ ਪੜ੍ਹੋ। ਇਹ ਔਖੀ ਘੜੀ ਦੇ ਵਿੱਚ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ, ਉਹ ਕੰਟੀਨਿਊ ਰੱਖੋ। ਸੋ ਬਲਜਿੰਦਰ ਸਿੰਘ ਪ੍ਰਿੰਸੀਪਲ ਸਾਹਿਬ, ਜੇ ਤੁਸੀਂ ਬੈਠੇ ਹੋ ਤੇ ਮੈਂ ਚਾਹਾਂਗਾ ਇਹਨੂੰ ਤੁਸੀਂ ਵਾਈਂਡ ਅਪ ਕਰੋ, ਨਹੀਂ ਤਾਂ ਬਲਜਿੰਦਰ ਜੀ ਤੁਸੀਂ ਕਰ ਦਿਓ। ਆਪਣੇ ਕੋਲ ਸਿਰਫ 1 ਮਿੰਟ ਦਾ ਟਾਈਮ। ਓਕੇ, ਥੈਂਕ ਯੂ ਸਰ। ਸੋ ਥੈਂਕ ਯੂ ਐਵਰੀਬॉडी, ਥੈਂਕ ਯੂ ਵੈਰੀ ਮਚ। ਇਸ ਤਰ੍ਹਾਂ ਦੇ ਲੈਕਚਰ ਹੋਰ ਲੈ ਕੇ ਬਲਜਿੰਦਰ ਸਿੰਘ ਜੀ ਔਰ ਰਕੇਸ਼ ਕੁਮਾਰ ਜੀ ਔਰ ਪ੍ਰਿੰਸੀਪਲ ਸਾਹਿਬ, ਤੁਹਾਡੇ ਆਈਟੀਆਈ ਦੇ ਪ੍ਰਿੰਸੀਪਲ ਵੀ ਆਣਗੇ, ਜਿਹਦੇ ਚ ਤੁਹਾਨੂੰ ਫਰੈਂਡਸ਼ਿਪ ਸਕੀਮ ਸੰਬੰਧੀ, ਹੋਰ ਡਿਪਾਰਟਮੈਂਟ ਦੀਆਂ ਸਕੀਮਾਂ ਸੰਬੰਧੀ ਔਰ ਖਾਸ ਕਰਕੇ ਇੰਪਲੋਇਮੈਂਟ ਸੰਬੰਧੀ ਮੈਂ ਫਿਰ ਕਹਿਣਾ ਚਾਹਾਂਗਾ, ਜਿੰਨੇ ਬੱਚੇ ਸਾਡੇ ਨਾਲ 300 ਬੱਚੇ ਜੁੜੇ, ਕਿ ਇੰਪਲੋਇਮੈਂਟ ਇਜ਼ ਨਾਟ ਐਨ ਇਸ਼ੂ। ਜਦੋਂ ਤੱਕ ਕਿ ਤੁਸੀਂ ਇਸ ਕੰਮ ਲਈ ਤਿਆਰ ਹੋ ਕਿ ਮੇਰੇ ਜੋ ਹੁਨਰ ਹੈਗਾ ਉਸ ਕੰਮ ਨੂੰ ਮੈਂ ਯੂਜ਼ਫੁਲ ਕਰਦੇ ਹੋਏ ਇੰਡਸਟਰੀ 'ਚ ਜਾ ਕੇ ਹੋਰ ਸਿੱਖਣਾ ਜਾਂ ਆਪਣਾ ਕੰਮ ਧੰਦਾ ਸ਼ੁਰੂ ਕਰਨਾ ਹੈ, ਠੀਕ ਹੈ ਜੀ। ਸੋ ਇਹਦੇ ਵਾਸਤੇ ਅਸੀਂ ਦੁਬਾਰਾ ਜੁੜਦੇ ਰਹਾਂਗੇ। ਸੋ ਥੈਂਕ ਯੂ ਬਲਜਿੰਦਰ, ਥੈਂਕ ਯੂ, ਥੈਂਕ ਯੂ ਆਲ ਸਟਾਫ ਮੈਂਬਰਸ। YouTube ਚੈਨਲ ਦਾ ਸਰ ਉਹ ਚ ਲਿੰਕ ਸੈਂਡ ਕਰ ਦਿਓ ਸਰ ਗਰੁੱਪ ਦੇ ਵਿੱਚ। ਜੀ ਠੀਕ ਹੈ ਸਰ ਜੀ।